ਵਾਹਿਗੁਰੂ। ਧੰਨ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਕਬੀਰ ਐਸੀ ਹੋਏ ਪਰੀ, ਮਨ ਕੋ ਭਾਵਤ ਕੀਨ। ਮਰਨੇ ਤੇ ਕਿਆ ਡਰਪਨਾ, ਜੋ ਹਾਥ ਸਿੰਧੌਰਾ ਲੀਨ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛਾਡੈ ਖੇਤ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੀ, ਸੰਪੂਰਨ ਥੀਆ ਰਾਮ। ਬ੍ਰਹਮ ਦੀਸੈ ਬ੍ਰਹਮ ਸੁਣੀਐ, ਏਕ ਏਕ ਵਖਾਣੀਐ। ਆਤਮ ਪਸਾਰਾ ਕਰਨ ਹਾਰਾ, ਪ੍ਰਭ ਬਿਨਾ ਨਹੀਂ ਜਾਣੀਐ। ਆਪ ਕਰਤਾ ਆਪ ਭੁਗਤਾ, ਆਪ ਕਾਰਣ ਕੀਆ। ਬਿਨਵੰਤ ਨਾਨਕ ਸੇਈ ਜਾਣੈ, ਜਿਨ ਜਿਨੀ ਹਰ ਰਸ ਪੀਆ। ਆਪ ਕਰਤਾ ਆਪ ਭੁਗਤਾ, ਆਪ ਬਿਨਵੰਤ ਨਾਨਕ ਸੇਈ ਜਾਣੈ, ਜਿਨੀ ਹਰ ਰਸ ਪੀਆ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਜ਼ਾਹਰਾ ਜ਼ਹੂਰ ਦੀਨ ਦੁਨੀ ਦੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿੰਨਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਬੜੇ ਪਿਆਰ ਨਾਲ, ਸਤਿਕਾਰ ਨਾਲ, ਗੁਰੂ ਪ੍ਰੇਮ ਵਿੱਚ ਭਿੱਜ ਕੇ ਬੈਠੇ ਅਤ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦੇ ਸਦਕਾ ਅਸੀਂ ਸਾਰੇ ਹੀ ਸਤਿਗੁਰੂ ਜੀ ਦੇ ਪਰਿਵਾਰ ਦੇ ਮੁਸ਼ਕਲ ਭਰੇ ਸਫ਼ਰ ਦੇ ਨਾਲ ਉਹਨਾਂ ਸ਼ਹਾਦਤਾਂ ਨੂੰ ਆਪਣੇ ਮਨ ਦੇ ਅੰਦਰ ਵਸਾਉਂਦੇ ਹੋਏ ਅੱਜ ਲਗਾਤਾਰ 7ਵੇਂ ਦਿਨ ਦੇ ਦੀਵਾਨਾਂ ਵਿੱਚ ਉਚੇਚੇ ਤੌਰ ਤੇ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਜਿੱਥੇ ਤੁਸੀਂ ਮੇਰੇ ਤੋਂ ਪਹਿਲਾਂ ਬੱਚਿਆਂ ਦੇ ਪਾਸੋਂ ਸਾਹਿਬਜ਼ਾਦਿਆਂ ਦੇ ਉਸ ਲਾਸਾਨੀ ਇਤਿਹਾਸ ਦੀਆਂ ਕਵਿਤਾਵਾਂ, ਮਾਤਾ ਗੁਜਰ ਕੌਰ ਉਹਨਾਂ ਦੇ ਨਾਲ ਸਰਹੰਦ ਦੇ ਠੰਡੇ ਬੁਰਜ ਦੇ ਵਿੱਚ ਕੀ ਬੀਤੀ ਸੀ, ਮਾਤਾ ਗੁਜਰ ਕੌਰ ਦੇ ਮਨ ਵਿੱਚ ਕੀ ਭਾਵਨਾ ਸੀ, ਉਸ ਨੂੰ ਬੱਚਿਆਂ ਨੇ ਕਵਿਤਾ ਰਾਹੀਂ ਆਪ ਸਰਬੱਤ ਸੰਗਤ ਨਾਲ ਸਾਂਝਿਆਂ ਕਰਨ ਦਾ ਯਤਨ ਕੀਤਾ ਹੈ। ਉਸ ਤੋਂ ਬਾਅਦ ਮੌਜੂਦਾ ਹਾਲਾਤਾਂ ਦੇ ਉੱਪਰ ਬੱਚਿਆਂ ਨੇ ਬੜੀ ਪਿਆਰੀ ਕਵਿਤਾ ਆਪ ਸਰਬੱਤ ਸੰਗਤ ਨਾਲ ਸਾਂਝੀ ਕੀਤੀ ਹੈ, ਜਿਨ੍ਹਾਂ ਨੂੰ ਕਿ ਸਾਨੂੰ ਅੱਜ ਦੇ ਸਮੇਂ ਵਿੱਚ ਸੋਚਣਾ ਬਣਦਾ ਹੈ। ਅਸੀਂ ਕਿੱਥੇ ਕੁ ਖਲੋਤੇ ਹੋਏ ਹਾਂ, ਅੱਜ ਕਿਹੋ ਜਿਹੀਆਂ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਅੰਦਰ ਜੇਕਰ ਤੁਸੀਂ ਸੁਚੇਤ ਹੋਗੇ ਤਾਂ ਹੀ ਤੁਹਾਡਾ ਭਵਿੱਖ ਵੀ ਸੁਰੱਖਿਅਤ ਹੈ। ਮੈਂ ਕੱਲ੍ਹ ਦੇ ਦੀਵਾਨ ਵਿੱਚ ਵੀ ਆਪ ਸਰਬੱਤ ਸੰਗਤ ਨਾਲ ਬੇਨਤੀ ਸਾਂਝੀ ਕੀਤੀ ਸੀ, ਸਾਹਿਬਜ਼ਾਦਿਆਂ ਦੇ ਕੋਲ ਜਿੱਥੇ ਜੋਸ਼ ਹੈ ਉੱਥੇ ਹੋਸ਼ ਵੀ ਕਮਾਲ ਦਾ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋਰਾਵਾ ਨਹੀਂ। ਤੇ ਸਾਡੇ ਵਿੱਚ ਵੀ ਜਿੱਥੇ ਜੋਸ਼ ਹੈ ਉੱਥੇ ਹੋਸ਼ ਦਾ ਸੁਮੇਲ ਸਾਡੇ ਵਿੱਚ ਬੜਾ ਜ਼ਰੂਰੀ ਹੈ। ਇਹ ਸਾਰੀਆਂ ਚੀਜ਼ਾਂ ਸਾਧ ਸੰਗਤ ਸਾਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ। ਮਤਾਂ ਤੁਸੀਂ ਆਪਣੇ ਦੁਸ਼ਮਣ ਨੂੰ ਕਮਜ਼ੋਰ ਸਮਝੋ ਤੇ ਆਪਣੇ ਮਨ ਵਿੱਚ ਜਿੱਤ ਦੀ ਖੁਸ਼ੀ ਨੂੰ ਮਹਿਸੂਸ ਕਰੋ, ਹਾਲਾਂਕਿ ਕਰਨੀ ਵੀ ਚਾਹੀਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਦਿੱਲੀ ਦੀਆਂ ਸਰਹੱਦਾਂ ਤੇ ਸਾਡੇ ਪੰਜਾਬ ਦੇ ਬਜ਼ੁਰਗਾਂ ਨੇ, ਨੌਜਵਾਨਾਂ ਨੇ ਇੱਕ ਬਹੁਤ ਵੱਡਾ ਸੰਘਰਸ਼ ਲੜ ਕੇ ਦੁਨੀਆ ਦੇ ਸਾਹਮਣੇ ਮਿਸਾਲ ਪੈਦਾ ਕੀਤੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਅਸੀਂ ਦੁਸ਼ਮਣ ਨੂੰ ਹਰਾਇਆ ਹੈ, ਕੋਈ ਸ਼ੱਕ ਨਹੀਂ। ਸਾਰੀ ਦੁਨੀਆ ਦੇ ਵਿੱਚ ਅਸੀਂ ਆਪਣਾ ਸਿੱਕਾ ਜਮਾਇਆ ਹੈ। ਆਪਣੀ ਸੇਵਾ ਦੀ ਭਾਵਨਾ, ਵੰਡ ਛਕਣ ਦੀ ਭਾਵਨਾ, ਬਿਨਾਂ ਵਿਤਕਰੇ ਤੋਂ ਇੱਕ ਥਾਂ ਤੇ ਇੱਕ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਣਾ। ਤੇ ਸਾਡੇ ਬਜ਼ੁਰਗਾਂ ਦੇ ਜਦੋਂ ਤੁਸੀਂ ਉਸ ਪਵਿੱਤਰ ਥਾਂ ਤੇ ਜਾ ਕੇ ਕਦੀ ਉਸ ਮਾਹੌਲ ਨੂੰ ਤੱਕਿਆ ਹੋਏਗਾ ਤੇ ਜਿਹੜੇ ਆਸ-ਪਾਸ ਦੇ ਲੋਕ ਸਨ, ਜਦੋਂ ਉੱਥੋਂ ਸਾਰਿਆਂ ਨੇ ਵਾਪਸ ਆਉਣਾ ਸੀ ਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਸਨ ਵੀ ਕਿਉਂ ਵਾਪਸ ਚੱਲੇ ਨੇ। ਇਹੋ ਜਿਹੇ ਲੋਕ ਵਾਪਸ ਪਰਤਦੇ ਨਹੀਂ। ਪਹਿਲੀ ਵਾਰ ਉੱਥੋਂ ਦੇ ਸਥਾਨਕ ਲੋਕਾਂ ਨੇ ਇਹੋ ਜਿਹਾ ਮਾਹੌਲ ਤੱਕਿਆ ਸੀ ਤੇ ਆਲੇ ਦੁਆਲੇ ਦੇ ਲੋਕਾਂ ਨੂੰ, ਠੀਕ ਹੈ ਵੀ ਮੀਡੀਆ ਦੇ ਵਿੱਚ ਗਲਤ ਚਰਚਾ ਚਲਾਈ ਗਈ, ਮੀਡੀਆ ਦੇ ਵਿੱਚ ਨੈਗੇਟਿਵਿਟੀ ਫੈਲਾਈ ਗਈ,
ਪਰ ਤੁਸੀਂ ਉੱਥੋਂ ਦੇ ਆਸੇ-ਪਾਸੇ ਦੇ ਲੋਕਾਂ ਦੇ ਨਾਲ ਕਦੀ ਗੱਲਬਾਤ ਕਰਕੇ ਵੇਖਿਓ, ਉਹ ਕਹਿੰਦੇ ਇਹੋ ਜਿਹੇ ਲੋਕ ਅਸੀਂ ਧਰਤੀ ਤੇ ਵੇਖੇ ਹੀ ਪਹਿਲੀ ਵਾਰ ਨੇ। ਤੇ ਸੱਚਮੁੱਚ ਹੀ ਜਿਹੜੇ ਪਵਿੱਤਰ ਲੋਕ ਉਸ ਪਵਿੱਤਰ ਧਰਤੀ ਤੇ ਪਹੁੰਚੇ ਸਨ, ਉਹ ਸੱਚਮੁੱਚ ਹੀ ਸਾਹਿਬਜ਼ਾਦਿਆਂ ਦੇ ਵਾਰਸ ਸਨ। ਨਹੀਂ ਤੇ 1 ਸਾਲ ਉਹਨਾਂ ਨੇ ਠੰਡ ਨੂੰ, ਪੋਹ ਨੂੰ ਆਪਣੇ ਪਿੰਡੇ ਤੇ ਹੰਢਾਇਆ। ਤੇ ਜਦੋਂ ਪਿਛਲੇ ਸਾਲ ਦਿੱਲੀ ਦੀ ਉਸ ਧਰਤੀ ਤੇ ਅੰਦੋਲਨ ਚੱਲਦਾ ਸੀ ਤੇ ਸਾਨੂੰ ਵੀ ਉਸ ਅੰਦੋਲਨ ਦੇ ਵਿੱਚ ਸੇਵਾ ਕਰਨ ਦਾ ਮੌਕਾ ਬਣਿਆ। ਕਾਫੀ ਲੰਮਾ ਸਮਾਂ ਅਸੀਂ ਸੇਵਾਵਾਂ ਨਿਭਾਈਆਂ। ਸਾਡੇ ਕਾਲਜ ਵੱਲੋਂ ਲਗਾਤਾਰ ਉੱਥੇ ਟੀਮ ਪੂਰਾ 1 ਸਾਲ ਜਿੰਨਾ ਚਿਰ ਅੰਦੋਲਨ ਚੱਲਿਆ ਉੱਥੇ ਬੈਠੀ ਰਹੀ। ਤੇ ਜਦੋਂ ਪੋਹ ਦਾ ਮਹੀਨਾ ਆਉਂਦਾ ਸੀ ਨਾ, ਪੋਹ ਦਾ ਮਹੀਨਾ, ਤੇ ਆਸੇ ਪਾਸੇ ਦੇ ਲੋਕ ਕੰਬਦੇ ਸਨ। ਘਰਾਂ ਵਿੱਚ ਬੈਠੇ ਹੋਏ ਵੀ ਠੰਡ ਤੋਂ ਬੁਰਾ ਹਾਲ ਸੀ। ਤੇ ਜਿਹੜੇ ਦਿੱਲੀ ਦੀਆਂ ਸਰਹੱਦਾਂ ਤੇ ਟਰਾਲੀਆਂ ਦੇ ਵਿੱਚ ਬੈਠੇ ਸਨ, ਸਿਰਫ ਉਹਨਾਂ ਨੂੰ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਦਾ ਆਸਰਾ ਸੀ। ਇਤਿਹਾਸ ਦੇ ਉਸ ਬਿਰਤਾਂਤ ਨੂੰ ਤੱਕ ਕੇ ਕਹਿੰਦੇ ਸਨ, ਇਹ ਠੰਡਾ ਸਾਡਾ ਕੁਝ ਨਹੀਂ ਵਿਗਾੜ ਸਕਦੀਆਂ। 7 ਤੇ 9 ਸਾਲ ਦੀਆਂ ਉਮਰਾਂ ਦਾ ਕੁਝ ਨਹੀਂ ਵਿਗਾੜ ਸਕੀਆਂ, ਤੇ ਇਹ ਠੰਡ ਹੁਣ ਸਾਡਾ ਕੀ ਵਿਗਾੜ ਦੇਵੇਗੀ। ਉਹਨਾਂ ਨੂੰ ਪ੍ਰੇਰਣਾ ਮਿਲਦੀ ਸੀ ਆਪਣੇ ਇਤਿਹਾਸ ਤੋਂ। ਇਤਿਹਾਸ ਦਾ ਇਹੋ ਹੀ ਮਤਲਬ ਹੁੰਦਾ ਹੈ ਨਾ, ਇਸੇ ਕਰਕੇ ਇਤਿਹਾਸ ਨੂੰ ਵਾਰ-ਵਾਰ ਯਾਦ ਕੀਤਾ ਜਾਂਦਾ ਹੈ, ਇਸੇ ਕਰਕੇ ਇਤਿਹਾਸ ਨੂੰ ਪੜ੍ਹਿਆ ਜਾਂਦਾ ਹੈ, ਤਾਂ ਕਿ ਪੁਰਾਣੇ ਇਤਿਹਾਸ ਤੋਂ ਅਸੀਂ ਪ੍ਰੇਰਣਾ ਲੈ ਸਕੀਏ, ਕੁਝ ਸਿੱਖ ਸਕੀਏ ਉਹਨਾਂ ਸਾਰੀਆਂ ਚੀਜ਼ਾਂ ਤੋਂ। ਤੇ ਜਿਹੜੇ ਬਜ਼ੁਰਗ ਟਰਾਲੀਆਂ ਦੇ ਵਿੱਚ ਬੈਠੇ ਸਨ, ਤੁਹਾਡੇ ਵਿੱਚੋਂ ਵੀ ਬੜਿਆਂ ਨੂੰ ਜਾਣ ਦਾ ਮੌਕਾ ਮਿਲਿਆ ਹੋਵੇਗਾ। ਸੱਚਮੁੱਚ ਹੀ ਉਹ ਆਪਣੇ ਹਿਰਦੇ ਵਿੱਚ ਸੋਚਦੇ ਸਨ, ਬੜਾ ਔਖਾ ਸਮਾਂ ਸੀ ਉਸ ਵਕਤ ਸਾਹਿਬਜ਼ਾਦਿਆਂ ਦੇ ਉੱਪਰ, ਜਦੋਂ 140 ਫੁੱਟ ਉੱਚੇ ਉਸ ਠੰਡੇ ਬੁਰਜ ਦੇ ਵਿੱਚ ਉਹਨਾਂ ਨੇ ਪੋਹ ਦੀਆਂ ਉਹ ਠੰਡੀਆਂ ਰਾਤਾਂ ਕੱਟੀਆਂ ਹੋਣਗੀਆਂ। ਕਿਹੋ ਜਿਹਾ ਬਿਖਮ ਕਾਰਜ ਹੋਏਗਾ ਉਹਨਾਂ ਦਾ। ਤੇ ਜਿੱਥੋਂ ਮੈਂ ਬੇਨਤੀ ਆਰੰਭ ਕੀਤੀ ਸੀ, ਠੀਕ ਹੈ ਅਸੀਂ ਜਿੱਤ ਗਏ ਹਾਂ, ਜਿੱਤ ਦੀ ਖੁਸ਼ੀ ਵੀ ਸਾਨੂੰ ਮਨਾਉਣੀ ਚਾਹੀਦੀ ਹੈ। ਜਿੱਤ ਦੀ ਖੁਸ਼ੀ ਦੇ ਵਿੱਚ ਇੰਨੇ ਪਾਗਲ ਨਾ ਹੋ ਜਾਈਏ ਕਿ ਆਉਣ ਵਾਲੀਆਂ ਮੁਸੀਬਤਾਂ ਨੂੰ ਹੀ ਭੁੱਲ ਜਾਈਏ। ਦੁਸ਼ਮਣ ਨੂੰ ਸਾਧ ਸੰਗਤ ਕਦੀ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਜੇ ਅੱਜ ਤੁਸੀਂ ਜਿੱਤੇ ਹੋ ਨਾ, ਤੇ ਅਗਲਿਆਂ ਨੇ ਥੋੜੇ ਦਿਨਾਂ ਬਾਅਦ ਹੀ ਤੁਹਾਡੇ ਨਾਲ ਇਹੋ ਜਿਹੀ ਚਾਲ ਚੱਲੀ, ਪੰਜਾਬ ਦਾ ਪੂਰਾ ਮਾਹੌਲ ਹੀ ਪਲਟ ਕੇ ਰੱਖ ਦਿੱਤਾ। ਜਿਹੜੀ ਦਰਬਾਰ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰੀ, ਉਹਨੂੰ ਤੁਸੀਂ ਉਸ ਘਟਨਾ ਨੂੰ ਕਦੀ ਆਪਣੀ ਉਸ ਜਿੱਤ ਦੇ ਨਾਲ ਜੋੜ ਕੇ ਵੇਖਿਓ। ਜਿਹੜੀ ਤੁਹਾਡੇ ਵਿੱਚ ਪੋਜ਼ਿਟਿਵ ਐਨਰਜੀ ਆਉਣੀ ਚਾਹੀਦੀ ਸੀ, ਅਗਲਿਆਂ ਨੇ ਆਉਣ ਨਹੀਂ ਦਿੱਤੀ। ਇੱਕ ਸਾਜ਼ਿਸ਼ ਦੇ ਨਾਲ ਪੂਰੇ ਪੰਜਾਬ ਦੀ ਆਬੋ ਹਵਾ ਨੂੰ ਉਹਨਾਂ ਨੇ ਬਦਲ ਕੇ ਰੱਖ ਦਿੱਤਾ। ਕਦੀ ਅਵੇਸਲੇ ਨਾ ਹੋਇਓ, ਕਦੀ ਵੀ ਤੁਸੀਂ ਆਉਣ ਵਾਲੀਆਂ ਚੁਣੌਤੀਆਂ ਨੂੰ ਸਾਹਮਣੇ ਵੇਖ ਕੇ ਉਹਨਾਂ ਤੋਂ ਪਾਸਾ ਨਾ ਵਟਿਓ। ਸਾਹਿਬਜ਼ਾਦਿਆਂ ਦੇ ਇਹ ਦਿਨ ਸਾਨੂੰ ਸਾਰੀਆਂ ਚੀਜ਼ਾਂ, ਸਾਹਿਬਜ਼ਾਦੇ ਅਵੇਸਲੇ ਨਹੀਂ ਸਨ। ਜਦੋਂ ਮੈਂ ਅੱਜ ਇਤਿਹਾਸ ਪੜ੍ਹ ਰਿਹਾ ਸੀ ਨਾ, ਬੜੀ ਕਮਾਲ ਦੀ ਗੱਲ ਦੁੰਨਾ ਸਿੰਘ ਹੰਡੂਰੀਏ ਨੇ ਆਪਣੀ ਕਿਤਾਬ ਦੇ ਵਿੱਚ ਲਿਖੀ। ਉਹਨਾਂ ਆਖਿਆ ਸਾਹਿਬਜ਼ਾਦੇ ਅਵੇਸਲੇ ਨਹੀਂ ਸਨ। ਜਿੱਦਣ ਪਹਿਲੇ ਦਿਨ ਦੀ ਪੇਸ਼ੀ ਸਾਧ ਸੰਗਤ ਸਾਹਿਬਜ਼ਾਦਿਆਂ ਦੀ ਪਾਈ ਗਈ ਨਾ ਸਰਹੰਦ ਵਿੱਚ, ਸਭ ਤੋਂ ਪਹਿਲਾਂ ਉਹਨਾਂ ਨੂੰ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਲਾਲਚ ਦਿੱਤੇ ਗਏ, ਜੋ ਕੁਝ ਚਾਹੋ ਤੁਹਾਨੂੰ ਦਿੱਤਾ ਜਾਏਗਾ। ਦੋਵਾਂ ਨੇ ਆਪਣਾ ਜਵਾਬ ਨਾ ਦੇ ਵਿੱਚ ਦੇ ਦਿੱਤਾ। ਤੇ ਦੁੰਨਾ ਸਿੰਘ ਹੰਡੂਰੀਆ ਲਿਖਦਾ ਹੈ, ਸਰਹੰਦ ਸ਼ਹਿਰ ਉਸ ਵਕਤ ਬੜਾ ਤਕੜਾ ਸ਼ਹਿਰ ਸੀ, ਬੜਾ ਖੁਸ਼ਨੁਮਾ ਮਾਹੌਲ ਸੀ ਉੱਥੋਂ ਦਾ। ਬੜੇ ਤਗੜੇ ਤਗੜੇ ਲੋਕ ਸਰਹੰਦ ਸ਼ਹਿਰ ਦੇ ਵਿੱਚ ਆਣ ਕੇ ਰਹਿੰਦੇ ਸਨ, ਵੱਸਦੇ ਸਨ। ਬੜੇ ਬਾਗ ਹੋਇਆ ਕਰਦੇ ਸਨ ਇੱਥੇ ਸਰਹੰਦ ਸ਼ਹਿਰ ਦੇ ਵਿੱਚ। ਜਿਹੜਾ ਸਰਹੰਦ ਦਾ ਸੂਬਾ ਵਜ਼ੀਰ ਸੀ, ਵਜ਼ੀਰ ਖਾਨ ਸੀ, ਇਹਦੀ ਬੜੀ ਵੱਡੀ ਇੱਕ ਇਸ ਸਰਹੰਦ ਦੀ ਧਰਤੀ ਤੇ ਸਲਤਨਤ ਹੋਇਆ ਕਰਦੀ ਸੀ। ਬੜਾ ਵੱਡਾ ਮਹਿਲ ਸੀ ਇਹਦਾ। ਬਾਜ਼ਾਰ ਦੇ ਵਿੱਚ ਜਦੋਂ ਸ਼ਾਮਾਂ ਦਾ ਮਾਹੌਲ ਆਇਆ ਨਾ, ਤੇ ਬਾਜ਼ਾਰ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਲੈ ਕੇ ਸੁੱਚਾ ਨੰਦ ਪਾਪੀ ਬਾਜ਼ਾਰ ਵਿੱਚ ਲੈ ਕੇ ਜਾਂਦਾ ਹੈ। ਬੜੀਆਂ ਮੋਮੋ ਠਗਣੀਆਂ ਜੀਆਂ ਗੱਲਾਂ ਸਾਹਿਬਜ਼ਾਦਿਆਂ ਦੇ ਨਾਲ ਸੁੱਚਾ ਨੰਦ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ। ਸੋਚਿਆ ਵੇਖਦੇ ਹਾਂ ਵੀ ਇਹਨਾਂ ਦੀ ਸੋਚ ਕਿਹੋ ਜਿਹੀ ਹੈ, ਇਹ ਕਿਹੜੇ ਪਾਸੇ ਜਾਂਦੇ ਨੇ ਭਲਾ, ਕਿਹੋ ਜਿਹੀ ਸੋਚ ਹੈ ਇਹਨਾਂ ਦੀ। ਬਾਜ਼ਾਰ ਦੇ ਵਿੱਚ ਸਾਰੀਆਂ ਚੀਜ਼ਾਂ ਲੱਗੀਆਂ ਹੋਈਆਂ ਨੇ, ਬੱਚਿਆਂ ਦੇ ਖੇਡਣ ਵਾਲੇ ਖਿਡੌਣੇ ਪਏ ਹੋਏ ਨੇ, ਘਰਾਂ ਵਿੱਚ ਸਜਾਵਟ ਵਾਲਾ ਸਮਾਨ ਪਿਆ ਹੋਇਆ ਹੈ, ਕੱਪੜਿਆਂ ਦੀਆਂ ਦੁਕਾਨਾਂ ਬਾਜ਼ਾਰ ਦੇ ਵਿੱਚ ਲੱਗੀਆਂ ਹੋਈਆਂ ਨੇ। ਸਾਰੀਆਂ ਦੁਕਾਨਾਂ ਦੇ ਅੱਗੋਂ ਦੀ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਬੜੇ ਪਿਆਰ ਨਾਲ ਲੰਘਦੇ ਨੇ। ਉਹਨਾਂ ਵੇਖਿਆ ਇਹਨਾਂ ਨੇ ਖਿਡੌਣਿਆਂ ਵੱਲ ਤੱਕਿਆ ਵੀ ਨਹੀਂ। ਥੋੜਾ ਜਿਹਾ ਅੱਗੇ ਗਏ ਤੇ ਇੱਕ ਸ਼ਸਤਰਾਂ ਦੀ ਦੁਕਾਨ ਸੀ। ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਭੱਜ ਕੇ ਉਸ ਦੁਕਾਨ ਦੇ ਵਿੱਚ ਵੜ ਗਏ ਤੇ ਜਾ ਕੇ ਉਹਨਾਂ ਨੇ ਹੱਥ ਵਿੱਚ ਤਲਵਾਰਾਂ ਫੜ ਲਈਆਂ ਤੇ ਆਖਿਆ, ਆਹ ਤਲਵਾਰ ਚੰਗੀ ਹੈ, ਇਸ ਤਲਵਾਰ ਦੇ ਨਾਲ
मैदान ਦੇ ਵਿੱਚ ਜੰਗ ਕੀਤਾ ਜਾ ਸਕਦਾ, ਯੁੱਧ ਕੀਤਾ ਜਾ ਸਕਦਾ। ਹੁਣ ਉਮਰਾਂ ਵੇਖੋ 7 ਤੇ 9 ਸਾਲ ਦੀਆਂ ਸਨ, ਪਰ ਇਰਾਦੇ ਕਿਹੋ ਜਿਹੇ ਸਨ। ਤੇ ਜੇ ਤੁਸੀਂ ਅੱਜ ਦੇ ਸਮੇਂ ਦੇ ਵਿੱਚ 7 ਤੇ 9 ਸਾਲ ਦੇ ਬੱਚਿਆਂ ਦੇ ਹੱਥ ਵਿੱਚ ਵੇਖੋ, ਤੇ ਅੱਜ ਤੁਸੀਂ ਵੇਖੋ ਮੋਬਾਈਲ ਦੀ ਗੇਮ ਤੋਂ ਹੀ ਸਾਨੂੰ ਵੇਲ ਨਹੀਂ। ਕਿੰਨੀਆਂ ਛੋਟੀਆਂ ਛੋਟੀਆਂ ਸੋਚਾਂ ਸਾਡੀਆਂ ਹੋ ਗਈਆਂ ਨੇ। ਅੱਜ ਤੁਸੀਂ 7 ਤੇ 9 ਸਾਲ ਦੇ ਬੱਚਿਆਂ ਦਾ ਹਾਲ ਵੇਖ ਲਓ। ਨਾ ਸਾਨੂੰ ਕੁਝ ਸੰਸਾਰ ਬਾਰੇ ਪਤਾ ਹੈ, ਨਾ ਹੀ ਮਾਂ ਪਿਓ ਕੁਝ ਸਿਖਾਉਣਾ ਚਾਹੁੰਦੇ ਨੇ। ਬਸ ਬੱਚਾ ਸਾਰਾ ਦਿਨ ਮੋਬਾਈਲ 'ਤੇ ਬੈਠਾ ਗੇਮ ਖੇਡਦਾ ਰਹਿੰਦਾ, ਉਹ ਆਪਣੀ ਉਸ ਗੇਮ ਦੇ ਵਿੱਚ ਹੀ ਮਸਤ ਹੈ, ਉਹਦੇ ਭਾਅ ਦੀ ਉਹੀ ਦੁਨੀਆ। ਪਰ ਸਾਹਿਬਜ਼ਾਦਿਆਂ ਦੇ ਬਾਰੇ ਸੋਚ ਕੇ ਵੇਖੋ, ਕਿੱਡਾ ਵੱਡਾ ਉਹਨਾਂ ਦਾ ਜ਼ਿਕਰਾ ਹੋਏਗਾ, ਕਿੱਡਾ ਵੱਡਾ ਉਹਨਾਂ ਦਾ ਸਲਤਨਤ ਦਾ ਮਾਲਕ ਵੀ ਸਾਹਿਬਜ਼ਾਦਿਆਂ ਦੇ ਬੋਲਾਂ ਤੋਂ ਕੰਬ ਗਿਆ। ਆਖਿਆ ਤੁਹਾਨੂੰ ਛੱਡ ਦਓ ਤੇ ਕੀ ਕਰੋਗੇ? ਕਹਿੰਦੇ ਆਪਣੇ ਭਰਾਵਾਂ ਨੂੰ ਇਕੱਠਿਆਂ ਕਰਾਂਗੇ। ਕਿੱਡਾ ਵੱਡਾ ਖਿਆਲ ਸਿਰਜ ਕੇ ਬੈਠੇ ਸਨ, ਕਿੱਡਾ ਵੱਡਾ ਉਹਨਾਂ ਦੇ ਮਨ ਦੇ ਵਿੱਚ ਇੱਕ ਸੁਪਨਾ ਸੀ। ਤੇ ਸੁਪਨਾ ਸਾਧ ਸੰਗਤ ਉਹ ਨਹੀਂ ਹੁੰਦਾ ਜਿਹੜਾ ਰਾਤ ਨੂੰ ਸੁੱਤਿਆਂ ਹੋਇਆ ਆਵੇ। ਜਿਹੜਾ ਰਾਤ ਨੂੰ ਸੁੱਤਿਆਂ ਹੋਇਆ ਸੁਪਨਾ ਆਉਂਦਾ ਨਾ, ਉਹਨੂੰ ਸੁਪਨਾ ਨਹੀਂ ਕਹਿੰਦੇ। ਸੁਪਨਾ ਉਹ ਹੁੰਦਾ ਜਿਹੜਾ ਤੁਹਾਨੂੰ ਰਾਤਾਂ ਨੂੰ ਵੀ ਸੌਣ ਨਾ ਦੇਵੇ। ਸੁਪਨਾ ਉਹ ਹੁੰਦਾ ਹੈ ਜਿਹੜਾ ਸੁਪਨਾ ਤੁਹਾਨੂੰ ਰਾਤਾਂ ਨੂੰ ਸੌਣ ਨਾ ਦੇਵੇ, ਤੁਹਾਨੂੰ ਕੁਝ ਕਰ ਗੁਜ਼ਰਨ ਵਾਸਤੇ 24 ਘੰਟੇ ਅੰਦਰੋਂ ਤੁਹਾਡੇ ਪ੍ਰੇਰਨਾ ਆਉਂਦੀ ਰਹੇ, ਮੈਂ ਕੁਝ ਕਰਨਾ ਹੈ, ਮੈਂ ਕੁਝ ਕਰਨਾ। ਸੁਪਨਾ ਉਹ ਹੁੰਦਾ ਹੈ। ਰਾਤ ਨੂੰ ਸੁੱਤਿਆਂ ਹੋਇਆਂ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੇ ਲਿਖਿਆ ਨਾ ਵੀ ਇੱਕ ਰਾਜਾ ਸੀ ਤੇ ਰਾਤ ਨੂੰ ਸੁੱਤਾ ਸੀ ਤੇ ਸੁਪਨੇ ਵਿੱਚ ਭਿਖਾਰੀ ਬਣ ਗਿਆ। ਤੇ ਇਹੋ ਹੀ ਹਾਲਤ ਮਨਮੁਖ ਬੰਦੇ ਦੇ ਜੀਵਨ ਦੀ ਹੈ। ਸਾਨੂੰ ਪਤਾ ਹੀ ਨਹੀਂ ਅਸੀਂ ਕੀ ਹੈ, ਸਾਨੂੰ ਪਤਾ ਹੀ ਨਹੀਂ ਵੀ ਅਸੀਂ ਰਾਜੇ ਹਾਂ, ਸਾਨੂੰ ਪਤਾ ਹੀ ਨਹੀਂ ਵੀ ਕਲਗੀਧਰ ਪਾਤਸ਼ਾਹ ਨੇ ਸਾਨੂੰ ਰਾਜੇ ਬਣਾਇਆ ਸੀ। ਸਾਰੀ ਦੁਨੀਆ ਤੇ ਸਾਡਾ ਰਾਜ ਹੈ, ਸਾਰੀ ਦੁਨੀਆ ਨੂੰ ਅਸੀਂ ਆਪਣੀ ਮੁੱਠੀ ਵਿੱਚ ਕਰਨਾ ਜਾਣਦੇ ਹਾਂ। ਅਸੀਂ ਤਾਂ ਆਪਣੀਆਂ ਨਿੱਕੀਆਂ ਨਿੱਕੀਆਂ ਘਰਾਂ ਦੀਆਂ ਲੜਾਈਆਂ ਤੱਕ ਸੀਮਤ ਰਹਿ ਕੇ, ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਲਾਲਾਂ ਨੇ ਜਿਹੜੇ ਸੁਪਨੇ ਦਿੱਤੇ ਸਨ, ਅਸੀਂ ਉਹਨਾਂ ਸੁਪਨਿਆਂ ਨੂੰ ਭੁੱਲ ਬੈਠੇ। ਸਾਹਿਬਜ਼ਾਦਿਆਂ ਦੇ ਸੁਪਨੇ ਬੜੇ ਵੱਡੇ ਸਨ, ਤੇ ਅੱਜ ਦੀ ਨੌਜਵਾਨ ਪੀੜ੍ਹੀ ਦੇ ਕਿਹੜੇ ਸੁਪਨੇ ਨੇ ਭਲਾ? ਮੈਂ ਬਾਹਰ ਚਲਾ ਜਾਵਾਂ, ਮੈਂ ਕੋਈ ਵੱਡੀ ਨੌਕਰੀ ਤੇ ਸਥਾਪਿਤ ਹੋ ਜਾਵਾਂ। ਇਹੋ ਹੀ ਸੁਪਨੇ ਨੇ ਨਾ ਸਾਡੇ। ਤੁਸੀਂ ਬਾਹਰ ਵੀ ਜਾਓ, ਵਿਦੇਸ਼ਾਂ ਵਿੱਚ ਜਾਓ, ਤਰੱਕੀਆਂ ਕਰੋ ਜਾ ਕੇ, ਪਰ ਕਦੀ ਸਾਹਿਬਜ਼ਾਦਿਆਂ ਦੇ ਉਸ ਸੁਪਨੇ ਨੂੰ ਚੇਤੇ ਕਰਨ ਦਾ ਤਾਂ ਯਤਨ ਕਰੋ ਨਾ ਵੀ ਸੁਪਨੇ ਕਿਹੜੇ ਸਨ ਉਹਨਾਂ ਦੇ। ਕਿੰਨੇ ਵੱਡੇ ਵੱਡੇ ਖਿਆਲ ਆਪਣੇ ਮਨ ਦੇ ਵਿੱਚ ਉਹ ਸਿਰਜ ਕੇ ਬੈਠੇ ਸਨ। ਅੱਜ ਜਿਸ ਦਿਨ ਨੂੰ ਮੁਖਾਤਬ ਹੋ ਕੇ ਸਾਧ ਸੰਗਤ ਅਸੀਂ ਸਾਰੇ ਬੈਠੇ ਹਾਂ, ਮੈਂ ਇਤਿਹਾਸ ਦੀ ਲੜੀ ਨੂੰ ਥੋੜ੍ਹਾ ਜਿਹਾ ਪਿੱਛੇ ਤੋਂ ਤੁਹਾਡੇ ਨਾਲ ਸਾਂਝਾ ਕਰਾਂਗਾ ਤਾਂ ਕਿ ਗੱਲ ਨੂੰ ਅਸੀਂ ਸੌਖੇ ਤਰੀਕੇ ਨਾਲ ਸਮਝ ਸਕੀਏ। ਲੜੀਵਾਰ ਮੈਂ ਸੰਖੇਪ ਰੂਪ ਦੇ ਵਿੱਚ ਇਤਿਹਾਸ ਨੂੰ ਤੁਹਾਡੇ ਨਾਲ ਸਾਂਝਾ ਕਰਨਾ। 6 ਤੇ 7 ਪੋਹ ਦੀ ਦਰਮਿਆਨੀ ਰਾਤ ਨੂੰ ਕਲਗੀਧਰ ਪਾਤਸ਼ਾਹ ਹਜ਼ੂਰ ਆਪਣੇ ਸਿੱਖਾਂ ਦੇ ਨਾਲ, ਸਾਹਿਬਜ਼ਾਦਿਆਂ ਦੇ ਨਾਲ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਦੇ ਨੇ। 7 ਪੋਹ ਦਾ ਜਿਹੜਾ ਤੜਕੇ ਦਾ ਸਮਾਂ ਹੈ, ਸਵੇਰ ਦਾ ਸਮਾਂ, ਕਲਗੀਧਰ ਪਾਤਸ਼ਾਹ ਸਰਸਾ ਨਦੀ ਦੇ ਕੰਢੇ ਤੇ ਗੁਜ਼ਾਰਦੇ ਨੇ। ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ ਸਰਸਾ ਨਦੀ ਦੇ ਕੰਢੇ ਕੰਢੇ 8 ਪੋਹ ਦੀ ਰਾਤ ਕੁੰਮੇ ਮਾਸ਼ੀ ਦੀ ਛੰਨ ਦੇ ਵਿੱਚ ਠਹਿਰਦੇ ਨੇ, ਜਿੱਥੇ ਮਾਂ ਲక్ష్ਮੀ ਬੜੇ ਪਿਆਰ ਤੇ ਸਤਿਕਾਰ ਨਾਲ ਉਹਨਾਂ ਦੇ ਸਾਹਮਣੇ ਪ੍ਰਸ਼ਾਦੇ ਪਾਣੀ ਨੂੰ ਪਰੋਸ ਕੇ ਉਹਨਾਂ ਦੇ ਸਾਹਮਣੇ ਅੱਗੇ ਲੈ ਕੇ ਆਉਂਦੀ ਹੈ। 9 ਪੋਹ ਦੀ ਰਾਤ ਕਲਗੀਧਰ ਪਾਤਸ਼ਾਹ ਜੀ ਦੇ ਫਰਜ਼ੰਦ ਗੰਗੂ ਪਾਪੀ ਦੇ ਘਰ ਵਿੱਚ ਠਹਿਰਦੇ ਨੇ, ਜਿੱਥੇ ਉਹਦੇ ਮਨ ਵਿੱਚ ਮਾਇਆ ਦਾ ਲਾਲਚ ਆਉਂਦਾ ਹੈ। ਤੇ ਮਰਿੰਡੇ ਦੀ ਕੋਤਵਾਲੀ ਵਿੱਚ ਜਾ ਕੇ ਜਾਨੀ ਖਾਂ ਤੇ ਮਾਨੀ ਖਾਂ, 2 ਉੱਥੋਂ ਦੇ ਚੌਧਰੀ ਸਨ, ਉਹਨਾਂ ਨੂੰ ਜਾ ਕੇ ਦੱਸਦਾ ਗੁਰੂ ਕੇ ਲਾਲ ਮੇਰੇ ਘਰੇ ਨੇ, ਤੁਸੀਂ ਫੜ ਕੇ ਲੈ ਜਾਓ। ਅਗਲੀ ਰਾਤ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦੇ ਮਰਿੰਡੇ ਦੀ ਕੋਤਵਾਲੀ ਵਿੱਚ ਰਹਿੰਦੇ ਨੇ। ਉਸ ਤੋਂ ਬਾਅਦ ਦੋਵੇਂ ਭਰਾ ਜਾ ਕੇ ਸਰਹੰਦ ਦੇ ਸੂਬੇਦਾਰ ਨੂੰ ਦੱਸਦੇ ਨੇ, ਕਲਗੀਧਰ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨੂੰ ਅਸੀਂ ਆਪਣੀ ਕੈਦ ਵਿੱਚ ਪਾਇਆ ਹੋਇਆ, ਆਖੋ ਤੇ ਸਰਹੰਦ ਭੇਜ ਦਿੰਦੇ ਹਾਂ। ਵਜ਼ੀਰ ਖਾਨ ਇਸ ਗੱਲ ਨੂੰ ਸੁਣ ਕੇ ਮਨ ਵਿੱਚ ਬੜਾ ਖੁਸ਼ ਹੁੰਦਾ ਹੈ। ਜਾਨੀ ਖਾਂ ਤੇ ਮਾਨੀ ਖਾਂ ਦੇ ਨਾਲ ਉਹਨੇ ਕੁਝ ਗੱਡੇ ਤਿਆਰ ਕੀਤੇ। ਉਹਨਾਂ ਗੱਡਿਆਂ ਤੇ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੀ ਧਰਤੀ ਤੇ ਲਿਜਾਇਆ ਗਿਆ। 11 ਤੇ 12 ਪੋਹ ਦੀ ਰਾਤ ਕਲਗੀਧਰ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਸਰਹੰਦ ਦੇ ਉਸ ਠੰਡੇ ਬੁਰਜ ਵਿੱਚ ਰਾਤ ਕੱਟਦੇ ਨੇ। ਠੰਡੇ ਬੁਰਜ ਵਿੱਚ 2 ਦਿਨ ਦੀਆਂ ਪੇਸ਼ੀਆਂ ਪੈਂਦੀਆਂ ਨੇ। ਉਹਨਾਂ 2 ਦਿਨਾਂ ਦੀਆਂ ਪੇਸ਼ੀਆਂ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਅੱਜ 13 ਪੋਹ ਵਾਲੇ ਦਿਨ ਸ਼ਹਾਦਤ ਦਾ ਜਾਮ ਪਿਆਇਆ ਜਾਂਦਾ ਹੈ। ਤੇ ਇਹ ਜਿਹੜਾ ਸਾਕਾ ਜਿਹੜਾ ਬਿਰਤਾਂਤ ਹੈ, ਇਹ ਬੜਾ ਅਨੋਖਾ ਹੈ, ਬੜਾ ਲਾਸਾਨੀ ਹੈ।
ਕਵੀ ਅੱਲਾ ਹਜ਼ਾਰ ਖਾਂ ਜੋਗੀ ਲਿਖਦਾ ਹੈ, ਮਾਤਾ ਗੁਜਰ ਕੌਰ ਆਪਣੇ ਸਾਹਿਬਜ਼ਾਦਿਆਂ ਨੂੰ ਸਵੇਰ ਦੇ ਸਮੇਂ ਤਿਆਰ ਕਰਦੀ ਹੈ ਤੇ ਤਿਆਰ ਕਰਨ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਇੱਕ ਵਾਰ ਫਿਰ ਵਜ਼ੀਰ ਖਾਨ ਦੇ ਦਰਬਾਰ ਵਿੱਚ ਕਚਹਿਰੀ ਲੱਗਦੀ ਹੈ ਤੇ ਪੇਸ਼ ਕੀਤਾ ਜਾਂਦਾ ਹੈ। ਇੱਕ ਵਾਰ ਫਿਰ ਆਖਿਆ ਜਾਂਦਾ ਹੈ, ਮੰਨ ਜਾਓ ਨਹੀਂ ਤੇ ਤੁਹਾਨੂੰ ਅੱਜ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ, ਮੰਨ ਜਾਓ। ਸਾਹਿਬਜ਼ਾਦੇ ਬੜੀ ਦ੍ਰਿੜਤਾ ਦੇ ਨਾਲ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਜਵਾਬ ਦਿੰਦੇ ਨੇ, ਜੇ ਅੱਜ ਅਸੀਂ ਮੁਸਲਮਾਨ ਬਣਨਾ ਮੰਨ ਗਏ, ਇਸਲਾਮ ਨੂੰ ਪ੍ਰਵਾਨ ਕਰ ਲਿਆ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਲਾਏ ਹੋਏ ਧਰਮ ਦੀ ਹਾਨੀ ਹੋ ਜਾਏਗੀ। ਵੇਖੋ ਕਿੰਨਾ ਫਿਕਰ ਹੈ ਉਹਨਾਂ ਨੂੰ ਧਰਮ ਦਾ। ਅੱਜ ਦੇ ਨੌਜਵਾਨਾਂ, ਤੈਨੂੰ ਕਿਉਂ ਨਹੀਂ ਫਿਕਰ ਆਉਂਦਾ ਜਦੋਂ ਤੂੰ ਨਾਈ ਦੀ ਦੁਕਾਨ ਤੇ ਜਾ ਕੇ ਆਪਣੇ ਕੇਸ ਕਤਲ ਕਰਵਾਉਣਾ? ਤੈਨੂੰ ਕਿਉਂ ਨਹੀਂ ਫਿਕਰ ਆਉਂਦਾ ਸਾਹਿਬਜ਼ਾਦਿਆਂ ਦਾ? ਕਦੀ ਸੋਚ ਕੇ ਵੇਖੋ, ਕਿਉਂਕਿ ਇਤਿਹਾਸ ਦਾ ਮਤਲਬ ਹੀ ਇਹ ਹੁੰਦਾ ਹੈ ਆਪਣੇ ਅੰਦਰ ਦਾ ਲੇਖਾ ਜੋਖਾ ਕਰਨਾ, ਵੀ ਅਸੀਂ ਕਿੱਥੇ ਖਲੋਤੇ ਹੋਏ ਹਾਂ ਤੇ ਉਹਨਾਂ ਦਾ ਜੀਵਨ ਕਿੱਥੇ ਸੀ। ਇਹੀ ਮਤਲਬ ਹੁੰਦਾ ਹੈ ਨਾ ਇਤਿਹਾਸ ਦਾ। ਉਹਨਾਂ ਦਾ ਜੀਵਨ ਕਿੱਥੇ ਸੀ, ਕਿੰਨਾ ਫਿਕਰ ਹੈ ਉਹਨਾਂ ਨੂੰ, ਆਪਣੇ ਦਾਦੇ ਦਾ ਕਿੰਨਾ ਫਿਕਰ ਹੈ, ਆਪਣੇ ਪਿਤਾ ਦਾ ਕਿੰਨਾ ਫਿਕਰ ਹੈ, ਆਪਣੇ ਪੜਦਾਦੇ ਦਾ ਕਿੰਨਾ ਫਿਕਰ ਹੈ। ਉਹ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਖਲੋਤੇ ਹੋਏ ਵੀ ਇਹ ਬੋਲ ਆਖਦੇ ਨੇ, ਜੇ ਅੱਜ ਅਸੀਂ ਇਸਲਾਮ ਨੂੰ ਪ੍ਰਵਾਨ ਕਰ ਲਿਆ ਤੇ ਗੁਰੂ ਨਾਨਕ ਦੇ ਚਲਾਏ ਹੋਏ ਧਰਮ ਦੀ ਹਾਨੀ ਹੋ ਜਾਏਗੀ। ਤੇ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਸਾਹਿਬਜ਼ਾਦਿਆਂ ਦੇ ਵੱਲੋਂ ਇਹ ਬੋਲ ਆਖੇ ਜਾਂਦੇ ਨੇ, ਖਾਲਸਾ ਕਿਸੇ ਦੀ ਈਨ ਨਹੀਂ ਮੰਨਦਾ, ਖਾਲਸਾ ਤਾਂ ਪੈਦਾ ਹੀ ਜ਼ੁਲਮ ਦੀ ਜੜ ਨੂੰ ਪੁੱਟਣ ਵਾਸਤੇ ਹੋਇਆ। ਖਾਲਸਾ ਈਨ ਨਹੀਂ ਮੰਨਦਾ ਕਿਸੇ ਦੀ, ਖਾਲਸੇ ਨੇ ਜ਼ੁਲਮ ਦੀ ਜੜ ਇਸ ਧਰਤੀ ਤੋਂ ਪੁੱਟਣੀ ਹੈ। ਖਾਲਸਾ ਪੈਦਾ ਹੀ ਇਸ ਕਰਕੇ ਹੋਇਆ। ਸਾਨੂੰ ਤਾਂ ਸ਼ਹਿਨਸ਼ਾਹ ਨੇ ਆਪ ਇਸ ਧਰਤੀ ਤੇ ਭੇਜਿਆ। ਸਾਹਿਬਜ਼ਾਦਿਆਂ ਦੇ ਬੋਲ ਸੁਣ ਕੇ ਵਜ਼ੀਰ ਖਾਨ ਅੰਦਰੋਂ ਗੁੱਸੇ ਨਾਲ ਭਰਿਆ ਪੀਤਾ ਜਲਾਦਾਂ ਨੂੰ ਕਹਿੰਦਾ ਹੈ, ਜਾਓ ਜਾ ਕੇ ਇਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਦਿਓ। ਤੇ ਗੁਰਪ੍ਰਣਾਲੀਆਂ ਕਿਤਾਬ ਹੈ ਜਿਹਦੇ ਵਿੱਚ ਗੁਰੂ ਜੀ ਦੇ ਪਰਿਵਾਰ ਦੇ ਸਮੁੱਚੇ ਉਸ ਲੇਖੇ ਜੋਖੇ ਨੂੰ ਬਿਆਨ ਕੀਤਾ ਗਿਆ ਹੈ। ਉਸ ਕਿਤਾਬ ਦੇ ਵਿੱਚ ਲਗਭਗ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦਾ ਸਮਾਂ 10:45 ਦਾ ਉਹਨਾਂ ਨੇ ਜ਼ਿਕਰ ਕੀਤਾ ਹੈ। ਕਵੀ ਅੱਲਾ ਹਜ਼ਾਰ ਖਾਂ ਜੋਗੀ ਲਿਖਦਾ ਹੈ, ਸੁੱਚਾ ਨੰਦ ਜਲਾਦਾਂ ਨੂੰ ਹੁਕਮ ਦਿੰਦਾ ਹੈ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਏ। ਅੱਜ ਸਰਹੰਦ ਦਾ ਮਾਹੌਲ ਬਿਲਕੁਲ ਵੱਖਰਾ ਹੈ। 2 ਦਿਨ ਲੋਕਾਂ ਦੇ ਕੰਨਾਂ ਵਿੱਚ ਆਵਾਜ਼ਾਂ ਪੈਂਦੀਆਂ ਰਹੀਆਂ, ਬੱਚਿਆਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਹੈ, ਪਰ ਸੂਬੇ ਸਰਹੰਦ ਦੀ ਬੱਚਿਆਂ ਨੇ ਇੱਕ ਨਹੀਂ ਮੰਨੀ। ਤੁਸੀਂ ਅੰਦਾਜ਼ਾ ਲਾਓ ਕਿੱਦਾਂ ਦਾ ਮਾਹੌਲ ਹੋਏਗਾ। 750 ਸਾਲ ਦੀ ਮੁਗਲ ਹਕੂਮਤ ਹੈ, ਕਿੰਨਾ ਹੰਕਾਰ ਅੱਜ ਉਹਨਾਂ ਦੇ ਸਿਰ ਨੂੰ ਚੜਿਆ ਹੋਇਆ। 750 ਸਾਲ ਦੀ ਮੁਗਲ ਹਕੂਮਤ ਨੇ 7 ਤੇ 9 ਸਾਲ ਦੇ ਬੱਚਿਆਂ ਨੂੰ ਆਪਣੇ ਧਰਮ ਤੋਂ ਡੇਗਣ ਦੇ ਵਾਸਤੇ ਹੱਦ ਦਰਜੇ ਦਾ ਜ਼ੋਰ ਲਾ ਲਿਆ, ਪਰ 750 ਸਾਲ ਦੀ ਮੁਗਲ ਹਕੂਮਤ ਵੀ ਆਪਣੇ ਭੈੜੇ ਮਨਸੂਬਿਆਂ ਦੇ ਵਿੱਚ ਕਾਮਯਾਬ ਨਾ ਹੋ ਸਕੀ। ਕਿੱਡੀ ਵੱਡੀ ਸਲਤਨਤ ਹੈ ਸਰਹੰਦ ਦੀ, ਕਿੰਨੇ ਉੱਥੇ ਕਾਜੀ ਬੈਠੇ ਹੋਏ ਹੋਣਗੇ, ਕਿੰਨੇ ਉੱਥੇ ਦਰਬਾਰੀ ਬੈਠੇ ਹੋਏ। 2 ਦਿਨ ਤੋਂ ਸਰਹੰਦ ਦੇ ਵਿੱਚ ਲਗਾਤਾਰ ਸਾਹਿਬਜ਼ਾਦਿਆਂ ਦੇ ਬਾਰੇ ਚਰਚਾ ਚੱਲ ਰਹੀ ਸੀ। ਵਜ਼ੀਰ ਖਾਨ ਦੀ ਨਹੀਂ ਮੰਨੀ ਤੇ ਸ਼ਹੀਦ ਕਰ ਦਿੱਤਾ ਜਾਏਗਾ। ਅੱਜ ਉਹ ਵਕਤ ਆ ਗਿਆ, 13 ਪੋਹ ਦਾ ਦਿਨ, ਅੱਜ ਉਹ ਵਕਤ ਆ ਗਿਆ, ਅੱਜ ਉਹ ਘੜੀ ਆ ਗਈ। ਸਰਹੰਦ ਸ਼ਹਿਰ ਦੇ ਵੱਡੇ ਵੱਡੇ ਰਈਸ, ਵੱਡੇ ਵੱਡੇ ਧਨਾੜ ਲੋਕ ਸਾਰੇ ਇਸ ਸ਼ਹੀਦੀ ਸਾਕੇ ਨੂੰ ਵੇਖਣ ਦੇ ਵਾਸਤੇ ਅੱਜ ਉਸ ਥਾਂ ਤੇ ਇਕੱਠੇ ਹੋਏ ਨੇ ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾਣਾ। ਅੱਜ ਉਸ ਥਾਂ ਤੇ ਇਕੱਠੇ ਹੋਏ ਨੇ ਤੇ ਇਤਿਹਾਸ ਦੱਸਦਾ ਹੈ ਆਲੇ ਦੁਆਲੇ ਤੋਂ ਬਹੁਤ ਸਾਰੇ ਲੋਕ ਇਸ ਬਿਰਤਾਂਤ ਨੂੰ ਵੇਖ ਰਹੇ ਨੇ, ਮਨ ਵਿੱਚ ਚਾਹੁੰਦੇ ਨੇ ਵੀ ਇਹ ਇਸ ਤਰ੍ਹਾਂ ਨਾ ਵਾਪਰੇ, ਮਨ ਵਿੱਚ ਦਰਦ ਹੈ, ਪਰ 750 ਸਾਲ ਦੀ ਮੁਗਲ ਹਕੂਮਤ ਦੇ ਸਾਹਮਣੇ ਕੌਣ ਬੋਲਣ ਦੀ ਹਿੰਮਤ ਕਰ ਸਕਦਾ ਸੀ। ਬਾਬਾ ਮੋਤੀ ਰਾਮ ਮਹਿਰੇ ਵਰਗਾ ਕਿਤੇ ਘਰ ਘਰ ਮਾਵਾਂ ਪੁੱਤ ਜੰਮਦੀਆਂ ਨੇ। ਬਾਬਾ ਮੋਤੀ ਰਾਮ ਮਹਿਰੇ ਦਾ ਪੁੱਤ ਨਰੈਣਾ, ਉਹਨੂੰ ਵੀ ਕੋਲੂ ਵਿੱਚ ਪੀੜ ਦਿੱਤਾ। ਮਾਂ ਲੱਧੋ, ਉਹਨੂੰ ਵੀ ਕੋਲੂ ਵਿੱਚ ਪੀੜ ਦਿੱਤਾ। ਉਹਨਾਂ ਦੀ ਪਤਨੀ ਦਾ ਨਾਮ ਸੀ ਭੋਲੀ, ਉਹਨੂੰ ਵੀ ਕੋਲੂ ਵਿੱਚ ਪੀੜ ਦਿੱਤਾ। ਕੋਈ ਸਾਹਸ ਨਹੀਂ ਕਰਦਾ ਅੱਜ ਸਰਹੰਦ ਦੀ। ਅੰਦਰੋਂ ਸਾਰੇ ਚਾਹੁੰਦੇ ਨੇ ਨਾ ਹੋਵੇ ਅੱਜ ਇਸ ਤਰੀਕੇ ਨਾਲ, ਪਰ ਸਾਰੇ ਦਰਦ ਭਰੇ ਮਨ ਦੇ ਨਾਲ ਅੱਜ ਉਸ ਥਾਂ ਤੇ ਇਕੱਠੇ ਹੋਏ ਨੇ। ਸਰਹੰਦ ਦੇ ਵੱਡੇ ਵੱਡੇ ਅਮੀਰ ਧਨਾੜ ਲੋਕ, ਜਿਨ੍ਹਾਂ ਨੇ ਲੋਕਾਂ ਨੂੰ ਮਾਰ ਕੇ ਬੜੀਆਂ ਵੱਡੀਆਂ ਜਾਇਦਾਦਾਂ, ਬੜੀਆਂ ਵੱਡੀਆਂ ਆਪਣੀਆਂ ਸਲਤਨਤਾਂ ਸਰਹੰਦ ਸ਼ਹਿਰ ਦੇ ਵਿੱਚ ਖੜੀਆਂ ਕੀਤੀਆਂ, ਸਾਰੇ ਅੱਜ ਇੱਕ ਥਾਂ ਤੇ ਇਕੱਠੇ ਹੋਏ ਨੇ। ਅੱਜ ਦੇ ਦਿਨ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਜਾਣਾ ਹੈ। ਅੱਜ ਦੇ ਦਿਨ ਉਹਨਾਂ ਨੂੰ ਨੀਹਾਂ ਵਿੱਚ ਚਿਣਿਆ ਜਾਣਾ। ਕਾਜੀ ਲਾਗੇ ਖਲੋਤਾ ਹੋਇਆ, ਹੱਥ ਵਿੱਚ ਕਾਜੀ ਨੇ ਫਤਵਾ ਲਿਆ ਹੋਇਆ
ਤੇ ਉਸ ਰੁਕੇ ਨੂੰ ਖੋਲ ਕੇ ਕਾਜੀ ਹੱਥ ਵਿੱਚ ਲਿਖੇ ਹੋਏ ਫਤਵੇ ਨੂੰ ਪੜ੍ਹਦਾ, ਕਹਿੰਦਾ ਇਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਦੋਵਾਂ ਨੂੰ ਸ਼ਹੀਦ ਕਰ ਦਿੱਤਾ ਜਾਏ, ਮਾਰ ਦਿੱਤਾ ਜਾਏ ਇਹਨਾਂ ਨੂੰ ਨੀਹਾਂ ਦੇ ਵਿੱਚ ਚਿਣ ਕੇ। ਕਾਜੀ ਨੇ ਅੱਜ ਦੇ ਦਿਨ ਫਤਵਾ ਪੜ੍ਹਿਆ ਤੇ ਸਮਾਣੇ ਦੇ ਰਹਿਣ ਵਾਲੇ ਦੋ ਜਲਾਦ ਸਨ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਮਿਲਦਾ ਹੈ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ। ਸਮਾਣੇ ਦੇ ਰਹਿਣ ਵਾਲੇ ਸਨ ਦੋਵੇਂ। ਜੱਦੀ ਪੁਸ਼ਟੀ ਉਹ ਦੋਵੇਂ ਜਲਾਦ ਕਿੱਤੇ ਦਾ, ਇਹ ਵੀ ਇੱਕ ਕਿੱਤਾ ਹੁੰਦਾ ਇੱਕ ਤਰ੍ਹਾਂ ਦੇ ਨਾਲ, ਕਿਸੇ ਨੂੰ ਮਾਰਨਾ, ਕਿਸੇ ਨੂੰ ਤਸੀਹਾ ਦੇਣਾ, ਇਹ ਵੀ ਉਹਨਾਂ ਦੀ ਪੀੜ੍ਹੀ ਦਰ ਪੀੜ੍ਹੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਨ ਪਈਆਂ ਹੋਈਆਂ ਸਨ। ਤੇ ਜਲਾਦ ਸਾਹਿਬਜ਼ਾਦਿਆਂ ਨੂੰ ਕਹਿਣ ਲੱਗੇ, ਕਹਿੰਦੀ ਅਸੀਂ ਜੱਦੀ ਪੁਸ਼ਟੀ ਜਲਾਦ ਆ, ਮੰਨ ਜਾਓ ਅਜੇ ਵੀ, ਸਾਡਾ ਤਾਂ ਜੱਦੀ ਪੁਸ਼ਟੀ ਕੰਮ ਹੀ ਇਹੋ ਤੁਰਿਆ ਆਉਂਦਾ ਹੈ। ਅਸੀਂ ਤੁਹਾਡੇ ਦਾਦੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਸੀ। ਤੇ ਸਾਧ ਸੰਗਤ ਕਦੀ ਇਤਿਹਾਸ ਪੜ੍ਹ ਕੇ ਵੇਖਿਓ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦ ਕਰਨ ਵਾਲੇ ਜਲਾਦ ਦਾ ਨਾਮ ਸੀ ਜਲਾਲੂਦੀਨ, ਤੇ ਉਹ ਵੀ ਸਮਾਣੇ ਦਾ ਰਹਿਣ ਵਾਲਾ ਸੀ। ਤੇ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ, ਇਹ ਵੀ ਦੋਵੇਂ ਜਲਾਦ ਸਮਾਣੇ ਦੇ ਰਹਿਣ ਵਾਲੇ ਸਨ। ਜੱਦੀ ਪੁਸ਼ਟੀ ਕੰਮ ਸੀ ਇਹਨਾਂ ਦੇ ਪਰਿਵਾਰ ਦਾ, ਲੋਕਾਂ ਨੂੰ ਮਾਰਨਾ, ਤਸੀਹੇ ਦੇ ਕੇ ਸ਼ਹੀਦ ਕਰਨਾ, ਜੱਦੀ ਪੁਸ਼ਟੀ ਕੰਮ ਸੀ ਇਹਨਾਂ ਦਾ। ਤੇ ਜਲਾਦਾਂ ਨੇ ਕਿਹਾ ਮੰਨ ਜਾਓ, ਸਾਡਾ ਕੰਮ ਹੈ, ਅਸੀਂ ਤੁਹਾਨੂੰ ਮੌਤ ਦੇ ਘਾਟ ਉਤਾਰ ਦੇਵਾਂਗੇ, ਇੱਕ ਵਾਰ ਤੁਸੀਂ ਕਹਿ ਦਿਓ ਅਸੀਂ ਆਪਣੇ ਦੀਨ ਨੂੰ ਛੱਡ ਦਿੱਤਾ, ਅਸੀਂ ਆਪਣੇ ਧਰਮ ਨੂੰ ਛੱਡ ਦਿੱਤਾ। ਤੇ ਬਾਬਾ ਜ਼ੋਰਾਵਰ ਸਿੰਘ ਨੇ ਪਤਾ ਕੀ ਕਚਹਿਰੀ ਦੇ ਵਿੱਚ ਜਵਾਬ ਦਿੱਤਾ? ਬਾਬਾ ਜ਼ੋਰਾਵਰ ਸਿੰਘ ਕਹਿੰਦੇ ਤੁਹਾਡਾ ਜੱਦੀ ਪੁਸ਼ਟੀ ਕੰਮ ਹੈ ਲੋਕਾਂ ਨੂੰ ਮਾਰਨਾ, ਤੇ ਸਾਡਾ ਵੀ ਜੱਦੀ ਪੁਸ਼ਟੀ ਕੰਮ ਹੈ, ਤੁਸੀਂ ਪੜ੍ਹ ਕੇ ਵੇਖ ਲਓ ਸਾਡੇ ਦਾਦੇ ਦਾ ਇਤਿਹਾਸ, ਪੜ੍ਹ ਕੇ ਵੇਖ ਲਓ ਸਾਡੇ ਪਿਤਾ ਦਾ ਇਤਿਹਾਸ, ਪੜ੍ਹ ਕੇ ਵੇਖ ਲਓ ਸਾਡੇ ਪੜਦਾਦੇ ਦਾ ਇਤਿਹਾਸ। ਅਸੀਂ ਵੀ ਸ਼ਹੀਦਾਂ ਦੀਆਂ ਕਤਾਰਾਂ ਵਿੱਚ ਹਮੇਸ਼ਾ ਮੂਹਰਲੀ ਸਫਾ ਦੇ ਵਿੱਚ ਰੋਲ ਅਦਾ ਕੀਤਾ। ਤੁਹਾਡਾ ਕੰਮ ਹੈ ਲੋਕਾਂ ਨੂੰ ਤਸੀਹੇ ਦੇਣੇ, ਤੇ ਸਾਡਾ ਕੰਮ ਵੀ ਸ਼ਹੀਦ ਹੋਣਾ ਹੈ। ਜੇ ਤੁਸੀਂ ਜੱਦੀ ਪੁਸ਼ਟੀ ਜਲਾ ਦਿਓ ਤੇ ਅਸੀਂ ਵੀ ਜੱਦੀ ਪੁਸ਼ਟੀ ਸ਼ਹੀਦ ਹਾਂ। ਸਾਡੇ ਦਾਦੇ ਨੇ ਵੀ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹੀਦੀ ਦਾ ਜਾਮ ਪੀਤਾ ਹੈ। ਤੁਸੀਂ ਆਪਣਾ ਕੰਮ ਕਰੋ, ਅਸੀਂ ਆਪਣਾ ਕੰਮ ਕਰਾਂਗੇ। ਤੁਹਾਨੂੰ ਤੁਹਾਡਾ ਕੰਮ ਮੁਬਾਰਕ ਹੈ, ਸਾਨੂੰ ਸਾਡਾ ਧਰਮ ਮੁਬਾਰਕ ਹੈ। ਤੁਸੀਂ ਆਪਣਾ ਕੰਮ ਕਰੋ, ਅੱਜ ਅਸੀਂ ਆਪਣਾ ਧਰਮ ਨਿਭਾਵਾਂਗੇ। ਸਾਰੇ ਲੋਕ ਸਰਹੰਦ ਦੀ ਧਰਤੀ ਤੇ ਇਸ ਸਮੁੱਚੇ ਬਿਰਤਾਂਤ ਨੂੰ ਆਸੇ ਪਾਸੇ ਤੋਂ ਤੱਕ ਰਹੇ ਨੇ। ਜਲਾਦ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਖਿਲਾਰਿਆ ਤੇ ਹੌਲੀ ਹੌਲੀ ਕੰਧ ਦੀ ਉਸਾਰੀ ਸ਼ੁਰੂ ਕਰ ਦਿੱਤੀ। ਤੇ ਕਵੀ ਅੱਲਾ ਜਾਰਖਾਂ ਜੋਗੀ ਇਸ ਸਮੁੱਚੇ ਬਿਰਤਾਂਤ ਨੂੰ ਜਦੋਂ ਆਪਣੀਆਂ ਅੱਖਾਂ ਦੇ ਨਾਲ, ਆਪਣੀਆਂ ਸੁਰਤ ਦੀਆਂ ਉਡਾਰੀਆਂ ਦੇ ਨਾਲ ਸੋਚਦਾ ਹੈ, ਉਸ ਸਮੁੱਚੇ ਬਿਰਤਾਂਤ ਨੂੰ ਵੇਖਦਾ ਹੈ, ਤੇ ਬੜੇ ਪਿਆਰੇ ਬੋਲ ਉਹਨੇ ਲਿਖੇ। ਕਹਿੰਦਾ दीवार के दबाव से जब हबस दम हुआ, ज्यों ज्यों दीवार उपर नूं जलाद इट्टां रखते जाते ने, नीआं चिणियां जा रही ने, ते बच्चियां दा जिहड़ा साह लैना है वो थोड़ा जिहा औखा हो रहा। वैसे मैं शब्द बच्चे ना वरतां, बाबे वरतां, क्योंकि वो बच्चे नहीं सन, वो बाबे सन, बड़े सियाणे सन। बाबा जोरावर सिंह ਤੇ ਬਾਬਾ ਫਤਿਹ ਸਿੰਘ ਦਾ ਉਹਨਾਂ ਨੀਆਂ ਦੇ ਵਿੱਚ ਸਾਹ ਲੈਣਾ ਔਖਾ ਹੋ ਰਿਹਾ ਹੈ। ਤੇ ਅੱਲਾ ਜਾਰਖਾਂ ਜੋਗੀ ਲਿਖਦਾ, ਕਹਿੰਦਾ ਦੀਵਾਰ ਕੇ ਦਬਾਓ ਸੇ ਜਬ ਹਬਸ ਦਮ ਹੁਆ, ਜਦੋਂ ਉਹਨਾਂ ਦਾ ਦਮ ਥੋੜਾ ਜਿਹਾ ਦੀਵਾਰ ਦੇ ਦਬਾਅ ਦੇ ਨਾਲ ਘੁੱਟਣ ਲੱਗਾ, ਸਾਹ ਲੈਣ ਦੇ ਵਿੱਚ ਉਹਨਾਂ ਨੂੰ ਥੋੜੀ ਜਿਹੀ ਤਕਲੀਫ ਹੋਣ ਲੱਗੀ। ਅੱਗੇ ਲਿਖਦਾ, ਕਹਿੰਦਾ ਦੌਰਾਨ ਖੂਨ ਰੁਕਨੇ ਲਗਾ ਸਾਂਸ ਕਮ ਹੁਆ, ਜਿਹੜਾ ਨਾੜਾਂ ਦੇ ਵਿੱਚ ਚੱਲਦਾ ਖੂਨ ਹੈ ਨਾ, ਇਹ ਹੌਲੀ ਹੌਲੀ ਰੁਕਣ ਲੱਗ ਪਿਆ ਤੇ ਉਹਨਾਂ ਦਾ ਸਾਹ ਲੈਣਾ ਥੋੜਾ ਜਿਹਾ ਮੁਸ਼ਕਲ ਹੋ ਗਿਆ। ਅੱਗੇ ਲਿਖਦਾ, ਕਹਿੰਦਾ ਫਰਮਾਏ ਦੋਵੇਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੋਵੇਂ ਕਹਿਣ ਲੱਗੇ, ਹਮ ਪੇ ਬੇਜ਼ਾਹਰ ਸਿਤਮ ਹੁਆ, ਸਾਡੇ ਤੇ ਅੱਜ ਬੜਾ ਵੱਡਾ ਤਸ਼ੱਦਦ ਅੱਜ ਜ਼ਾਲਮਾਂ ਨੇ ਢਾਉਣਾ ਹੈ, ਬੜਾ ਵੱਡਾ ਕਹਿਰ ਅੱਜ ਸਾਡੇ ਤੇ ਵਰਤਣ ਜਾ ਰਿਹਾ ਹੈ। ਕਿਉਂਕਿ ਸਰਹੰਦ ਦੇ ਲੋਕ ਸਾਰੇ ਇਸ ਬਿਰਤਾਂਤ ਨੂੰ ਅੱਡੀਆਂ ਚੁੱਕ ਚੁੱਕ ਕੇ ਵੇਖ ਰਹੇ ਸਨ। ਕਲਗੀਧਰ ਦੇ ਲਾਲਾ ਨੂੰ ਅੱਜ ਸਰਹੰਦ ਦੀ ਧਰਤੀ ਤੇ ਸ਼ਹੀਦ ਕੀਤਾ ਜਾਣਾ। ਵੇਖਦੇ ਹਾਂ ਇਹਨਾਂ ਦੀ ਸ਼ਹੀਦੀ ਤੋਂ ਬਾਅਦ ਸਾਡੇ ਕੋਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਚੱਲ ਕੇ ਆਉਂਦੇ ਨੇ ਕਿ ਨਹੀਂ। ਤੇ ਵਜ਼ੀਰ ਖਾਂ ਤੇ ਇਸਤਾਕ ਦੇ ਵਿੱਚ ਸੀ ਵੀ ਬੱਚਿਆਂ ਨੂੰ ਸ਼ਹੀਦ ਕਰ ਦਿਓ, ਸਿੱਖਾਂ ਦਾ ਗੁਰੂ ਆਪ ਚੱਲ ਕੇ ਸਾਡੇ ਕੋਲ ਆਏਗਾ। ਪਰ ਉਹ ਨਹੀਂ ਸੀ ਜਾਣਦਾ ਇਹਨਾਂ ਦਾ ਇਤਿਹਾਸ, ਨਹੀਂ ਸੀ ਜਾਣਦਾ ਇਹਨਾਂ ਦੀ ਕੌਮ ਨੂੰ, ਕਿਉਂਕਿ ਖਾਲਸਾ ਤਾਂ ਪੈਦਾ ਹੀ ਇਸ ਧਰਤੀ ਤੇ ਜ਼ੁਲਮ ਦੀ ਜੜ ਪੁੱਟਣ ਦੇ ਵਾਸਤੇ ਹੋਇਆ ਹੈ।
ਜਿਹੜੀ ਮੈਂ ਆਰੰਭ ਦੇ ਵਿੱਚ ਬੇਨਤੀ ਕੀਤੀ ਸੀ, ਦਿੱਲੀ ਜਿਹੜਾ ਮੋਰਚਾ ਪੰਜਾਬ ਦੇ ਲੋਕਾਂ ਵੱਲੋਂ, ਖਾਲਸੇ ਦੇ ਵੱਲੋਂ ਲਾਇਆ ਗਿਆ, ਉਹ ਇਕੱਲਾ ਪੰਜਾਬ ਦੀ ਖਾਤਰ ਨਹੀਂ ਸੀ, ਪੂਰੇ ਦੇਸ਼ ਨੂੰ ਉਹਨਾਂ ਚੀਜ਼ਾਂ ਦਾ ਨੁਕਸਾਨ ਸੀ। ਪਰ ਪੂਰੇ ਦੇਸ਼ ਦਾ ਮੋਹਰੀ ਰੋਲ ਜੇ ਕਿਸੇ ਨੇ ਅਦਾ ਕੀਤਾ ਤੇ ਪੰਜਾਬ ਦੇ ਲੋਕਾਂ ਨੇ ਕੀਤਾ, ਤੇ ਇਹਦੀ ਗੁੜਤੀ ਸਾਨੂੰ ਗੁਰੂ ਨਾਨਕ ਦੇ ਘਰ ਨੇ ਦਿੱਤੀ ਹੈ। ਇਹ ਇਤਿਹਾਸ ਹੈ ਸਾਡਾ, ਸਾਨੂੰ ਮਾਣ ਹੈ ਇਸ ਇਤਿਹਾਸ ਤੇ। ਕਵੀ ਅੱਲਾ ਯਾਰ ਖਾਂ ਜੋਗੀ ਲਿਖਦਾ, ਕਹਿੰਦਾ ਬਾਤਨ ਮੈਂ ਪੰਥ ਪਰ ਜੇ ਖੁਦਾ ਕਾ ਕਰਮ ਹੁਆ। ਕਹਿੰਦਾ ਦੋਵੇਂ ਜਾਣੇ ਗੱਲਾਂ ਬਾਤਾਂ ਕਰਦੇ ਨੇ, ਕਿੱਡੀ ਵੱਡੀ ਬਖਸ਼ਿਸ਼ ਅੱਜ ਸਾਡੇ ਤੇ ਵਾਪਰਨ ਜਾ ਰਹੀ ਹੈ, ਕਿੱਡਾ ਵੱਡਾ ਨਾਮਣਾ ਅੱਜ ਪੰਥ ਨੇ ਸਾਨੂੰ ਦੇਣਾ ਹੈ, ਕਿੱਥੋਂ ਤੱਕ ਉਚਾਈਆਂ ਤੱਕ ਪੰਥ ਨੇ ਅੱਜ ਸਾਨੂੰ ਲੈ ਕੇ ਜਾਣਾ ਹੈ। ਤੇ ਅੱਗੇ ਫਿਰ ਕਵੀ ਅੱਲਾ ਯਾਰ ਖਾਂ ਜੋਗੀ ਲਿਖਦਾ, ਕਹਿੰਦਾ 7 ਸਾਲ ਔਰ ਜੀ ਕੇ ਵੀ ਮਰਨਾ ਜ਼ਰੂਰ ਥਾ। ਦੋਵੇਂ ਬੱਚੇ ਸਰਹੰਦ ਦੀਆਂ ਨੀਹਾਂ ਵਿੱਚ ਖਲੋਤੇ ਨੇ। 7 ਸਾਲ ਦਾ ਮਤਲਬ ਹੁੰਦਾ 100 ਸਾਲ, ਇੱਕ ਨਹੀਂ, ਅੱਧਾ ਨਹੀਂ, 100 ਸਾਲ। ਤੁਹਾਡੇ 'ਚ ਬਹੁਤ ਸਾਰੇ ਐਸੇ ਬਜ਼ੁਰਗ ਬੈਠੇ ਹੋਣਗੇ ਜਿਨ੍ਹਾਂ ਦੀ ਉਮਰ 60-70 ਸਾਲ ਤੋਂ ਉੱਪਰ ਹੈ, ਪਰ ਸਾਹਿਬਜ਼ਾਦੇ ਪਤਾ ਸਰਹੰਦ ਦੀਆਂ ਨੀਹਾਂ ਵਿੱਚ ਕੀ ਕਹਿੰਦੇ ਨੇ? ਕਹਿੰਦਾ 7 ਸਾਲ ਔਰ ਜੀ ਕੇ ਵੀ ਮਰਨਾ ਜ਼ਰੂਰ ਥਾ। ਮਰਦੇ ਫਿਰ ਵੀ ਜਾਣਾ, ਭਾਵੇਂ ਉਮਰ 100 ਸਾਲ ਹੁੰਦੀ। ਤੇ ਅੱਗੇ ਜਿਹੜੀਆਂ ਉਹਨਾਂ ਨੇ ਪੰਕਤੀਆਂ ਵਰਤੀਆਂ ਬੜੀਆਂ ਕਮਾਲ ਦੀਆਂ ਸਨ। ਕਹਿੰਦਾ ਸਰ ਕੌਮ ਸੇ ਬਚਾਨਾ ਜੇ ਗੈਰਤ ਸੇ ਦੂਰ ਥਾ। ਅਸੀਂ ਕੌਮ ਤੋਂ ਭੱਜ ਕੇ ਆਪਣਾ ਸਿਰ ਬਚਾ ਲੈਂਦੇ, ਸਾਡੀ ਗੈਰਤ, ਸਾਡੀ ਜ਼ਮੀਰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ। ਸਾਡੀ ਜ਼ਮੀਰ ਅੰਦਰੋਂ ਸਾਨੂੰ ਇਹ ਆਵਾਜ਼ ਮਾਰਦੀ ਹੈ, 100 ਸਾਲ ਜੀ ਕੇ ਵੀ ਤੇ ਇਸ ਧਰਤੀ ਤੋਂ ਚਲੇ ਜਾਣਾ। ਜੇ ਹੁਣ ਮਾਣ ਦੇ ਨਾਲ, ਫਕਰ ਦੇ ਨਾਲ ਸਿਰ ਉੱਚਾ ਕਰਕੇ ਇਸ ਧਰਤੀ ਤੋਂ ਜਾਵਾਂਗੇ ਤੇ ਦੁਨੀਆ ਸਾਨੂੰ ਯਾਦ ਕਰੇਗੀ, ਸਾਡਾ ਨਾਮ ਇਸ ਦੁਨੀਆ ਤੇ ਰਹੇਗਾ। ਫਿਰ ਅੱਗੇ ਕਵੀ ਅੱਲਾ ਯਾਰ ਖਾਂ ਜੋਗੀ ਲਿਖਦਾ, ਕਹਿੰਦਾ ਸਾਹਿਬਜ਼ਾਦਿਆਂ ਨੇ ਸਰਹੰਦ ਦੀ ਨੀਂਹ ਦੇ ਵਿੱਚੋਂ ਇੱਕ ਖਾਲਸਾ ਪੰਥ ਦੇ ਨਾਂ ਤੇ ਸੁਨੇਹਾ ਲਾਇਆ। ਨੌਜਵਾਨ ਵੀਰੋ ਧਿਆਨ ਨਾਲ ਸੁਣਿਓ, ਸੁਨੇਹਾ ਲਾਇਆ ਬਾਬਿਆਂ ਨੇ ਇੱਕ ਸਾਨੂੰ। ਪਤਾ ਕੀ ਕਹਿੰਦੇ? ਕਹਿੰਦਾ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ। ਅੱਜ ਅਸੀਂ ਆਪਣੀ ਜਾਨ ਦੇ ਕੇ ਬਾਕੀ ਸਮੁੱਚੇ ਖਾਲਸਾ ਪੰਥ ਨੂੰ ਬਚਾ ਚੱਲੇ ਹਾਂ। ਹਮ ਜਾਨ ਦੇ ਕੇ औरों की जाने बचा चले, सिक्खी की नींव हम सरों पे उठा चले। आज सिक्खी ਦੀ ਨੀਂਹ ਅਸੀਂ ਰੱਖ ਦਿੱਤੀ ਹੈ, ਖਾਲਸਾ ਪੰਥ ਨੂੰ ਅੱਜ ਅਸੀਂ ਉੱਚੀਆਂ ਬੁਲੰਦੀਆਂ ਤੱਕ ਲੈ ਗਏ ਹਾਂ। ਠੰਡੇ ਬੁਰਜ ਦੇ 140 ਫੁੱਟ ਉੱਚੇ ਠੰਡੇ ਬੁਰਜ ਦੇ ਵਿੱਚ ਆਪ ਨਹੀਂ ਰਹੇ, ਖਾਲਸਾ ਪੰਥ ਨੂੰ ਵੀ ਇੰਨਾ ਉੱਚਾ ਲੈ ਗਏ। ਇਹ ਵਡਿਆਈ ਹੈ ਸਾਹਿਬਜ਼ਾਦਿਆਂ ਦੀ। ਕਵੀ ਅੱਲਾ ਯਾਰ ਖਾਂ ਜੋਗੀ ਲਿਖਦਾ, ਹਮ ਜਾਨ ਦੇ ਕੇ औरों की जाने बचा चले, सिक्खी की नींव हम हैं सरों पे उठा चले, गुरियाई का किस्सा पूरे जहां में बना चले, ਸਿੰਘੋं की सल्तनत का पौधा लगा चले। ਅੱਜ ਸਿੱਖਾਂ ਦੀ ਸਲਤਨਤ ਦਾ ਪੌਦਾ ਅਸੀਂ ਇਸ ਧਰਤੀ ਤੇ ਲਗਾ ਕੇ ਚੱਲੇ ਹਾਂ। ਯਾਦ ਰੱਖਿਓ ਇਸ ਚੀਜ਼ ਨੂੰ। ਇਸ ਬੂਟੇ ਦੀ ਰਖਵਾਲੀ ਹੁਣ ਤੁਸੀਂ ਕਰਨੀ ਹੈ। ਉਹ ਜਿਹੜਾ ਬੂਟਾ ਸਾਹਿਬਜ਼ਾਦਿਆਂ ਨੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਲਾਇਆ ਸੀ, ਖਾਲਸਾ ਪੰਥ ਜੀ, ਉਸ ਬੂਟੇ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਅੱਜ ਤੁਹਾਡੇ ਹਿੱਸੇ ਹੈ। ਮਾਵਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ, ਜਿਹੜੇ ਬੂਟੇ ਤੁਹਾਡੇ ਘਰਾਂ ਵਿੱਚ ਲਾਏ ਨੇ ਨਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ, ਇਹਨਾਂ ਨੂੰ ਤੁਸੀਂ ਸੰਭਾਲਣਾ। ਬੂਟੇ ਦੀ ਰਖਵਾਲੀ ਅਸੀਂ ਕਰਨੀ ਹੈ। ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚਲੇ। ਤੇ ਅੱਗੇ ਕਵੀ ਅੱਲਾ ਯਾਰ ਖਾਂ ਜੋਗੀ ਕਹਿੰਦਾ, ਸਾਹਿਬਜ਼ਾਦੇ ਕਹਿਣ ਲੱਗੇ, ਗੱਦੀ ਤਾਜੋ ਤਖਤ ਆਬ ਬਸ ਅਬ ਕੌਮ ਪਾਏਗੀ, ਦੁਨੀਆ ਸੇ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗੀ। ਹੁਣ ਦੁਨੀਆ ਤੋਂ ਜ਼ਾਲਮਾਂ ਦਾ ਨਿਸ਼ਾਨ ਮਿਟ ਜਾਣਾ ਹੈ, ਨਹੀਂ ਰਹਿਣਾ ਜ਼ੁਲਮੀ ਰਾਜ ਇਸ ਦੁਨੀਆ ਤੇ। ਸਰਹੰਦ ਦੀ ਸਾਧ ਸੰਗਤ ਉਹ ਧਰਤੀ ਜਿਹੜੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਤੋਂ ਪਹਿਲਾਂ ਅਪਵਿੱਤਰ ਗਿਣੀ ਜਾਂਦੀ ਸੀ, ਐਸਾ ਖੂਨ ਡੁੱਲਿਆ ਸਰਹੰਦ ਦੀ ਧਰਤੀ ਤੇ ਉਹਨਾਂ ਗੁਰੂ ਕੇ ਲਾਲਾਂ ਦਾ। ਸਰਹੰਦ ਦੀ ਉਹ ਧਰਤੀ ਸਦਾ ਵਾਸਤੇ ਪਵਿੱਤਰ ਹੋ ਗਈ। ਤੇ ਪਵਿੱਤਰ ਹੋਣ ਤੋਂ ਬਾਅਦ ਸਰਹੰਦ, ਗੁਰੂ ਮਾਰੀ ਸਰਹੰਦ ਨੂੰ ਢਾਹ ਕੇ ਸਿੱਖਾਂ ਨੇ ਉਹਦਾ ਨਾਮ ਫਤਿਹਗੜ੍ਹ ਸਾਹਿਬ ਰੱਖ ਦਿੱਤਾ। ਸਿੱਖਾਂ ਨੇ ਉਹਦਾ ਨਾਮ ਫਤਿਹਗੜ੍ਹ ਸਾਹਿਬ ਰੱਖ ਦਿੱਤਾ। ਪੜ੍ਹ ਕੇ ਵੇਖੋ ਸਰਹੰਦ ਦੇ ਉਸ ਬਿਰਤਾਂਤ ਤੋਂ ਪਿੱਛੋਂ ਦਾ ਇਤਿਹਾਸ। ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ, ਗੁਰੂ ਮਾਰੀ ਸਰਹੰਦ ਦੇ ਉੱਪਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ। ਸਾਹਿਬਜ਼ਾਦਿਆਂ ਦੇ ਬੋਲ ਸਨ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਚੱਲੇ। ਅਸੀਂ ਇੱਕ ਇਹੋ ਜਿਹਾ ਪੌਦਾ ਲਗਾ ਕੇ ਚੱਲੇ ਹਾਂ ਜਿਹਦੇ ਨਾਲ ਸਿੱਖਾਂ ਦੀ ਫੁਲਵਾੜੀ ਇਸ ਧਰਤੀ ਤੇ ਸਦਾ ਟਹਿਕਦੀ ਰਹੇਗੀ। ਤੇ ਸਾਹਿਬਜ਼ਾਦਿਆਂ ਦੀ
ਉਸ ਲਿਬੜੇ ਹੋਏ ਖੂਨ ਦੀ ਧਰਤੀ ਨੂੰ ਸਿੱਖਾਂ ਨੇ ਇਹੋ ਜਿਹਾ ਨਾਮ ਦਿੱਤਾ। ਅੱਜ ਸਾਹਿਬਜ਼ਾਦਿਆਂ ਦੇ ਨਾਮ ਦੇ ਜੋੜ ਮੇਲੇ ਉਸ ਸਰਹੰਦ ਦੀ ਧਰਤੀ ਤੇ ਲੱਗਦੇ ਨੇ। ਵਜੀਦੇ ਨੂੰ ਕੋਈ ਅੱਜ ਵੀ ਯਾਦ ਨਹੀਂ ਕਰਦਾ। ਕਿੱਡਾ ਵੱਡਾ ਰਾਜ ਹੋਏਗਾ ਵਜੀਦੇ ਦਾ। ਅੱਜ ਦੇ ਦਿਨ 13 ਪੋਹ 10:40 ਤੇ ਗੁਰਪ੍ਰਣਾਲੀ ਕਿਤਾਬ ਦੇ ਮੁਤਾਬਕ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਸ ਸਰਹੰਦ ਦੀ ਧਰਤੀ ਤੇ ਹੋ ਜਾਂਦੀ ਹੈ। ਸਾਹਿਬਜ਼ਾਦਿਆਂ ਦੀਆਂ ਜਦੋਂ ਸ਼ਹੀਦੀ ਦੀਆਂ ਖਬਰਾਂ ਸਰਹੰਦ ਵਿੱਚ ਰਹਿੰਦੇ ਹੋਏ ਇੱਕ ਚੌਧਰੀ ਨੂੰ ਪਤਾ ਲੱਗਦੀਆਂ ਨੇ। ਇਤਿਹਾਸ ਨੇ ਉਸ ਚੌਧਰੀ ਦਾ ਨਾਮ ਦੱਸਿਆ ਹੈ, ਦੀਵਾਨ ਟੋਡਰਮਲ। ਅੱਜ ਵੀ ਜਦੋਂ ਤੁਸੀਂ ਸਾਧ ਸੰਗਤ ਸਰਹੰਦ ਦੀ ਧਰਤੀ ਤੇ ਜਾਇਓ, ਦੀਵਾਨ ਟੋਡਰਮਲ ਦੀ ਅੱਜ ਵੀ ਇੱਕ ਜਹਾਜ਼ਨੁਮਾ ਹਵੇਲੀ ਜਿਹੜੀ ਹੈ ਸਰਹੰਦ ਦੀ ਧਰਤੀ ਤੇ ਇੱਕ ਖੰਡਰ ਰੂਪ ਧਾਰਨ ਕਰਕੇ ਪਈ ਹੋਈ ਹੈ। ਤੇ ਅੱਜ ਵੀ ਖਾਲਸਾ ਪੰਥ ਦੇ ਖੋਜੀਆਂ ਨੂੰ ਵੰਗਾਰ ਪਾ ਰਹੀਏ। ਆਓ ਕੋਈ ਇਹਦੀ ਸੰਭਾਲ ਕਰੋ, ਮੁਰੰਮਤ ਕਰੋ ਇਸ ਦੀ। ਉਹ ਗੁਰੂ ਕਾ ਬੜਾ ਸ਼ਰਧਾਵਾਨ ਸਿੱਖ ਸੀ ਦੀਵਾਨ ਟੋਡਰਮਲ। ਕਿਸੇ ਕੰਮਕਾਰ ਦੇ ਸਿਲਸਿਲੇ ਵਿੱਚ ਬਾਹਰ ਗਿਆ ਹੋਇਆ ਸੀ। ਜਦੋਂ ਉਹਨੂੰ ਪਤਾ ਲੱਗਦਾ ਹੈ ਵੀ ਸਾਹਿਬਜ਼ਾਦਿਆਂ ਨੇ ਸਰਹੰਦ ਦੇ ਵਿੱਚ ਅੱਜ ਸ਼ਹੀਦ ਹੋ ਜਾਣਾ ਹੈ, ਵਾਹੋ ਦਾਹੀ ਭੱਜਾ ਹੋਇਆ ਸਰਹੰਦ ਦੀ ਧਰਤੀ ਤੇ ਆਉਂਦਾ ਹੈ। ਆਉਂਦਿਆਂ ਨੂੰ ਸਾਰਾ ਦਰਦਨਾਕ ਸਾਕਾ ਜਿਹੜਾ ਸੀ ਉਹ ਵਾਪਰ ਚੁੱਕਾ ਸੀ। ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸਨ। ਇਸ ਸਾਰੇ ਬਿਰਤਾਂਤ ਨੂੰ ਸੁਣ ਕੇ ਦੀਵਾਨ ਟੋਡਰਮਲ ਮਾਤਾ ਗੁਜਰ ਕੌਰ ਦੇ ਕੋਲ ਉਸ ਠੰਡੇ ਬੁਰਜ ਦੀ ਸਰਦਲ ਤੇ ਜਾਂਦਾ ਹੈ। ਉੱਥੇ ਜਾ ਕੇ ਮਾਤਾ ਗੁਜਰ ਕੌਰ ਨੂੰ ਕਹਿੰਦਾ ਹੈ, ਮਾਂ ਕਹਿੰਦੀ ਮੇਰੇ ਲਾਲ ਕਿੱਥੇ ਨੇ? ਕਹਿੰਦਾ ਭਾਣਾ ਵਰਤ ਗਿਆ ਅੱਜ। ਜ਼ਾਲਮਾਂ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ। ਤੇ ਸ਼ਹੀਦ ਕਰਨ ਦਾ ਤਰੀਕਾ ਵੀ ਅਨੋਖਾ ਸੀ। ਪਹਿਲਾਂ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਿਆ। ਉਸ ਤੋਂ ਬਾਅਦ ਜਿਹੜੀਆਂ ਕੰਧਾਂ ਉਸਾਰੀਆਂ ਗਈਆਂ ਸਨ ਉਹ ਢਹਿ ਗਈਆਂ। ਉਸ ਤੋਂ ਬਾਅਦ ਸਾਧ ਸੰਗਤ ਦੋਵਾਂ ਸਾਹਿਬਜ਼ਾਦਿਆਂ ਦੇ ਗਲ ਤੇ ਛੁਰੀ ਰੱਖ ਕੇ ਸ਼ਾਸਲ ਬੇਗ ਤੇ ਬਾਸ਼ਲ ਬੇਗ ਨੇ ਕੋਹ ਕੇ ਦੋਵਾਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ। ਬੜਾ ਦਰਦਨਾਕ ਉਹ ਮੰਜ਼ਰ ਸੀ। ਦੀਵਾਨ ਟੋਡਰਮਲ ਨੇ ਸਾਰੀ ਵਿਥਿਆ ਜਾ ਕੇ ਮਾਤਾ ਗੁਜਰ ਕੌਰ ਨੂੰ ਸੁਣਾ ਦਿੱਤੀ। ਤੇ ਸਾਡੇ ਇਤਿਹਾਸ ਵਿੱਚ ਪਤਾ ਹੈ ਇਸ ਗੱਲ ਦਾ ਜ਼ਿਕਰ ਹੈ ਵੀ ਮਾਤਾ ਗੁਜਰ ਕੌਰ ਉਸੇ ਵੇਲੇ ਗੁਰਪ੍ਰੀਤ ਸੁਧਾਰ ਗਏ ਜਦੋਂ ਸਾਹਿਬਜ਼ਾਦਿਆਂ ਦੀ ਇਸ ਵਿਥਿਆ ਨੂੰ ਸੁਣਿਆ। ਪਰ ਮੈਂ ਇਸ ਗੱਲ ਨਾਲ ਬਹੁਤਾ ਸਹਿਮਤ ਨਹੀਂ। ਅੱਜ ਮੈਂ ਤੁਹਾਡੇ ਨਾਲ ਇਸ ਕਰਕੇ ਬੇਨਤੀ ਸਾਂਝੀ ਕਰ ਰਿਹਾ, ਮਾਤਾ ਗੁਜਰ ਕੌਰ ਇੰਨੇ ਕਮਜ਼ੋਰ ਨਹੀਂ ਸਨ ਵੀ ਆਪਣੇ ਪੋਤਿਆਂ ਦੀ ਸ਼ਹੀਦੀ ਨੂੰ ਸੁਣ ਕੇ ਤੇ ਏਡੀ ਛੇਤੀ ਚੜ੍ਹਾਈ ਕਰ ਜਾਣ। ਬੜੇ ਮਜ਼ਬੂਤ ਸਨ ਉਹ। ਬੜਾ ਤਕੜਾ ਜੀਰਾ ਸੀ ਉਹਨਾਂ ਦਾ। ਕਿਉਂਕਿ ਮਾਤਾ ਗੁਜਰ ਕੌਰ ਸਿੱਖ ਇਤਿਹਾਸ ਦੀ ਉਹ ਔਰਤ ਹੈ ਜਿਹਨੇ ਆਪਣੇ ਪਤੀ ਨੂੰ ਆਪਣੇ ਹੱਥਾਂ ਦੇ ਨਾਲ ਦਿੱਲੀ ਵਾਲੇ ਪਾਸੇ ਨੂੰ ਤੋਰਿਆ ਸੀ। ਆਪਣੇ ਪਤੀ ਨੂੰ ਦਿੱਲੀ ਵੱਲ ਤੋਰਨ ਵਾਲੀ ਮਾਤਾ ਕੀ ਇੰਨੀ ਕਮਜ਼ੋਰ ਹੋ ਸਕਦੀ ਹੈ? ਮਾਤਾ ਕਮਜ਼ੋਰ ਨਹੀਂ ਸੀ, ਬੜੀ ਤਗੜੀ ਸੀ ਮਾਤਾ। ਬੜਾ ਚੜ੍ਹਦੀ ਕਲਾ ਵਾਲਾ ਜੀਵਨ ਸੀ ਮਾਤਾ ਗੁਜਰ ਕੌਰ ਦਾ। ਮਾਤਾ ਗੁਜਰ ਕੌਰ ਕਵੀ ਦੁੱਨਾ ਸਿੰਘ ਹੰਡੂਰੀਏ ਦੀ ਕਦੀ ਲਿਖਤ ਪੜ੍ਹ ਕੇ ਵੇਖਿਓ। ਮਾਤਾ ਗੁਜਰ ਕੌਰ ਨੂੰ ਦੀਵਾਨ ਟੋਡਰਮਲ ਦੇ ਵੱਲੋਂ ਇਹ ਖਬਰ ਦਿੱਤੀ ਜਾਂਦੀ ਹੈ ਵੀ ਅੱਜ ਗੁਰੂ ਕੇ ਲਾਲ ਉਹਨਾਂ ਦੇ ਸਵਾਸਾਂ ਦਾ ਭੌਰ ਅੱਜ ਉਡਾਰੀ ਮਾਰ ਗਿਆ। ਤੇ ਮਾਤਾ ਗੁਜਰ ਕੌਰ ਉਹਨਾਂ ਦੇ ਕੋਲ ਸਿਪਾਹੀ ਆਉਂਦੇ ਨੇ। ਵਜ਼ੀਰ ਖਾਂ ਵੱਲੋਂ ਹੁਕਮ ਦਿੱਤਾ ਜਾਂਦਾ ਹੈ ਇਸ ਬੁੱਢੀ ਔਰਤ ਨੂੰ ਵੀ ਹੁਣ ਮਾਰ ਦਿੱਤਾ ਜਾਏ। ਇਹ ਵਜ਼ੀਰ ਖਾਂ ਦੇ ਬੋਲ ਸਨ, ਇਸ ਬੁੱਢੀ ਔਰਤ ਨੂੰ ਵੀ ਮਾਰ ਦਿੱਤਾ ਜਾਏ। ਦੁੱਨਾ ਸਿੰਘ ਹੰਡੂਰੀਆ ਲਿਖਦਾ ਹੈ ਮਾਤਾ ਗੁਜਰ ਕੌਰ ਦੇ ਬੁੱਢੇ ਹੱਡ ਉਹਨਾਂ ਨੇ ਇੱਕ ਬੋਰੇ ਦੇ ਵਿੱਚ ਉਹਨਾਂ ਨੂੰ ਪਾਇਆ ਤੇ ਸਰਹੰਦ ਦੇ ਠੰਡੇ ਬੁਰਜ ਤੋਂ ਥੱਲੇ ਜ਼ਮੀਨ ਤੇ ਪਟਕਾ ਕੇ ਮਾਰਿਆ, ਜਿਹਦੇ ਨਾਲ ਮਾਤਾ ਗੁਜਰ ਕੌਰ ਦੇ ਸਵਾਸਾਂ ਦਾ ਭੌਰ ਵੀ ਉਡਾਰੀ ਮਾਰ ਗਿਆ। ਇੰਨੇ ਸਖਤ ਤਸੀਹੇ ਜ਼ਾਲਮਾਂ ਦੇ ਵੱਲੋਂ ਮਾਤਾ ਗੁਜਰ ਕੌਰ ਦੇ ਉਹਨਾਂ ਬੁੱਢੇ ਹੱਡਾਂ ਦੇ ਉੱਪਰ ਦਿੱਤੇ ਗਏ। ਸਾਰੇ ਲੋਕ ਸਰਹੰਦ ਦੀ ਧਰਤੀ ਤੇ ਅੱਜ ਤਰਾਸ ਕਰ ਰਹੇ ਨੇ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਾਲਵੇ ਦਾ ਸਫ਼ਰ ਕਰਦੇ ਹੋਏ ਜਦੋਂ ਲੰਮੇ ਜੱਟਪੁਰ ਨਗਰ ਪਹੁੰਚੇ ਨਾ, ਉੱਥੇ ਜਾ ਕੇ ਕਲਗੀਧਰ ਪਾਤਸ਼ਾਹ ਜੀ ਨੇ ਨੂਰੇ ਮਾਹੀ ਨੂੰ ਭੇਜਿਆ। ਸੁਣਿਆ ਵਜੀਦੇ ਨੇ ਸਰਹੰਦ ਦੀ ਧਰਤੀ ਤੇ ਕਹਿਰ ਵਰਤਾ ਦਿੱਤਾ ਹੈ, ਜਾਓ ਜਾ ਕੇ ਸਾਹਿਬਜ਼ਾਦਿਆਂ ਦੀ ਖਬਰ ਲੈ ਕੇ ਆਓ। ਸਰਹੰਦ ਦੀ ਧਰਤੀ ਤੇ ਸਾਹਿਬਜ਼ਾਦਿਆਂ ਦੇ ਨਾਲ ਕਿੰਝ ਵਾਪਰੀ ਹੈ। ਤੇ ਨੂਰਾ ਮਾਹੀ ਲੰਮੇ ਜੱਟਪੁਰ ਦੀ ਧਰਤੀ ਤੋਂ ਭੇਸ ਵਟਾ ਕੇ ਸਰਹੰਦ ਦੀ ਧਰਤੀ ਤੇ ਆਉਂਦਾ ਹੈ। ਸਾਰੇ ਬਿਰਤਾਂਤ ਨੂੰ ਸੁਣਦਾ ਹੈ। ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ। ਮਾਤਾ ਨੂੰ ਠੰਡੇ ਬੁਰਜ ਤੋਂ ਥੱਲੇ ਸੁੱਟ ਕੇ ਜ਼ਾਲਮਾਂ ਨੇ ਸ਼ਹੀਦ ਕਰ ਦਿੱਤਾ। ਅੱਜ ਦੇ ਦਿਨ ਸਾਰਾ ਸਾਕਾ ਜੋ ਵਾਪਰਿਆ ਸੀ, ਨੂਰਾ ਮਾਹੀ ਉਹਨੂੰ ਆਪਣੇ ਕੰਨਾਂ ਦੇ ਨਾਲ ਸੁਣਦਾ ਤੇ ਉਹਦੀਆਂ ਭੁੱਬਾਂ ਨਿਕਲ ਜਾਂਦੀਆਂ ਨੇ। ਇਸ ਸਾਰੇ ਬਿਰਤਾਂਤ ਨੂੰ ਸੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਜਾਂਦਾ ਹੈ। ਉੱਥੇ ਰਾਏ ਕੱਲਾ ਵੀ ਬੈਠਾ ਹੋਇਆ ਹੈ, ਗੁਰੂ ਕੇ ਬਾਕੀ ਸਿੱਖ ਵੀ ਬੈਠੇ ਹੋਏ ਨੇ। ਨੂਰਾ ਮਾਹੀ
ਰੋ ਰੋ ਕੇ ਸਾਰਾ ਬਿਰਤਾਂਤ ਕਲਗੀਧਰ ਪਾਤਸ਼ਾਹ ਜੀ ਨੂੰ ਦੱਸ ਦਿੰਦਾ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੜੇ ਵਜਦ ਵਿੱਚ ਬੈਠੇ ਨੇ ਤੇ ਉਹਨਾਂ ਦੇ ਹੱਥ ਵਿੱਚ ਇੱਕ ਤੀਰ ਹੈ ਤੇ ਤੀਰ ਦੇ ਨਾਲ ਦਰਖਤ ਦੇ ਹੇਠੋਂ ਇੱਕ ਰੁੱਖ ਲੱਗਾ ਹੋਇਆ ਸੀ, ਉਹਦੇ ਹੇਠੋਂ ਮਿੱਟੀ ਕੱਢ ਰਹੇ ਨੇ। ਤੇ ਨੂਰਾ ਮਾਹੀ ਰੋ ਰੋ ਕੇ ਸਾਰੀ ਵਿਥਿਆ ਸਰਹੰਦ ਦੀ ਧਰਤੀ ਦੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਦੱਸ ਰਿਹਾ ਸੀ। ਜਦੋਂ ਨੂਰੇ ਮਾਹੀ ਨੇ ਇਸ ਵਿਥਿਆ ਨੂੰ ਸਮਾਪਤ ਕੀਤਾ ਤੇ ਕਲਗੀਧਰ ਪਾਤਸ਼ਾਹ ਜੀ ਜਿਸ ਦਰਖਤ ਦੇ ਹੇਠੋਂ ਮਿੱਟੀ ਕੱਢ ਰਹੇ ਸਨ, ਉਸ ਦਰਖਤ ਨੂੰ ਪੁੱਟ ਕੇ ਆਖਿਆ, ਜਿੱਦਾਂ ਅੱਜ ਇਹ ਦਰਖਤ ਇਸ ਧਰਤੀ ਤੋਂ ਪੁੱਟਿਆ ਗਿਆ ਹੈ, ਇਹ ਤਰ੍ਹਾਂ ਹੀ ਮਲੇਸ਼ੀਆ ਦਾ ਰਾਜ ਵੀ ਇਸ ਧਰਤੀ ਤੋਂ ਸਦਾ ਵਾਸਤੇ ਪੁੱਟਿਆ ਜਾਏਗਾ। ਨਹੀਂ ਰਹੇਗਾ ਇਹੋ ਜਿਹਾ ਜ਼ੁਲਮੀ ਰਾਜ ਇਸ ਧਰਤੀ ਤੇ, ਨਹੀਂ ਬਚਣਗੇ ਇਹੋ ਜਿਹੇ ਜ਼ੁਲਮੀ ਲੋਕ ਇਸ ਧਰਤੀ ਤੇ। ਸਰਹੰਦ ਦੀ ਧਰਤੀ ਤੇ ਦੀਵਾਨ ਟੋਡਰਮਲ ਗੁਰੂ ਕਾ ਸਿੱਖ ਹੈ। ਵਜ਼ੀਰ ਖਾਨ ਨੇ ਆਖਿਆ ਸੀ ਇਹਨਾਂ ਦੀਆਂ ਲਾਸ਼ਾਂ ਨੂੰ ਦਰਿਆ ਦੇ ਕੰਢੇ ਤੇ ਸੁੱਟ ਦਿੱਤਾ ਜਾਏ, ਤਾਂ ਕਿ ਜਦੋਂ ਕੁੱਤੇ ਇਹਨਾਂ ਦੀਆਂ ਲਾਸ਼ਾਂ ਨੂੰ ਖਾਣ ਤੇ ਅੱਗੇ ਤੋਂ ਕੋਈ ਸਿੱਖ ਬਣਨ ਦਾ ਹੀਆ ਨਾ ਕਰ ਸਕੇ, ਅੱਗੇ ਤੋਂ ਕੋਈ ਸਿੱਖ ਨਾ ਬਣੇ। ਇੰਨੇ ਸਖਤ ਤਸੀਹੇ ਦਿੱਤੇ ਗਏ। ਦੀਵਾਨ ਟੋਡਰਮਲ ਵਜ਼ੀਰ ਖਾਨ ਦੇ ਦਰਬਾਰ ਦੇ ਵਿੱਚ ਚੌਧਰੀ ਸੀ, ਆਖਿਆ ਇੰਨਾ ਕਹਿਰ ਨਾ ਕਮਾਓ। ਤੇ ਸੁੱਚਾ ਨੰਦ ਨੂੰ ਕਹਿਣ ਲੱਗਾ, ਕਹਿੰਦਾ ਤੈਨੂੰ ਤਾਂ ਨਰਕਾਂ ਵਿੱਚ ਜਾ ਕੇ ਵੀ ਢੋਈ ਨਹੀਂ ਮਿਲਣੀ, ਇੰਨਾ ਕਹਿਰ ਨਾ ਕਮਾ। ਤੇ ਵਜ਼ੀਰ ਖਾਨ ਨੂੰ ਦੀਵਾਨ ਟੋਡਰਮਲ ਨੇ ਹੱਥ ਜੋੜ ਕੇ ਬੇਨਤੀ ਕੀਤੀ, ਆਖਿਆ ਇਹਨਾਂ ਸ਼ਹੀਦਾਂ ਦੀਆਂ ਲਾਸ਼ਾਂ ਤੁਸੀਂ ਮੈਨੂੰ ਦੇ ਦਿਓ। ਤੇ ਵਜ਼ੀਰ ਖਾਨ ਨੇ ਲਾਲਚਵਸ ਹੋ ਕੇ ਆਖਿਆ, ਜਿੰਨੀਆਂ ਮੋਹਰਾਂ ਧਰਤੀ ਤੇ ਵਿਛਾ ਦੇਂਗਾ, ਜਿੰਨੀਆਂ ਮੋਹਰਾਂ ਧਰਤੀ ਤੇ ਵਿਛਾ ਦੇਂਗਾ, ਓਨੇ ਥਾਂ ਤੇ ਤੂੰ ਇਹਨਾਂ ਦਾ ਸੰਸਕਾਰ ਕਰ ਸਕਦਾ ਹੈ। ਤੇ ਇਤਿਹਾਸ ਦੱਸਦਾ ਹੈ 4.5 ਲੱਖ ਮੋਹਰਾਂ ਦੀਵਾਨ ਟੋਡਰਮਲ ਨੇ ਧਰਤੀ ਤੇ ਵਿਛਾ ਕੇ, ਆਸੇ ਪਾਸੇ ਇਲਾਕੇ ਤੋਂ ਇਕੱਠੀਆਂ ਕਰਕੇ ਧਰਤੀ ਤੇ ਵਿਛਾ ਕੇ, ਸਾਹਿਬਜ਼ਾਦਿਆਂ ਦਾ ਤੇ ਮਾਤਾ ਗੁਜਰ ਕੌਰ ਦਾ ਚੰਦਨ ਦੀ ਚਿਖਾ ਬਣਾ ਕੇ ਜੋਤੀ ਸਰੂਪ ਗੁਰਦੁਆਰੇ ਵਾਲੀ ਥਾਂ ਤੇ ਸੰਸਕਾਰ ਕੀਤਾ ਗਿਆ। ਜੋਤੀ ਸਰੂਪ ਗੁਰਦੁਆਰੇ ਵਾਲੀ ਥਾਂ ਤੇ। ਪਰ ਗੁਰੂ ਕਾ ਸਿਦਕੀ ਸਿੱਖ ਸੀ, ਇਸ ਸਾਰੇ ਬਿਰਤਾਂਤ ਨੂੰ ਵੇਖ ਕੇ ਬਹੁਤਾ ਲੰਮਾ ਸਮਾਂ ਉਹ ਵੀ ਜਿੰਦਾ ਨਾ ਰਹਿ ਸਕਿਆ। ਬਾਬਾ ਮੋਤੀ ਰਾਮ ਮਹਿਰਾ, ਜਿਨ੍ਹਾਂ ਦੇ ਪਰਿਵਾਰ ਦਾ ਪਤਾ ਲੱਗਾ ਵੀ ਇਹਨਾਂ ਨੇ ਸਾਹਿਬਜ਼ਾਦਿਆਂ ਦੀ ਮਦਦ ਕੀਤੀ ਹੈ, ਮਾਂ ਲੱਧੋ ਨੂੰ, ਉਹਨਾਂ ਦੀ ਪਤਨੀ ਬੀਬੀ ਭੋਲੀ ਨੂੰ, ਉਹਨਾਂ ਦੇ ਬੱਚੇ ਬਾਬਾ ਨਰੈਣੇ ਨੂੰ ਤੇ ਬਾਬਾ ਮੋਤੀ ਰਾਮ ਮਹਿਰੇ ਨੂੰ ਵੀ ਜ਼ਾਲਮਾਂ ਨੇ ਮੌਤ ਦੇ ਘਾਟ ਉਤਾਰ ਕੇ ਸ਼ਹੀਦ ਕਰ ਦਿੱਤਾ। ਪਰ ਇਸ ਸਾਰੇ ਮੰਜ਼ਰ ਤੋਂ ਬਾਅਦ ਸਰਹੰਦ ਬਿਲਕੁਲ ਸੁੰਨਸਾਨ ਹੋ ਗਈ। ਲੋਕਾਂ ਦੇ ਵਿੱਚ ਚਰਚਾ ਚੱਲ ਗਈ, ਵਜ਼ੀਰ ਖਾਨ ਨੇ ਬੜਾ ਗਲਤ ਕੀਤਾ ਹੈ। ਉਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ ਅੱਜ ਤੋਂ ਬਾਅਦ ਮਲੇਸ਼ੀਆ ਦੀ ਜੜ ਇਸ ਧਰਤੀ ਤੋਂ ਪੁੱਟੀ ਜਾਏਗੀ, ਤੇ ਆਖਿਆ ਸੀ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ ਸਿਰਫ ਮਲੇਰ ਕੋਟਲੇ ਦੀ ਜੜ ਲੱਗੀ ਰਹੇਗੀ, ਬਾਕੀ ਸਾਰੀਆਂ ਥਾਵਾਂ ਤੋਂ ਮੁਗਲਾਂ ਦੀ ਜੜ ਸਦਾ ਵਾਸਤੇ ਪੁੱਟੀ ਜਾਏਗੀ। ਤੇ ਕਲਗੀਧਰ ਪਾਤਸ਼ਾਹ ਜੀ ਦੇ ਇਹ ਬੋਲ ਸੱਚ ਹੋਏ। ਅੱਜ ਵੀ ਤੁਸੀਂ ਸਮੁੱਚੇ ਪੰਜਾਬ ਦੇ ਵਿੱਚ ਝਾਤੀ ਮਾਰ ਕੇ ਵੇਖਿਓ, ਸਿਰਫ ਮਲੇਰ ਕੋਟਲੇ ਦੀ ਧਰਤੀ ਤੇ ਮੁਸਲਮਾਨ ਭਾਈਚਾਰਾ ਵੱਸਦਾ, ਦੂਜੇ ਕਿਸੇ ਥਾਂ ਤੇ ਨਹੀਂ ਵੱਸਦਾ। ਇਹ ਬੋਲ ਸੱਚ ਹੋਏ ਉਹਨਾਂ ਦੇ। 1947 ਦੇ ਵਿੱਚ ਮੈਂ ਕੱਲ੍ਹ ਵੀ ਬੇਨਤੀ ਸਾਂਝੀ ਕੀਤੀ ਸੀ, ਸਿੱਖਾਂ ਨੇ ਆਪਣੀ ਹਿੱਕ ਡਾਹ ਕੇ ਆਪਣੇ ਭਰਾਵਾਂ ਦੀ ਉਸ ਵਕਤ ਸਹਾਇਤਾ ਕੀਤੀ ਸੀ। ਆਖਿਆ ਸੀ ਨਵਾਬ ਮਲੇਰ ਕੋਟਲੇ ਨੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ, ਸਾਡਾ ਫਰਜ਼ ਬਣਦਾ ਸੀ ਆਪਣੇ ਭਰਾਵਾਂ ਦੀ ਰੱਖਿਆ ਕਰੀਏ। ਇਹ ਪਿਆਰ ਸੀ ਉਹਨਾਂ ਦਾ ਇੱਕ ਦੂਜੇ ਦੇ ਨਾਲ। ਸੋ ਖੈਰ, ਦੀਵਾਨ ਟੋਡਰਮਲ ਉਸ ਥਾਂ ਤੇ ਦਿਨ ਰਾਤ ਬੈਠਦਾ ਰਿਹਾ, ਉਸ ਸਾਰੇ ਮੰਜ਼ਰ ਨੂੰ ਆਪਣੇ ਧਿਆਨ ਵਿੱਚ ਧਰਦਾ ਰਿਹਾ, ਪਰ ਬਹੁਤਾ ਲੰਮਾ ਸਮਾਂ ਆਪਣੀ ਜ਼ਿੰਦਗੀ ਦਾ ਨਾ ਬਤੀਤ ਕਰ ਸਕਿਆ। 1709 ਦੇ ਵਿੱਚ ਦੀਵਾਨ ਟੋਡਰਮਲ ਦੀ ਮੌਤ ਹੋ ਜਾਂਦੀ ਹੈ। ਇੱਧਰੋਂ ਕਲਗੀਧਰ ਪਾਤਸ਼ਾਹ ਦਮਦਮਾ ਸਾਹਿਬ ਦੀ ਧਰਤੀ ਤੇ ਜਾਂਦੇ ਨੇ, ਤਲਵੰਡੀ ਸਾਬੋ ਦੀ ਧਰਤੀ ਤੇ। ਤੇ ਉਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਨੰਦੇੜ ਜਾਂਦੇ ਨੇ, ਹਜ਼ੂਰ ਸਾਹਿਬ ਦੀ ਧਰਤੀ ਤੇ, ਜਿੱਥੇ ਉਹਨਾਂ ਦੀ ਮੁਲਾਕਾਤ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੁੰਦੀ ਹੈ। ਹੁਣ ਮੈਂ ਇਸ ਸਾਰੇ ਮੰਜ਼ਰ ਨੂੰ, ਅੱਜ ਸਰਹੰਦ ਦੇ ਇਸ ਸਮੁੱਚੇ ਇਤਿਹਾਸਕ ਮੰਜ਼ਰ ਨੂੰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਹੈ। ਇੱਧਰ ਵਜ਼ੀਰ ਖਾਨ ਦਾ ਬਹੁਤ ਬੁਰਾ ਹਾਲ ਉਹਨਾਂ ਦਿਨਾਂ ਦੇ ਵਿੱਚ ਹੋ ਚੁੱਕਾ ਸੀ, ਕਿਉਂਕਿ ਜਿਹੜਾ ਬੰਦਾ ਪਿੰਡ ਦੇ ਵਿੱਚ ਬਹੁਤਾ ਹੀ ਮਾੜਾ ਕਰ ਸਕੇ ਤੇ ਲੋਕਾਂ ਦੀਆਂ ਲਾਹਣਤਾਂ ਦੇ ਥੱਲੇ ਹੀ ਉਹ ਬੰਦਾ ਦੱਬਿਆ ਜਾਂਦਾ ਹੈ। ਸਰਹੰਦ ਦੇ ਲੋਕਾਂ ਨੇ ਵਜ਼ੀਰ ਖਾਨ ਨੂੰ ਇੰਨੀਆਂ ਲਾਹਣਤਾਂ ਪਾਈਆਂ, ਬਹੁਤ ਦਿਮਾਗੀ ਤੌਰ ਤੇ ਵਜ਼ੀਰ ਖਾਨ ਪਰੇਸ਼ਾਨ ਹੋ ਗਿਆ। ਇਕੱਲਾ ਕਿਤੇ ਜਾ ਨਹੀਂ ਸੀ ਸਕਦਾ। ਜਦੋਂ ਸੌਂਦਾ ਸੀ ਰਾਤ ਨੂੰ ਸੁਪਨਿਆਂ ਦੇ ਵਿੱਚ ਵੀ ਉਹਨੂੰ ਸਾਹਿਬਜ਼ਾਦਿਆਂ ਦੇ ਉਸ ਭਿਆਨਕ ਮੰਜ਼ਰ ਦੇ ਬਾਰੇ ਸੁਪਨੇ ਆਉਂਦੇ ਸਨ। ਸੋਚਦਾ ਰਹਿੰਦਾ ਸੀ, ਨਾ ਨੀਂਦ ਆਉਂਦੀ ਸੀ, ਨਾ ਭੁੱਖ ਲੱਗਦੀ ਸੀ, ਨਾ ਪਿਆਸ ਲੱਗਦੀ ਸੀ।
ਤੇ ਇੱਕ ਦਿਨ ਕੋਟਕਪੂਰੇ ਦੀ ਧਰਤੀ ਤੋਂ ਭਾਈ ਕਪੂਰਾ ਵਜ਼ੀਰ ਖਾਨ ਦੇ ਦਰਬਾਰ ਵਿੱਚ ਹਾਲਾ ਭਰਨ ਵਾਸਤੇ ਆਇਆ ਤੇ ਵਜ਼ੀਰ ਖਾਨ ਨੇ ਸਾਰਾ ਦਰਦ ਭਰਿਆ ਮੰਜ਼ਰ ਕਪੂਰੇ ਦੇ ਸਾਹਮਣੇ ਰੱਖਿਆ। ਆਖਿਆ ਮੈਂ ਕੀ ਕਰਾਂ, ਮੈਂ ਬੜਾ ਪਰੇਸ਼ਾਨ ਹਾਂ, ਰਾਤਾਂ ਨੂੰ ਨੀਂਦ ਨਹੀਂ ਆਉਂਦੀ। ਤੁਸੀਂ ਵੇਖੋ ਜਿਹੜੇ ਬੰਦੇ ਨੇ ਜ਼ਿੰਦਗੀ ਵਿੱਚ ਬਹੁਤੇ ਪਾਪ ਕੀਤੇ ਹੋਣ ਉਹਦਾ ਅੰਤ ਇੱਦਾਂ ਦਾ ਹੀ ਹੁੰਦਾ ਹੈ। ਜ਼ਕਰੀਏ ਦਾ ਹਾਲ ਵੇਖ ਲਓ ਤੁਸੀਂ। ਭਾਈ ਤਾਰੂ ਸਿੰਘ ਦੀ ਸ਼ਹਾਦਤ ਹੁੰਦੀ ਹੈ 1745 ਦੇ ਵਿੱਚ, ਤੇ ਭਾਈ ਤਾਰੂ ਸਿੰਘ ਦੀ ਸ਼ਹਾਦਤ ਤੋਂ ਠੀਕ 2 ਦਿਨ ਬਾਅਦ ਜ਼ਕਰੀਆ ਖਾਨ ਵੀ ਦਿਮਾਗੀ ਤੌਰ ਤੇ ਪਾਗਲ ਹੋ ਜਾਂਦਾ ਹੈ। ਤੇ ਠੀਕ 30 ਦਿਨ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਤੋਂ ਠੀਕ 30 ਦਿਨ ਤੋਂ ਬਾਅਦ ਜ਼ਕਰੀਆ ਖਾਨ ਵੀ ਪਾਗਲਨੁਮਾ ਹਾਲਤ ਦੇ ਵਿੱਚ ਇਸ ਸੰਸਾਰ ਤੋਂ ਤੁਰ ਜਾਂਦਾ ਹੈ। ਤੇ ਹੁਣ ਜਿਹੜੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੀ ਧਰਤੀ ਤੇ ਜਿਹੜੇ ਪੁਲਿਸ ਅਫਸਰਾਂ ਨੇ ਪੰਜਾਬ ਦੇ ਨੌਜਵਾਨਾਂ ਦੇ ਨਕਲੀ ਮੁਕਾਬਲੇ ਬਣਾਏ, ਅੱਜ ਤੁਸੀਂ ਉਹਨਾਂ ਦੇ ਵੀ ਹਾਲਾਤ ਵੇਖ ਲਓ। ਜਦੋਂ ਆਪ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਗਏ ਤੇ ਕਿੰਨਾ ਬੁਰਾ ਹਾਲ ਹੋਇਆ। ਇੰਟਰਨੈਟ ਤੇ ਵੀਡੀਓ ਤੁਹਾਨੂੰ ਸਾਰਿਆਂ ਨੂੰ ਮਿਲ ਜਾਣੀਆਂ ਨੇ। ਪਾਪੀ ਬੰਦੇ ਦਾ ਅੰਤ ਹਮੇਸ਼ਾ ਇੱਦਾਂ ਦਾ ਹੀ ਹੋਏਗਾ। ਵਜ਼ੀਰ ਖਾਨ ਨੂੰ ਦਿਨ ਰਾਤ ਸੁਪਨੇ ਆਉਣ ਲੱਗੇ ਤੇ ਭਾਈ ਕਪੂਰੇ ਨੂੰ ਪੁੱਛਦਾ ਮੈਂ ਕੀ ਕਰਾਂ, ਮੈਂ ਬੜਾ ਪਰੇਸ਼ਾਨ ਹੋ ਗਿਆ ਦਿਮਾਗੀ ਤੌਰ ਤੇ, ਮੈਂ ਆਪਣਾ ਦਿਮਾਗੀ ਸੰਤੁਲਨ ਗਵਾ ਬੈਠਾ। ਤੇ ਭਾਈ ਕਪੂਰੇ ਨੇ ਬੜੇ ਵਜਦ ਵਿੱਚ ਆਣ ਕੇ ਆਖਿਆ ਜਿਸ ਥਾਂ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਸੀ ਉਸ ਥਾਂ ਤੇ ਇੱਕ ਉਹਨਾਂ ਦੀ ਯਾਦਗਾਰ ਅਨੁਸਾਰ ਉੱਥੇ ਇੱਕ ਦੀਵਾ ਬਾਲ, ਤਾਂ ਤੂੰ ਦਿਮਾਗੀ ਤੌਰ ਤੇ ਠੀਕ ਹੋ ਸਕਦਾ। ਤੇ ਭਾਈ ਕਪੂਰਾ ਇੰਨੀ ਬੇਨਤੀ ਕਹਿ ਕੇ ਸਰਹੰਦ ਦੀ ਧਰਤੀ ਤੋਂ ਚਲਾ ਗਿਆ। ਵਜ਼ੀਰ ਖਾਨ ਨੇ ਉੱਦਾਂ ਹੀ ਕੀਤਾ। ਜਿਸ ਥਾਂ ਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ ਉੱਥੇ ਇੱਕ ਥੜਾ ਬਣਾਇਆ ਤੇ ਇੱਕ ਸਿੱਖ ਨੂੰ ਬੇਨਤੀ ਕੀਤੀ ਹਰ ਰੋਜ਼ ਆਣ ਕੇ ਇਸ ਧਰਤੀ ਤੇ ਤੁਸੀਂ ਦੀਵਾ ਜਗਾਉਣਾ। ਵਜ਼ੀਰ ਖਾਨ ਜਿਉਂ-ਜਿਉਂ ਦੀਵੇ ਦੀ ਲੋ ਸਰਹੰਦ ਦੀ ਧਰਤੀ ਤੇ ਬਲਦੀ ਹੈ ਤਿਉਂ-ਤਿਉਂ ਉਹਦੇ ਮਨ ਨੂੰ ਚੈਨ ਆਉਂਦਾ ਹੈ। ਪਰ ਪਾਪ ਇੰਨੇ ਕਰ ਬੈਠਾ ਸੀ, ਪਾਪਾਂ ਦਾ ਘੜਾ ਭਰ ਗਿਆ। ਇਸ ਪਾਪਾਂ ਦੇ ਭਰੇ ਹੋਏ ਘੜੇ ਦੇ ਨਾਲ ਉਹਦਾ ਅੱਗੇ ਦਾ ਜੀਵਨ ਕੋਈ ਬਹੁਤਾ ਚੰਗਾ ਨਹੀਂ ਬੀਤਿਆ। ਉਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੰਦੇੜ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 5 ਸਿੰਘ ਤੋਰਦੇ ਨੇ ਤੇ 5 ਤੀਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤੇ ਜਾਂਦੇ ਨੇ। ਤੇ ਆਖਿਆ ਜਾਂਦਾ ਹੈ ਸਰਹੰਦ ਦੀ ਧਰਤੀ ਤੇ ਜਾ ਕੇ ਜ਼ੁਲਮੀ ਰਾਜ ਦੀ ਜੜ ਸਦਾ ਵਾਸਤੇ ਤੁਸੀਂ ਪੁੱਟ ਦੇਣੀ ਹੈ। ਹੁਣ ਬਾਬਾ ਬੰਦਾ ਸਿੰਘ ਬਹਾਦਰ ਦਾ ਵਿਸ਼ਵਾਸ ਗੁਰੂ ਤੇ ਕਿੰਨਾ ਵੱਡਾ ਸੀ। ਸਾਡੇ ਵਰਗਾ ਹੁੰਦਾ ਤੇ ਅਸੀਂ ਆਖਣਾ ਸੀ ਮਹਾਰਾਜ 5 ਤੀਰਾਂ ਦੇ ਨਾਲ ਕੀ ਹੋਏਗਾ, 5 ਤੀਰਾਂ ਦੇ ਨਾਲ ਮੈਂ ਕਿੰਨੀਆਂ ਕੁ ਲੜਾਈਆਂ ਲੜ ਸਕਦਾ ਭਲਾ। ਪਰ ਬਾਬਾ ਬੰਦਾ ਸਿੰਘ ਬਹਾਦਰ ਦਾ ਵਿਸ਼ਵਾਸ ਸੀ ਨਾ, 5 ਤੀਰ ਤੇ 5 ਸਿੰਘਾਂ ਦਾ ਜਥਾ ਲੈ ਕੇ ਸਭ ਤੋਂ ਪਹਿਲਾਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਆਇਆ, ਜਿੱਥੇ ਅੱਜ ਪਤਾਲਪੁਰੀ ਸਾਹਿਬ ਦਾ ਥਾਂ ਬਣਿਆ ਹੋਇਆ। ਤੇ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਆਣ ਕੇ ਉਹਨੇ ਸਿੱਖਾਂ ਨੂੰ ਇੱਕ ਵੰਗਾਰ ਪਾਈ। ਆਖਿਆ ਸਿੱਖੋ ਤੁਹਾਨੂੰ ਸਰਹੰਦ ਦੀਆਂ ਨੀਹਾਂ ਆਵਾਜ਼ਾਂ ਮਾਰਦੀਆਂ ਨੇ। ਸਿਰਫ ਇੱਕੋ ਹੀ ਸੁਨੇਹਾ ਉਹਨੇ ਪੰਜਾਬ ਦੇ ਸਮੁੱਚੇ ਸਿੱਖਾਂ ਦੇ ਨਾਲ ਆਇਆ। ਆਖਿਆ ਸਿੱਖੋ ਤੁਹਾਨੂੰ ਸਰਹੰਦ ਦੀਆਂ ਨੀਹਾਂ ਆਵਾਜ਼ਾਂ ਮਾਰਦੀਆਂ ਨੇ। ਤੇ ਇਤਿਹਾਸ ਦੱਸਦਾ ਹੈ ਜਿਹੜਾ ਸਿੱਖ ਖੇਤਾਂ ਦੇ ਵਿੱਚ ਹਲ ਵਾਹ ਰਿਹਾ ਸੀ, ਜਦੋਂ ਉਹਦੇ ਕੰਨਾਂ ਦੇ ਵਿੱਚ ਆਵਾਜ਼ ਪਈ ਨਾ, ਖੇਤਾਂ ਦੇ ਵਿੱਚ ਹਲ ਵਾਹੁਣ ਦਾ ਕੰਮ ਛੱਡ ਕੇ ਉਹ ਕੀਰਤਪੁਰ ਸਾਹਿਬ ਵਾਲੇ ਪਾਸੇ ਨੂੰ ਚੱਲ ਪਿਆ। ਜਿਹੜੀ ਭੈਣ ਚੁੱਲ੍ਹੇ ਦੇ ਉੱਪਰ ਪ੍ਰਸ਼ਾਦੇ ਲਾ ਰਹੀ ਸੀ, ਰੋਟੀਆਂ ਪਕਾ ਰਹੀ ਸੀ, ਉਹਨੇ ਪ੍ਰਸ਼ਾਦੇ ਪਕਾਉਣ ਦਾ ਕੰਮ ਵਿੱਚੇ ਛੱਡ ਕੇ ਜੋ ਵੀ ਉਹਦੇ ਹੱਥ ਵਿੱਚ ਆਇਆ ਉਹੀ ਹਥਿਆਰ ਲੈ ਕੇ ਉਹ ਕੀਰਤਪੁਰ ਸਾਹਿਬ ਦੀ ਧਰਤੀ ਵਾਲੇ ਪਾਸੇ ਨੂੰ ਚੱਲ ਪਈ। ਇੰਨਾ ਜੋਸ਼ ਸੀ ਉਸ ਵਕਤ ਸਿੱਖਾਂ ਦੇ ਵਿੱਚ। ਇੱਕੋ ਹੀ ਨਾਅਰਾ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ 80,000 ਖਾਲਸੇ ਦਾ ਇਕੱਠ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੁੰਦਾ। 80,000 ਖਾਲਸੇ ਦਾ ਇਕੱਠ। ਤੇ ਮੈਂ ਪੜ੍ਹ ਰਿਹਾ ਸੀ ਇੱਕ ਸਿੱਖ ਹੈ, ਉਹਦਾ ਆਨੰਦ ਕਾਰਜ ਹੋਇਆ। ਆਨੰਦ ਕਾਰਜ ਹੋਇਆ ਤੇ ਆਪਣੇ ਘਰ ਵਿੱਚ ਆਇਆ। ਉਹਦੇ ਕੰਨਾਂ ਵਿੱਚ ਆਵਾਜ਼ ਪਈ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਇੱਕ ਆਵਾਜ਼ਾਂ ਲਾਇਆ ਵੀ ਸਰਹੰਦ ਦੀਆਂ ਨੀਹਾਂ ਤੁਹਾਨੂੰ ਆਵਾਜ਼ਾਂ ਮਾਰਦੀਆਂ ਨੇ। ਉਹਦੀ ਪਤਨੀ ਘਰ ਵਿੱਚ ਹੈ, ਮਾਂ ਘਰ ਵਿੱਚ ਹੈ ਤੇ ਮਾਂ ਨੂੰ ਕੰਨ ਦੇ ਵਿੱਚ ਬੋਲ ਕੇ ਆਖਿਆ ਮਾਂ ਮੈਨੂੰ ਵੀ ਸਰਹੰਦ ਦੀਆਂ ਨੀਹਾਂ ਆਵਾਜ਼ਾਂ ਮਾਰਦੀਆਂ ਨੇ, ਮੈਂ ਚੱਲਿਆ ਹਾਂ ਸਰਹੰਦ ਦੀਆਂ ਨੀਹਾਂ ਦੀ ਆਵਾਜ਼ ਸੁਣ ਕੇ, ਮੈਨੂੰ ਵੀ ਆਵਾਜ਼ਾਂ ਮਾਰ ਰਹੀਆਂ ਨੇ ਸਰਹੰਦ ਦੀਆਂ ਨੀਹਾਂ। ਤੇ ਪਹਿਲੇ ਦਿਨ ਉਹ ਸਿੱਖ ਗੁਰੂ ਕਾ ਸਿੱਦਕੀ ਸਿੱਖ ਕੀਰਤਪੁਰ ਸਾਹਿਬ ਦੀ ਧਰਤੀ ਵਾਲੇ ਪਾਸੇ ਨੂੰ ਚੱਲ। ਸੱਜ ਵਿਆਹੀ ਉਹਦੀ ਘਰ ਵਾਲੀ ਅਜੇ ਘਰ ਵਿੱਚ ਬੈਠੀ ਹੋਈ ਹੈ ਤੇ ਗੁਰੂ ਕਾ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਨਾਲ ਜਾ ਕੇ ਮਿਲਦਾ ਹੈ। ਬੜਾ ਵੱਡਾ ਇਤਿਹਾਸ ਹੈ ਉਸ ਵਕਤ ਸਿੱਖਾਂ ਦਾ। 12 ਮਈ 1710 ਈਸਵੀ ਦੇ ਵਿੱਚ ਚੱਪੜਚਿੜੀ ਦੇ ਮੈਦਾਨ ਤੇ ਵਜ਼ੀਰ ਖਾਂ ਦੀ ਫੌਜ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਮੁਕਾਬਲਾ ਹੁੰਦਾ ਹੈ। ਬੜੀ ਘਮਸਾਣ ਦੀ ਲੜਾਈ ਹੁੰਦੀ ਹੈ। ਇੱਧਰੋਂ ਗੁਰੂ ਕੇ ਸਿੱਦਕੀ ਸਿੱਖ
ਜਿਹੜਾ ਵੀ ਹਥਿਆਰ ਕਿਸੇ ਸਿੱਖ ਦੇ ਹੱਥ ਵਿੱਚ ਆਇਆ, ਕਿਸੇ ਦੇ ਹੱਥ ਵਿੱਚ ਖੁੰਡੀ ਗੰਡਾਸੀ ਆਈ ਤੇ ਉਹਨੇ ਉਹ ਚੁੱਕ ਲਈ, ਕਿਸੇ ਦੇ ਹੱਥ ਵਿੱਚ ਖੁੰਡੀ ਕਿਰਪਾਨ ਆਈ ਤੇ ਉਹਨੇ ਉਹ ਚੁੱਕ ਲਈ, ਕਿਸੇ ਦੇ ਹੱਥ ਵਿੱਚ ਬਰਛਾ ਆਇਆ ਉਹ ਚੁੱਕ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਸ਼ਾਮਲ ਹੋ ਗਿਆ। ਇੱਕੋ ਹੀ ਨਾਅਰਾ ਉਹਨਾਂ ਦੇ ਕੰਨਾਂ ਦੇ ਵਿੱਚ ਵਾਰ-ਵਾਰ ਗੂੰਜਦਾ ਸੀ, ਸਿੱਖੋ ਤੁਹਾਨੂੰ ਸਰਹੰਦ ਦੀਆਂ ਨੀਆਂ ਆਵਾਜ਼ਾਂ ਮਾਰ ਰਹੀਆਂ ਨੇ। ਤੇ ਗੁਰੂ ਕਾ ਸਿੱਖ ਵੀ ਮੈਦਾਨੇ ਜੰਗ ਦੇ ਵਿੱਚ ਪਹੁੰਚ ਗਿਆ। ਤੇ ਜਦੋਂ ਮੈਦਾਨੇ ਜੰਗ ਦੇ ਵਿੱਚ ਗਹਿ ਗੱਚ ਲੜਾਈ ਹੋ ਰਹੀ ਹੈ ਇੱਕ ਦੂਜੇ ਦੇ ਨਾਲ, ਜੰਗ ਦੇ ਵਿੱਚ ਇੱਕ ਦੂਜੇ ਦੇ ਨਾਲ ਫੌਜਾਂ ਘਮਸਾਣ ਦਾ ਯੁੱਧ ਕਰ ਰਹੀਆਂ ਨੇ, ਤੇ ਜਿਹੜਾ ਵਿਚਾਰਾ ਆਪਣੀ ਸੱਜ ਵਿਆਹੀ ਪਤਨੀ ਨੂੰ ਛੱਡ ਕੇ ਘਰ ਦੇ ਵਿੱਚ ਮੈਦਾਨੇ ਜੰਗ ਵਿੱਚ ਗਿਆ ਸੀ, ਅਚਾਨਕ ਉਹ ਤੇ ਇੱਕ ਤਲਵਾਰ ਦੇ ਨਾਲ ਵੈਰੀ ਦੇ ਵੱਲੋਂ ਵਾਰ ਕੀਤਾ ਜਾਂਦਾ ਹੈ। ਪਰ ਇੱਕ ਗੁਰੂ ਕਾ ਸਿੱਖ ਜਿਹਨੇ ਸਿਰ ਦੇ ਉੱਪਰ ਦਮਾਲਾ ਸਜਾਇਆ ਹੋਇਆ ਹੈ, ਮੂੰਹ ਉਹਨੇ ਆਪਣਾ ਢੱਕਿਆ ਹੋਇਆ ਹੈ, ਅਚਾਨਕ ਉਹਦੇ ਸਾਹਮਣੇ ਆਣ ਕੇ ਤੇ ਸ਼ਹੀਦੀ ਦਾ ਜਾਮ ਪੀ ਜਾਂਦਾ ਹੈ। ਉਹਦੇ ਤੇ ਤਲਵਾਰ ਦਾ ਫੱਟ ਨਹੀਂ ਆਉਂਦਾ ਸਿੱਖ ਤੇ, ਉਹਦੇ ਸਾਹਮਣੇ ਇੱਕ ਸਿੱਖ ਆਉਂਦਾ, ਤਲਵਾਰ ਦਾ ਫੱਟ ਉਹਦੇ ਤੇ ਲੱਗਦਾ ਹੈ ਤੇ ਸ਼ਹੀਦੀ ਦਾ ਜਾਮ ਪੀ ਜਾਂਦਾ ਹੈ। ਵੇਖਦਾ ਕੌਣ ਹੈ, ਮੂੰਹ ਖੋਲ ਕੇ ਵੇਖਾਂ ਕਿਹੜੇ ਸਿੱਖ ਨੇ ਮੇਰੇ ਪਿੱਛੇ ਏਡੀ ਵੱਡੀ ਕੁਰਬਾਨੀ ਕੀਤੀ ਹੈ। ਤੇ ਜਦੋਂ ਮੂੰਹ ਖੋਲ ਕੇ ਵੇਖਿਆ ਤੇ ਉਹਦੀਆਂ ਭੁੱਬਾਂ ਨਿਕਲ ਗਈਆਂ। ਉਹਦੀ ਸੱਜ ਵਿਆਹੀ ਪਤਨੀ ਉਹਦੇ ਨਾਲੋਂ ਵੀ ਪਹਿਲਾਂ ਮੈਦਾਨੇ ਜੰਗ ਵਿੱਚ ਆਣ ਕੇ, ਉਹਦੀ ਸੱਜ ਵਿਆਹੀ ਪਤਨੀ ਗੁਰੂ ਕੇ ਸਿੱਖ ਨਾਲੋਂ ਵੀ ਪਹਿਲਾਂ ਆਣ ਕੇ ਮੈਦਾਨੇ ਜੰਗ ਦੇ ਵਿੱਚ ਵੈਰੀ ਦਾ ਮੁਕਾਬਲਾ ਕਰਨ ਵਾਸਤੇ ਹੱਥ ਵਿੱਚ ਤਲਵਾਰ ਫੜ ਕੇ ਆਪਣੀ ਪਤੀ ਦੀ ਰੱਖਿਆ ਕਰਦੀ ਹੈ। ਕਿੱਡਾ ਵੱਡਾ ਇਤਿਹਾਸ ਹੋਏਗਾ ਉਸ ਵਕਤ ਸਿੱਖਾਂ ਦਾ। ਕਿੰਨੇ ਕਿੰਨੇ ਯੋਧੇ ਗੁਰੂ ਕੇ ਸਿੱਖ ਹੋਏ ਨੇ ਉਸ ਵਕਤ। ਪਤਨੀ ਆਪਣੇ ਪਤੀ ਤੇ ਆਂਚ ਤੱਕ ਨਹੀਂ ਆਉਣ ਦਿੰਦੀ ਤੇ ਆਪਣੇ ਪਤੀ ਤੋਂ ਪਹਿਲਾਂ ਮੈਦਾਨੇ ਜੰਗ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਜਾਂਦੀ ਹੈ। ਸਿਰਫ ਇੱਕੋ ਹੀ ਨਾਅਰਾ ਅੱਜ ਉਹਨਾਂ ਦੇ ਕੰਨਾਂ ਵਿੱਚ ਗੂੰਜ ਰਿਹਾ, ਸਿੱਖੋ ਤੁਹਾਨੂੰ ਸਰਹੰਦ ਦੀਆਂ ਨੀਆਂ ਆਵਾਜ਼ਾਂ ਮਾਰਦੀਆਂ ਨੇ। ਇੱਕੋ ਹੀ ਨਾਅਰਾ ਹੈ ਸਿਰਫ ਉਹਨਾਂ ਦੇ ਕੰਨਾਂ ਦੇ ਵਿੱਚ, ਦੂਜੀ ਕੋਈ ਗੱਲ ਹੀ ਨਹੀਂ। ਤੇ ਵਜ਼ੀਰ ਖਾਨ ਮੈਦਾਨੇ ਜੰਗ ਵਿੱਚ ਆਉਂਦਾ, ਆਪਣੀ ਹਾਰਦੀ ਹੋਈ ਫੌਜ ਨੂੰ ਵੇਖਦਾ ਹੈ, ਮੈਦਾਨੇ ਜੰਗ ਵਿੱਚ ਆਉਂਦਾ ਹੈ, ਸਿੱਖਾਂ ਦੇ ਨਾਲ ਮੁਕਾਬਲਾ ਕਰਦਾ ਹੈ। ਸਾਹਮਣੇ ਭਾਈ ਫਤਿਹ ਸਿੰਘ ਦੇ ਨਾਲ ਵਜ਼ੀਰ ਖਾਨ ਦਾ ਮੁਕਾਬਲਾ ਹੁੰਦਾ ਹੈ ਤੇ ਭਾਈ ਫਤਿਹ ਸਿੰਘ ਇੱਕੋ ਵਾਰ ਦੇ ਨਾਲ ਵਜ਼ੀਰ ਖਾਨ ਦੇ ਮੋਢੇ ਤੇ ਤਲਵਾਰ ਦਾ ਇਹੋ ਜਿਹਾ ਫੱਟ ਮਾਰਦੇ ਨੇ, ਵਜ਼ੀਰ ਖਾਨ ਦੇ ਮੋਢੇ ਨੂੰ ਚੀਰਦੀ ਹੋਈ ਤਲਵਾਰ ਉਹਦੇ ਧੜ ਤੱਕ ਚਲੀ ਜਾਂਦੀ ਹੈ। ਪਰ ਉਹ ਪਾਪੀ ਮਰਦਾ ਨਹੀਂ, ਅਜੇ ਅੰਤ ਨਹੀਂ ਸੀ ਆਇਆ ਉਸ ਪਾਪੀ ਦਾ, ਮਰਦਾ ਨਹੀਂ। ਵਜ਼ੀਰ ਖਾਨ ਦੇ ਧਰਤੀ ਤੇ ਡਿੱਗਣ ਦੇ ਸਾਰ ਉਹਦੀ ਸਾਰੀ ਫੌਜ ਮੈਦਾਨ ਛੱਡ ਕੇ ਭੱਜ ਗਈ। ਸਿੱਖਾਂ ਨੇ ਵਜ਼ੀਰ ਖਾਨ ਨੂੰ ਘੋੜਿਆਂ ਦੀਆਂ ਕਾਠੀਆਂ ਦੇ ਪਿੱਛੇ ਪਾਇਆ, ਬੰਨ੍ਹ ਲਿਆ ਤੇ ਘਸੀਟਦੇ ਹੋਏ ਅੱਜ ਸਰਹੰਦ ਦੀਆਂ ਉਹਨਾਂ ਗਲੀਆਂ ਦੇ ਵਿੱਚ ਵਜ਼ੀਰ ਖਾਨ ਨੂੰ ਫੇਰਦੇ ਨੇ। ਵਜ਼ੀਰ ਖਾਨ ਦੀ ਲੰਮਾ ਸਮਾਂ ਸਰਹੰਦ ਦੀ ਧਰਤੀ ਤੇ ਹਕੂਮਤ ਰਹੀ। ਸਿੱਖਾਂ ਨੇ ਸਰਹੰਦ ਨੂੰ ਬਿਲਕੁਲ ਉਜਾੜ ਦਿੱਤਾ, ਤਬਾਹ ਕਰ ਦਿੱਤਾ ਪੂਰੀ ਸਰਹੰਦ ਨੂੰ। ਜਿਹੜੇ ਵੱਡੇ ਵੱਡੇ ਖਾਨਦਾਨ ਰਹਿੰਦੇ ਸਨ ਸਰਹੰਦ ਦੇ ਵਿੱਚ, ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਵਕਤ ਜਿਨ੍ਹਾਂ ਦੇ ਮੂੰਹ ਦੇ ਵਿੱਚੋਂ ਇੱਕ ਬੋਲ ਤੱਕ ਨਹੀਂ ਸੀ ਨਿਕਲਿਆ, ਬਾਬਾ ਬੰਦਾ ਸਿੰਘ ਬਹਾਦਰ ਦੇ ਉਹਨਾਂ ਸੂਰਮਿਆਂ ਨੇ, ਉਹਨਾਂ ਯੋਧਿਆਂ ਨੇ ਸਰਹੰਦ ਦੀ ਧਰਤੀ ਨੂੰ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦਿੱਤਾ। ਬੜਾ ਘਮਸਾਣ ਦਾ ਯੁੱਧ ਹੋਇਆ। ਵਜ਼ੀਰ ਖਾਨ ਨੂੰ ਸਰਹੰਦ ਦੇ ਸ਼ਹਿਰ ਦੇ ਵਿੱਚ ਫੇਰਿਆ ਗਿਆ ਘੋੜਿਆਂ ਦੇ ਪਿੱਛੇ ਪਾ ਕੇ, ਤੇ ਉਸ ਪਾਪੀ ਦੀ ਲਾਸ਼ ਨੂੰ ਸਿੱਖਾਂ ਨੇ ਇੱਕ ਦਰਖਤ ਨਾਲ ਟੰਗ ਦਿੱਤਾ। ਆਖਿਆ ਜਿਹੜਾ ਵੀ ਸਿੱਖ ਇਸ ਪਾਪੀ ਦੀ ਲਾਸ਼ ਦੇ ਪਾਸ ਗੁਜ਼ਰੇਗਾ, ਇੱਕ ਇੱਕ ਰੋੜਾ ਇਸ ਪਾਪੀ ਦੀ ਲਾਸ਼ ਤੇ ਹਰ ਰੋਜ਼ ਮਾਰਿਆ ਜਾਏਗਾ। ਤੇ ਕੁੱਤਿਆਂ ਨੇ ਨੋਚ ਨੋਚ ਕੇ ਵਜ਼ੀਰ ਖਾਨ ਪਾਪੀ ਦੀ ਉਸ ਲਾਸ਼ ਨੂੰ ਖਾਧਾ। ਇੰਨਾ ਬੁਰਾ ਹਸ਼ਰ ਕੀਤਾ ਖਾਲਸੇ ਨੇ। ਇਹ ਉਸ ਪਾਪੀ ਦਾ ਅੰਤ ਸੀ। ਉਸ ਤੋਂ ਬਾਅਦ ਜਦੋਂ ਸੁੱਚਾ ਨੰਦ ਨੂੰ ਇਹ ਖਬਰਾਂ ਮਿਲੀਆਂ ਵੀ ਸਿੱਖ ਸਰਹੰਦ ਵਾਲੇ ਪਾਸੇ ਆ ਰਹੇ ਨੇ, ਵਜ਼ੀਰ ਖਾਨ ਫੌਜ ਵਿੱਚੋਂ ਹਾਰ ਜਾਂਦਾ ਹੈ। ਜਿੰਨਾ ਵੀ ਉਹਨੇ ਪਾਪ ਦਾ ਪੈਸਾ ਇਕੱਠਾ ਕੀਤਾ ਸੀ ਆਪਣੇ ਘਰ ਦੇ ਵਿੱਚ, ਉਹਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਮੈਂ ਪਾਪ ਦੇ ਪੈਸੇ ਨੂੰ ਇਕੱਠੀਆਂ ਕਰਕੇ ਭੱਜ ਜਾਵਾਂ। ਪਾਪ ਦਾ ਪੈਸਾ ਬਹੁਤਾ ਲੰਮਾ ਸਮਾਂ ਬੰਦੇ ਦੇ ਨਾਲ ਨਹੀਂ ਰਹਿੰਦਾ, ਇਹ ਸੱਚਾਈ ਹੈ। ਇਹ ਤਾਂ ਪਾਪ ਦਾ ਪੈਸਾ ਇਹੋ ਜਿਹਾ ਹੈ, ਕਈ ਵਾਰੀ ਪਾਪ ਦਾ ਪੈਸਾ ਤੁਹਾਨੂੰ ਆਪਣੇ ਆਪ ਨੂੰ ਹੀ ਲੈ ਡੁੱਬਦਾ ਹੈ। ਗੰਗੂ ਨੂੰ ਵੀ ਲੈ ਡੁੱਬਿਆ ਸੀ ਨਾ। ਗੰਗੂ ਨੇ ਮਾਤਾ ਦੇ ਕੋਲੋਂ ਜਿਹੜੀ ਮੋਹਰਾਂ ਦੀ ਖੁਰਜੀ ਸੀ ਜਾ ਕੇ ਚੋ ਦੇ ਵਿੱਚ ਦੱਬ ਦਿੱਤੀ। ਉਸ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਕੋਤਵਾਲੀ ਦੇ ਵਿੱਚ ਗ੍ਰਿਫਤਾਰ ਕਰਵਾਇਆ ਜਾਂਦਾ ਹੈ। ਜਾਨੀ ਖਾਂ ਤੇ ਮਾਨੀ ਖਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਵੀ ਗੰਗੂ ਦੇ ਕੋਲੋਂ ਬੜਾ ਪੈਸਾ ਹੈ। ਤਾਈਓ ਸਤਿਗੁਰੂ ਦੀ ਬਾਣੀ ਨੇ ਆਖਿਆ ਸੀ ਨਾ, ਮੋਇਆ ਸਾਥ ਨਾ ਜਾਈ। ਮਾਇਆ ਇਹੋ ਜਿਹੀ ਚੀਜ਼ ਹੈ, ਬੰਦਾ ਮਰ ਜਾਂਦਾ ਨਾਲ ਨਹੀਂ ਜਾਂਦੀ, ਇੱਥੇ ਰਹਿ ਜਾਂਦੀ ਹੈ ਧਰਤੀ ਤੇ। ਜਾਨੀ ਖਾਂ ਤੇ ਮਾਨੀ ਖਾਂ ਨੂੰ ਇਸ ਗੱਲ ਦਾ ਪਤਾ ਲੱਗਾ ਗੰਗੂ ਦੇ ਕੋਲ ਬੜਾ ਧਨ ਹੈ। ਗੰਗੂ ਨੂੰ ਆਣ ਕੇ ਫੜ ਲਿਆ। 10 ਮਾਤਾ ਦੇ ਕੋਲੋਂ ਚੁੱਕਿਆ ਹੋਇਆ ਚੋਰੀ ਦਾ ਧਨ ਕਿੱਥੇ ਲੁਕਾਇਆ ਹੈ, ਗੰਗੂ ਕਿੱਥੇ ਵਿਖਾਵੇ। ਜਿਸ ਚੋਅ ਦੇ ਵਿੱਚ ਦੱਬਿਆ ਸੀ, ਉਸ ਚੋਅ ਦੇ ਵਿੱਚ ਪਾਣੀ ਆ ਗਿਆ ਤੇ ਪਾਣੀ ਉਸ ਧਨ ਨੂੰ ਆਪਣੇ ਨਾਲ ਹੀ ਰੋੜ ਕੇ ਲੈ ਗਿਆ।
ਜਾਨੀ ਖਾਂ ਤੇ ਮਾਨੀ ਖਾਂ ਦੇ ਕਹਿਣ ਤੇ ਗੰਗੂ ਦਾਸ ਨਾ ਪਾਇਆ, ਉਹ ਧਨ ਦੀ ਖੁਰਦੀ ਉਹਨਾਂ ਨੂੰ ਦੇ ਨਾ ਪਾਇਆ। ਜਾਨੀ ਖਾਂ ਤੇ ਮਾਨੀ ਖਾਂ ਨੇ ਗੰਗੂ ਪਾਪੀ ਨੂੰ ਮਾਰ ਕੇ ਉੱਥੇ ਹੀ ਮੁਕਾ ਦਿੱਤਾ। ਜਿਹੜਾ ਧਨ, ਜਿਸ ਧਨ ਦੇ ਬਦਲੇ ਉਹਨੇ ਸਾਹਿਬਜ਼ਾਦਿਆਂ ਨੂੰ ਫੜਾਇਆ ਸੀ, ਉਹ ਧਨ ਵੀ ਉਹਦਾ ਨਾ ਬਣਿਆ, ਉਹ ਧਨ ਵੀ ਉਹਦਾ ਸਾਥ ਛੱਡ ਗਿਆ। ਮਾਇਆ ਦਾ ਪੈਸਾ ਹੁੰਦਾ ਇਸ ਤਰ੍ਹਾਂ ਹੀ ਹੈ। ਅੱਜ ਵੀ ਤੁਸੀਂ ਵੇਖੋ ਜਿਹੜੇ ਲੋਕ ਨਸ਼ਾ ਵੇਚ ਕੇ ਮਾਇਆ ਇਕੱਠੀ ਕਰਦੇ ਨੇ, ਵੇਖ ਲਓ ਅੱਜ ਉਹਨਾਂ ਦਾ ਹਾਲ ਕੀ ਹੈ। ਇਹ ਪੈਸਾ ਬੰਦੇ ਦੇ ਮਨ ਨੂੰ ਕਦੀ ਸੰਤੁਸ਼ਟੀ ਨਹੀਂ ਦੇ ਸਕਦਾ, ਬੰਦੇ ਦੀ ਆਤਮਾ ਕਦੀ ਚੈਨ ਨਾਲ ਨਹੀਂ ਵੱਸ ਸਕਦੀ ਇਹੋ ਜਿਹੇ ਪੈਸੇ ਦੇ ਨਾਲ। ਸੋ ਖੈਰ, ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ, ਸੁੱਚਾਨੰਦ ਨੇ ਸਾਰੇ ਪੈਸੇ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਾ ਸੁੱਚਾਨੰਦ ਵੀ ਇਸੇ ਨਗਰ ਦੇ ਵਿੱਚ ਬੈਠਾ ਹੋਇਆ। ਸੁੱਚੇ ਨੰਦ ਨੂੰ ਫੜ ਲਿਆ, ਸਾਰੇ ਪਰਿਵਾਰ ਨੂੰ ਫੜ ਲਿਆ। ਇੰਨੇ ਸਖਤ ਤਸੀਹੇ ਦਿੱਤੇ। ਇਤਿਹਾਸ ਦੱਸਦਾ ਸੁੱਚੇ ਨੰਦ ਦੇ ਨੱਕ ਦੇ ਵਿੱਚ ਨਕੇਲ ਪਾ ਕੇ ਉਹਨੂੰ ਸਰਹੰਦ ਦੇ ਪੂਰੇ ਬਾਜ਼ਾਰ ਦੇ ਵਿੱਚ ਘੁਮਾਇਆ ਗਿਆ। ਤੇ ਜਦੋਂ ਪਸ਼ੂ ਦੇ ਵੀ ਨਕੀਲ ਪਾਈ ਜਾਂਦੀ ਹੈ ਨਾ, ਨੱਕ ਦੇ ਵਿੱਚ ਨੱਥ ਪਾਈ ਜਾਂਦੀ ਹੈ, ਤੇ ਇੱਕ ਵਾਰੀ ਉਹ ਵੀ ਉੱਚੀ ਉੱਚੀ ਡੇਂਗਦਾ, ਰਾੜ ਪਾਉਂਦਾ। ਸੁੱਚਾਨੰਦ ਬੜਾ ਤੜਫਿਆ, ਉਹਨੇ ਬੜੇ ਕੀਰਨੇ ਪਾਏ, ਨਾ ਕਰੋ ਮੇਰੇ ਨਾਲ ਇੱਦਾਂ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ, ਪਾਪੀਆ ਇਹ ਗੱਲ ਤੂੰ ਪਹਿਲਾਂ ਸੋਚਣੀ ਸੀ, ਹੁਣ ਸੋਚਣ ਦਾ ਕੀ ਫਾਇਦਾ। ਨੱਕ ਦੇ ਵਿੱਚ ਨਕੇਲ ਪਾ ਕੇ ਉਹਨੂੰ ਪੂਰੇ ਸ਼ਹਿਰ ਦੇ ਵਿੱਚ ਘੁਮਾਇਆ ਗਿਆ। ਉਸ ਤੋਂ ਬਾਅਦ ਸਿੱਖਾਂ ਨੇ ਇੱਕ ਕਾਲ ਕੋਠੜੀ ਦੇ ਵਿੱਚ ਬੰਦ ਕਰ ਦਿੱਤਾ, ਬੁਰੀ ਤਰ੍ਹਾਂ ਉਹਨੂੰ ਝੰਬਿਆ ਗਿਆ। ਉਹਦੇ ਪੂਰੇ ਪਰਿਵਾਰ ਨੂੰ ਤਸੀਹੇ ਦਿੱਤੇ ਗਏ ਤਾਂ ਕਿ ਇਸ ਪਾਪੀ ਨੂੰ ਆਪਣੇ ਪਰਿਵਾਰ ਦਾ ਦਰਦ ਮਹਿਸੂਸ ਹੋ ਸਕੇ, ਤਾਂ ਕਿ ਇਹ ਵੀ ਅੰਦਰ ਦੀ ਉਸ ਪੀੜ ਨੂੰ ਸਮਝ ਸਕੇ, ਤਾਂ ਕਿ ਇਹ ਵੀ ਉਸ ਅੰਦਰ ਦੀ ਪੀੜ ਦਾ ਦਰਦ ਮਹਿਸੂਸ ਕਰ ਸਕੇ। ਕਿੱਦਾਂ ਪਾਪੀ ਨੇ ਦਰਦ ਕਮਾਇਆ ਹੋਏਗਾ ਸਾਹਿਬਜ਼ਾਦਿਆਂ ਦੇ ਨਾਲ ਤੇ ਮਾਤਾ ਗੁਜਰ ਕੌਰ ਦੇ ਨਾਲ। ਪੂਰੇ ਪਰਿਵਾਰ ਨੂੰ ਤਸੀਹੇ ਦਿੱਤੇ ਗਏ। ਸੁੱਚਾਨੰਦ ਦੇ ਨੱਕ ਦੇ ਵਿੱਚ ਨਕੇਲ ਪਾਈ ਗਈ, ਤੇ ਨੱਕ ਦੇ ਵਿੱਚ ਨਕੇਲ ਪਾਉਣ ਤੋਂ ਬਾਅਦ ਉਹਨੂੰ ਸਰਹੰਦ ਦੀਆਂ ਗਲੀਆਂ ਗਲੀਆਂ ਦੇ ਵਿੱਚ ਫੇਰਿਆ ਗਿਆ। ਸਿੱਖਾਂ ਨੇ ਸੁੱਚਾਨੰਦ ਨੂੰ ਕੁੰਭੀ ਨਰਕ ਦੀ ਸਜ਼ਾ ਦਿੱਤੀ। ਜਿਹੜੇ ਸਰਹੰਦ ਸ਼ਹਿਰ ਦੇ ਉੱਥੇ ਵੱਸਦੇ ਲੋਕ ਸਨ, ਜਿਹੜੇ ਸੁੱਚਾਨੰਦ ਦੀਆਂ ਆਏ ਦਿਨ ਇਹਨਾਂ ਗਤੀਵਿਧੀਆਂ ਤੋਂ ਦੁਖੀ ਸਨ, ਪਰੇਸ਼ਾਨ ਸਨ, ਉਹਨਾਂ ਨੇ ਆਪਣੇ ਘਰ ਦੇ ਵਿੱਚ ਕੂੜਾ ਕਰਕਟ ਸੁੱਟ ਕੇ ਤੇ ਸੁੱਚਾਨੰਦ ਦੇ ਮੂੰਹ ਦੇ ਉੱਪਰ ਸੁੱਟਣਾ ਸ਼ੁਰੂ ਕਰ ਦਿੱਤਾ। ਬੜਾ ਭੈੜਾ ਅੰਤ ਹੋਇਆ ਉਸ ਪਾਪੀ ਦਾ। ਖਾਲਸੇ ਨੇ ਬਹੁਤ ਮਾੜੀ ਸਜ਼ਾ ਦਿੱਤੀ, ਤੇ ਇਹੋ ਜਿਹੀ ਮਾੜੀ ਸਜ਼ਾ ਇਤਿਹਾਸ ਵਿੱਚ ਸਿਰਫ ਦੋ ਬੰਦਿਆਂ ਨੂੰ ਮਿਲੀ ਹੈ, ਇੱਕ ਸੁੱਚਾਨੰਦ ਨੂੰ ਤੇ ਦੂਜੀ ਲਖਪਤ ਰਾਏ ਨੂੰ। ਲਖਪਤ ਰਾਏ ਇਤਿਹਾਸ ਦਾ ਉਹ ਖਲਨਾਇਕ ਹੋਇਆ, ਉਹ ਪਾਪੀ ਹੋਇਆ ਜਿਹਨੇ ਆਪਣੀ ਜ਼ੁਬਾਨ ਤੋਂ ਇਹ ਬੋਲ ਕਹੇ ਸਨ, ਇੱਕ ਖੱਤਰੀ ਗੁਰੂ ਨਾਨਕ ਨੇ ਇਸ ਧਰਮ ਨੂੰ ਸ਼ੁਰੂ ਕੀਤਾ ਤੇ ਮੈਂ ਖੱਤਰੀ ਇਸ ਦੁਨੀਆ ਤੋਂ ਇਸ ਧਰਮ ਨੂੰ ਮੁਕਾ ਦਿਆਂਗਾ, ਖਤਮ ਕਰ ਦਿਆਂਗਾ। ਤੇ ਲਖਪਤ ਰਾਏ ਵਰਗੇ ਪਾਪੀ ਨੇ ਗੁੜ ਕਹਿਣ ਤੇ ਵੀ ਪਾਬੰਦੀ ਲਾ ਦਿੱਤੀ। ਆਖਿਆ ਜਦੋਂ ਕੋਈ ਗੁੜ ਕਹਿੰਦਾ ਹੈ ਨਾ, ਗੁੜ ਕਿਹਾ ਜਾਏਗਾ, ਤੇ ਗੁੜ ਸ਼ਬਦ ਤੋਂ ਇਹਨਾਂ ਨੂੰ ਆਪਣੇ ਗੁਰੂ ਦੀ ਯਾਦ ਆਉਂਦੀ ਹੈ, ਇਸ ਕਰਕੇ ਗੁੜ ਸ਼ਬਦ ਨਹੀਂ ਵਰਤਿਆ ਜਾਏਗਾ, ਗੁੜ ਸ਼ਬਦ ਨਹੀਂ ਕਿਹਾ ਜਾਏਗਾ। ਪਾਬੰਦੀ ਲਾ ਦਿੱਤੀ ਤੇ ਸਿੱਖਾਂ ਨੇ ਉਸ ਪਾਪੀ ਨੂੰ ਕੁੰਭੀ ਨਰਕ ਦੀ ਸਜ਼ਾ ਦਿੱਤੀ। ਜਦੋਂ ਲਖਪਤ ਰਾਏ ਸਿੱਖਾਂ ਦੇ ਹਵਾਲੇ ਆਇਆ, ਸਿੱਖਾਂ ਨੇ ਇੱਕ ਟੋਆ ਪੁੱਟਿਆ, ਉਸ ਪਾਪੀ ਨੂੰ ਉਹਦੇ ਵਿੱਚ ਭੁੱਖਣ ਭਾਣਾ ਰੱਖਿਆ, ਤੇ ਸਵੇਰੇ ਸ਼ਾਮ ਜਿਹੜੀ ਕਿਰਿਆ ਸੀ ਉਸ ਟੋਏ ਦੇ ਵਿੱਚ ਕਰਨੀ ਸ਼ੁਰੂ ਕਰ ਦਿੱਤੀ, ਤੇ ਉਸ ਪਾਪੀ ਨੂੰ ਕੁੰਭੀ ਨਰਕ ਦੀ ਸਜ਼ਾ ਦੇ ਕੇ ਤੇ ਨਰਕਾਂ ਵਾਲੇ ਪਾਸੇ ਤੋਰਿਆ। ਇਹੋ ਜਿਹੀ ਸਜ਼ਾ ਦਿੱਤੀ ਖਾਲਸੇ ਨੇ ਪਾਪੀਆਂ ਨੂੰ। ਜਿਹੜਾ ਸੁੱਚਾਨੰਦ ਵਰਗਾ ਮਾਇਆ ਦੇ ਨਾਲ, ਮਾਇਆ ਦੇ ਢੇਰ ਤੇ ਬੈਠਾ ਹੋਇਆ ਸੀ, ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਸੁੱਚਾਨੰਦ ਪਾਪੀ ਦਾ ਅੰਤ ਕਰਕੇ ਰੱਖ ਦਿੱਤਾ। ਹੁਣ ਸਰਹੰਦ ਪੂਰੀ ਤਰ੍ਹਾਂ ਉਜਾੜ ਦਿੱਤੀ ਗਈ। ਹਰ ਇੱਕ ਸਿੱਖ ਨੂੰ ਹੁਕਮ ਕੀਤਾ, ਹਰ ਇੱਕ ਸਿੱਖ ਨੇ ਆਉਂਦੇ ਜਾਂਦੇ ਨੇ ਸਰਹੰਦ ਸ਼ਹਿਰ ਦੇ ਵਿੱਚੋਂ 5 ਇੱਟਾਂ ਨੂੰ ਜ਼ਰੂਰ ਉਖਾੜਨਾ, ਤਬਾਹ ਕਰ ਦੇਣਾ ਹੈ ਸਰਹੰਦ ਦਾ ਉਹ ਸ਼ਹਿਰ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਉੱਥੇ ਬਹੁਤ ਸਾਰਾ ਮਲਬਾ ਰੇਲਵੇ ਲਾਈਨ ਵਿਛਾਉਣ ਤੋਂ ਪਹਿਲਾਂ ਪਿਆ ਹੋਇਆ ਸੀ, ਜਿਹੜਾ ਸਿੱਖਾਂ ਨੇ ਉਖਾੜ ਕੇ ਉਜਾੜ ਕੇ ਤਬਾਹ ਕਰ ਦਿੱਤਾ ਸੀ। ਸਰਹੰਦ ਸ਼ਹਿਰ ਦੇ ਵਿੱਚ ਬਹੁਤ ਸਾਰਾ ਮਲਬਾ ਪਿਆ ਹੋਇਆ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਉੱਥੇ ਰਹਿ ਰਹੇ ਬਜ਼ੁਰਗਾਂ ਦੇ ਕੋਲੋਂ ਪੁੱਛਿਆ ਸਾਹਿਬਜ਼ਾਦਿਆਂ ਨੂੰ ਕਿੱਥੇ ਸ਼ਹੀਦ ਕੀਤਾ ਗਿਆ ਸੀ। ਅੱਜ ਉਹ ਬਜ਼ੁਰਗਾਂ ਨੇ ਉਹ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਵਿਖਾਇਆ। ਬਾਬਾ ਬੰਦਾ ਸਿੰਘ ਬਹਾਦਰ ਨੇ ਦੋਵੇਂ ਹੱਥ ਜੋੜ ਕੇ ਸਾਹਿਬਜ਼ਾਦਿਆਂ ਦੇ ਉਸ ਸ਼ਹੀਦੀ ਅਸਥਾਨ 'ਤੇ ਨਮਸਕਾਰ ਕੀਤੀ। 3 ਥਾਵਾਂ ਨੇ ਉਹ ਸਰਹੰਦ ਦੀ ਧਰਤੀ 'ਤੇ। ਇੱਕ ਉਹ ਥਾਂ ਠੰਡਾ ਬੁਰਜ ਜਿੱਥੇ ਮਾਤਾ ਗੁਜਰ ਕੌਰ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਰੱਖਿਆ ਗਿਆ। ਇੱਕ ਉਹ ਥਾਂ ਜਿੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਤੇ ਤੀਜੀ ਉਹ ਥਾਂ ਪਵਿੱਤਰ ਸਰਹੰਦ ਦੀ ਧਰਤੀ 'ਤੇ ਜਿੱਥੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ। 3 ਥਾਵਾਂ ਸਨ ਸਰਹੰਦ ਦੀ ਧਰਤੀ 'ਤੇ। ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ 3 ਥਾਵਾਂ ਨੂੰ ਸੰਭਾਲਣ ਦਾ ਯਤਨ ਕੀਤਾ, ਪਰ ਹੋਣੀ ਕਰਤਾਰ ਦੀ ਸਾਧ ਸੰਗਤ ਬਹੁਤਾ ਲੰਮਾ ਸਮਾਂ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ 'ਤੇ ਰਾਜ ਨਾ ਕਰ ਸਕੇ।
ਸਰਹੰਦ ਦਾ ਪਹਿਲਾ ਸੂਬੇਦਾਰ ਸਰਦਾਰ ਬਾਜ ਸਿੰਘ ਨੂੰ ਲਗਾਇਆ। ਯਾਦਗਾਰਾਂ ਤਾਂ ਸਨ, ਪਰ ਉਹਨਾਂ ਨੂੰ ਕੋਈ ਰੂਪ ਨਾ ਦਿੱਤਾ ਗਿਆ। ਅਖੀਰ ਤੇ 1764 ਦਾ ਸਮਾਂ ਆਉਂਦਾ। ਸਰਹੰਦ ਦਾ ਸੂਬੇਦਾਰ ਸੀ ਜੈਨ ਖਾਂ, ਰਾਜ ਕਰਦਾ ਸੀ ਸਰਹੰਦ ਦੀ ਧਰਤੀ ਤੇ। ਉਸ ਵਕਤ ਸਿੱਖ ਪੰਥ ਦੀ ਵਾਗਡੋਰ ਸਰਦਾਰ ਬਹਾਦਰ ਸੁਲਤਾਨ ਕੌਮ ਦਾ, ਜਿਨ੍ਹਾਂ ਨੂੰ ਖਿਤਾਬ ਦਿੱਤਾ ਗਿਆ ਸੀ, ਜੱਸਾ ਸਿੰਘ ਆਹਲੂਵਾਲੀਏ ਦੇ ਅਧੀਨ ਸੀ। ਜੱਸਾ ਸਿੰਘ ਆਹਲੂਵਾਲੀਏ ਨੇ ਸਿੱਖਾਂ ਨੂੰ ਇਕੱਠਿਆਂ ਕੀਤਾ। ਆਖਿਆ, ਸਿੱਖੋ, ਅੱਜ ਫਿਰ ਸਰਹੰਦ ਦੀ ਧਰਤੀ ਤੁਹਾਨੂੰ ਆਵਾਜ਼ਾਂ ਮਾਰਦੀ ਹੈ, ਅਸੀਂ ਸਰਹੰਦ ਨੂੰ ਫਤਿਹ ਕਰਨਾ ਹੈ। 1764 ਈਸਵੀ ਦੇ ਵਿੱਚ ਸਰਹੰਦ ਦੀ ਧਰਤੀ ਨੂੰ ਜੱਸਾ ਸਿੰਘ ਆਹਲੂਵਾਲੀਏ ਦੇ ਜਥੇ ਦੇ ਵੱਲੋਂ ਫਤਿਹ ਕੀਤਾ ਜਾਂਦਾ ਹੈ। ਜੱਸਾ ਸਿੰਘ ਆਹਲੂਵਾਲੀਏ ਨੇ ਸਰਹੰਦ ਦੀ ਧਰਤੀ ਤੇ ਇੱਕ ਚਾਦਰ ਵਿਛਾਈ, ਕਿਉਂਕਿ 62 ਦੇ ਵਿੱਚ ਘੱਲੂਘਾਰਾ ਵਾਪਰ ਚੁੱਕਾ ਸੀ। 64 ਦੇ ਵਿੱਚ ਸਿੱਖਾਂ ਨੇ ਸਰਹੰਦ ਦੀ ਧਰਤੀ ਨੂੰ ਫਤਿਹ ਕੀਤਾ ਤੇ ਉੱਥੇ ਇੱਕ ਚਾਦਰ ਵਿਛਾਈ। ਆਖਿਆ, ਸਿੱਖੋ, ਜਿੰਨੀ ਵੀ ਤੁਹਾਡੇ ਕੋਲ ਮਾਇਆ ਹੈ, ਉਸ ਮਾਇਆ ਨੂੰ ਇਸ ਇੱਕ ਥਾਂ ਤੇ ਇਕੱਤਰ ਕੀਤਾ ਜਾਏ, ਤਾਂ ਕਿ ਸਾਹਿਬਜ਼ਾਦਿਆਂ ਦੇ ਉਹਨਾਂ ਸ਼ਹੀਦੀ ਯਾਦਗਾਰਾਂ ਨੂੰ ਅਸੀਂ ਉਹਨਾਂ ਦਾ ਇੱਥੇ ਇਸ ਧਰਤੀ ਤੇ ਨਿਰਮਾਣ ਕਰਵਾ ਸਕੀਏ। ਜਿਹੜੇ ਸਿੱਖ ਕੋਲ ਜਿੰਨੇ ਵੀ ਪੈਸੇ ਸਨ, ਉਹਨਾਂ ਨੇ ਉਸ ਚਾਦਰ ਦੇ ਉੱਪਰ ਢੇਰੀ ਲਾ ਦਿੱਤੀ। ਇਤਿਹਾਸ ਦੇ ਮੁਤਾਬਕ ਉਸ ਵਕਤ 9.5 ਲੱਖ ਰੁਪਈਆ ਇੱਕ ਵਕਤ ਸਿੱਖਾਂ ਨੇ ਸਰਹੰਦ ਦੀ ਧਰਤੀ ਤੇ ਇਕੱਠਾ ਕੀਤਾ, ਜਿਹਦੇ ਨਾਲ 1764 ਈਸਵੀ ਦੇ ਵਿੱਚ ਸਿੱਖਾਂ ਨੇ ਸਰਹੰਦ ਦੀ ਧਰਤੀ ਤੇ ਸਾਹਿਬਜ਼ਾਦਿਆਂ ਦੇ ਸੰਬੰਧ ਵਿੱਚ ਜਿਹੜੇ ਅਸਥਾਨ ਸਨ, ਉਹਨਾਂ ਦਾ ਨਿਰਮਾਣ ਕਰਵਾਇਆ। ਉੱਥੇ ਸਾਹਿਬਜ਼ਾਦਿਆਂ ਦੀਆਂ ਯਾਦਗਾਰਾਂ ਨੂੰ ਕਾਇਮ ਕੀਤਾ। ਤੇ ਇਤਿਹਾਸ ਦੱਸਦਾ ਹੈ, ਉਸ ਵਕਤ ਬਾਬਾ ਬੁੱਢਾ ਸਿੰਘ ਦੇ ਹਿੱਸੇ ਇਹ ਸੇਵਾ ਆਈ ਸੀ। ਸਿੱਖ ਪੰਥ ਦਾ ਬੜਾ ਦਾਨਾ ਜਰਨੈਲ ਹੋਇਆ ਬਾਬਾ ਬੁੱਢਾ ਸਿੰਘ। ਕਿਤੇ ਫੇਰ ਸਮਾਂ ਬਣਿਆ ਤੇ ਅਸੀਂ ਉਹਨਾਂ ਦੇ ਪਿਛੋਕੜ ਵਿੱਚ ਜਾਣ ਦਾ ਯਤਨ ਕਰਾਂਗੇ। ਕਿੱਡੀਆਂ ਵੱਡੀਆਂ ਘਾਲਣਾਵਾਂ ਉਹਨਾਂ ਨੇ ਖਾਲਸਾ ਪੰਥ ਵਾਸਤੇ ਘਾਲੀਆਂ ਸਨ। ਤੇ ਜਿਹੜੀ ਗੁਰੂ ਮਾਰੀ ਸਰਹੰਦ ਸੀ, ਉਹਨੂੰ ਪੂਰੀ ਤਰ੍ਹਾਂ ਉਜਾੜ ਦਿੱਤਾ ਗਿਆ। ਖੋਤਿਆਂ ਦੇ ਨਾਲ ਉਸ ਧਰਤੀ ਤੇ ਹਲ ਵਾਹਿਆ ਗਿਆ। ਹਲ ਵਾਹੁਣ ਤੋਂ ਬਾਅਦ ਗੁਰੂ ਕੇ ਦੂਲੇ ਪੰਥ ਨੇ 1764 ਈਸਵੀ ਦੇ ਵਿੱਚ ਉਸ ਥਾਂ ਤੇ ਸਾਹਿਬਜ਼ਾਦਿਆਂ ਦੀਆਂ ਯਾਦਗਾਰਾਂ ਕਾਇਮ ਕੀਤੀਆਂ। ਤੇ ਮੈਂ ਤੁਹਾਨੂੰ ਅੱਜ ਦੇ ਦਿਨ ਦੇ ਸੰਬੰਧ ਵਿੱਚ ਬੇਨਤੀ ਕਰਨੀ ਚਾਹੁੰਦਾ ਹਾਂ, ਗੁਰੂ ਕੇ ਸਿੱਖੋ, ਕਦੀ ਨਾ ਭੁਲਾਇਓ ਆਪਣੇ ਇਤਿਹਾਸ ਦੇ ਇਹਨਾਂ ਨਾਇਕਾਂ ਨੂੰ। ਠੀਕ ਆ ਵੀ ਸਾਡੇ ਬੱਚੇ ਟੀਵੀ ਤੇ ਸੀਰੀਅਲ ਵੇਖਦੇ ਨੇ ਤੇ ਆ ਜਿਹੜੇ ਨਕਲੀ ਜਿਹੇ ਹੀਰੋ ਨੇ, ਇਹਨਾਂ ਤੋਂ ਬੜਾ ਪ੍ਰਭਾਵਿਤ ਹੁੰਦੇ ਨੇ, ਪਰ ਜਿਹੜੇ ਸਾਡੇ ਅਸਲੀ ਹੀਰੋ ਨੇ, ਉਹ ਨੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਅਸੀਂ ਰੋਲ ਮਾਡਲ ਬਣਾਈਏ ਇਹਨਾਂ ਨੂੰ, ਅਸੀਂ ਇਹਨਾਂ ਨੂੰ ਆਪਣੇ ਹੀਰੋ ਮੰਨੀਏ। ਸਾਡੇ ਹੀਰੋ ਨੇ, ਠੀਕ ਹੈ ਵੀ 7 ਤੇ 9 ਸਾਲ ਦੀਆਂ ਉਮਰਾਂ ਨੇ। ਸਾਨੂੰ ਹੀਰੋ ਪਤਾ ਕਿਹੜੇ ਲੱਗਦੇ ਨੇ? ਜਿਨ੍ਹਾਂ ਦੇ ਬੜੇ ਤਗੜੇ ਤਗੜੇ ਸਰੀਰ ਹੁੰਦੇ ਨੇ, ਜਿਹੜੇ ਸਿਰਫ ਫਿਲਮਾਂ ਦੇ ਵਿੱਚ ਹੀ ਇੱਕ ਦੂਜੇ ਨੂੰ ਮਰਨਾ ਤੇ ਮਰਾਉਣਾ ਜਾਣਦੇ ਨੇ। ਸਾਨੂੰ ਉਹ ਹੀਰੋ ਬੜੇ ਚੰਗੇ ਲੱਗਦੇ ਨੇ, ਸੈਲੀਬ੍ਰਿਟੀ ਨੇ ਨਾ, ਅਸੀਂ ਉਹਨਾਂ ਦੇ ਨਾਲ ਫੋਟੋਆਂ ਖਿਚਵਾ ਕੇ ਬੜਾ ਮਾਣ ਮਹਿਸੂਸ ਕਰਦੇ ਹਾਂ। ਪਰ ਇਸ ਗੱਲ ਦੇ ਵਿੱਚ ਮਾਣ ਮਹਿਸੂਸ ਕਰੀਏ ਵੀ ਅਸੀਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਵਾਰਸ ਹਾਂ। ਮਾਣ ਸਾਨੂੰ ਇਸ ਗੱਲ ਦਾ ਹੋਣਾ ਚਾਹੀਦਾ। ਉਹ ਤਾਂ ਵਕਤੀ ਤੌਰ ਤੇ ਨੇ। ਹੁਣ ਤੁਹਾਨੂੰ ਵੀ ਪਤਾ ਲੱਗ ਹੀ ਗਿਆ, ਜਦੋਂ ਪਿਛਲੇ ਸਮੇਂ 'ਚ ਕਿਸਾਨੀ ਅੰਦੋਲਨ ਚੱਲਿਆ ਸੀ, ਤੁਹਾਡੇ ਜਿਨ੍ਹਾਂ ਨੂੰ ਤੁਸੀਂ ਰੋਲ ਮਾਡਲ ਮੰਨਦੇ ਸੀ, ਉਹਨਾਂ ਵਿੱਚੋਂ ਕਿੰਨਿਆਂ ਕੁ ਨੇ ਤੁਹਾਡਾ ਸਾਥ ਦਿੱਤਾ ਹੈ? ਕਿੰਨੇ ਕੁ ਸਰਕਾਰ ਦੇ ਖਿਲਾਫ ਜਾਣ ਦੀ ਅੰਦਰ ਜੁਰਤ ਰੱਖਦੇ ਨੇ? ਕਿੰਨਿਆਂ ਕੁ ਦੇ ਕੋਲ ਐਸਾ ਜਜ਼ਬਾ ਹੈ? ਪਤਾ ਤੁਹਾਨੂੰ ਸਾਰਿਆਂ ਨੂੰ ਲੱਗ ਹੀ ਗਿਆ। ਅਸੀਂ ਸਾਰੇ ਸਾਹਿਬਜ਼ਾਦਿਆਂ ਨੂੰ ਆਪਣਾ ਰੋਲ ਮਾਡਲ ਮੰਨੀਏ। ਅੱਜ ਦੇ ਦਿਨ ਸਰਹੰਦ ਦੀ ਉਸ ਦੀਵਾਰ ਦਾ ਤੁਹਾਨੂੰ ਵਾਸਤਾ, ਜਿੰਨੀਆਂ ਕੁ ਜੀਵਨ ਦੇ ਵਿੱਚ ਕਮੀਆਂ ਪੇਸ਼ੀਆਂ ਨੇ, ਅਸੀਂ ਸਾਰਿਆਂ ਨੂੰ ਭੁਲਾ ਕੇ ਸਾਹਿਬਜ਼ਾਦਿਆਂ ਦੇ ਪਾਏ ਹੋਏ ਉਹਨਾਂ ਪੂਰਨਿਆਂ 'ਤੇ ਚੱਲਣ ਦਾ ਯਤਨ ਕਰੀਏ। ਜਿਹੜਾ ਸੁਪਨਾ ਸਾਨੂੰ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਦਿੱਤਾ ਸੀ ਨਾ, ਅਸੀਂ ਸਾਰੇ ਉਸ ਸੁਪਨੇ ਨੂੰ ਪੂਰਾ ਕਰੀਏ। ਜਿਹੜੀ ਗੱਲ ਕਵੀ ਅੱਲਾ ਯਾਰ ਖਾਂ ਜੋਗੀ ਨੇ ਲਿਖੀ ਸੀ, ਕਹਿੰਦਾ ਠੋਡੀ ਤੱਕ ਈਂਟੇ ਚਿਣਦੀ ਗਈ। ਸਾਹਿਬਜ਼ਾਦਿਆਂ ਨੂੰ ਜਦੋਂ ਨੀਹਾਂ ਵਿੱਚ ਚਿਣਿਆ ਗਿਆ, ਬਸ ਸਮਾਪਤੀ ਹੈ। ਮੈਂ ਅਖੀਰ ਵਿੱਚ ਇੱਕੋ ਸ਼ੇਰ ਕਹਿ ਕੇ ਤੁਹਾਡੇ ਤੋਂ ਖਿਮਾ ਦਾ ਜਾਚਕ ਹੋ ਜਾਣਾ ਹੈ। ਕਵੀ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ, ਠੋਡੀ ਤੱਕ ਈਂਟੇ ਚਿਣਦੀ ਗਈ, ਮੂੰਹ ਤੱਕ ਆ ਗਈ। ਜਦੋਂ ਠੋਡੀ ਤੱਕ ਦੀਵਾਰ ਆਈ ਨਾ, ਜਿਹੜੀ ਇੱਟਾਂ ਦੇ ਨਾਲ ਜਲਾਦਾਂ ਦੇ ਵੱਲੋਂ ਚਿਣੀ ਜਾ ਰਹੀ ਸੀ, ਠੋਡੀ ਤੱਕ ਈਂਟੇ ਚਿਣਦੀ ਗਈ, ਮੂੰਹ ਤੱਕ ਆ ਗਈ, ਬੀਨੀ ਕੋ ਟਾਂਪਤੇ ਹੀ ਉਹ ਆਂਖੋਂ ਪੇਸ਼ ਆ ਗਈ। ਜਦੋਂ ਥੋੜ੍ਹੀ ਜਿਹੀ ਹੋਰ ਗਈ ਤੇ ਉਸ ਦੀਵਾਰ ਨੇ ਸਾਹਿਬਜ਼ਾਦਿਆਂ ਦੀਆਂ ਦੋਵਾਂ ਅੱਖਾਂ ਨੂੰ ਵੀ ਆਪਣੀ ਬੁੱਕਲ ਦੇ ਵਿੱਚ ਲੈ ਲਿਆ। ਬੀਨੀ ਕੋ ਟਾਂਪਤੇ ਹੀ ਉਹ ਆਂਖੋਂ ਪੇ ਜਾ ਗਈ, ਹਰ ਚਾਂਦ ਕੋ ਜਬੀ ਸਾ ਗ੍ਰਹਿਣ ਸਾ ਲਗਾ ਗਈ। ਮਾਨੋ ਇੱਦਾਂ ਹੋਇਆ ਜਿਵੇਂ ਚੰਦਰਮਾ ਨੂੰ ਕਿਸੇ ਨੇ ਗ੍ਰਹਿਣ ਲਾ ਦਿੱਤਾ ਹੋਵੇ। ਚੰਦਰਮਾ ਆਕਾਸ਼ ਦੇ ਵਿੱਚ ਚਮਕਦਾ ਹੈ ਨਾ, ਚੰਦਰਮਾ ਆਕਾਸ਼ ਵਿੱਚ ਚਮਕਦਾ ਹੈ, ਪਰ ਜਦੋਂ ਚੰਦਰਮਾ ਨੂੰ ਗ੍ਰਹਿਣ ਲੱਗ ਜਾਵੇ ਤੇ ਚੰਦਰਮਾ ਦੀ ਰੌਸ਼ਨੀ ਫਿੱਕੀ ਪੈ ਜਾਂਦੀ ਹੈ।
ਉਹਦਾ ਪ੍ਰਭਾਵ ਘਟ ਜਾਂਦਾ ਹੈ। ਕਵੀ ਅੱਲਾ ਯਾਰ ਖਾਂ ਜੋਗੀ ਲਿਖਦਾ ਹੈ, ਹਰ ਚਾਂਦ ਸੀ ਜਬੀ ਕੋ ਗ੍ਰਹਿਣ ਸਾ ਲਗਾ ਗਈ। ਮਾਨੋ ਜਦੋਂ ਸਾਹਿਬਜ਼ਾਦਿਆਂ ਦੇ ਮੁਖੜੇ ਦੇ ਅੱਗੇ ਇੱਟਾਂ ਆਈਆਂ ਤੇ ਇੱਦਾਂ ਲੱਗਾ ਜਿਵੇਂ ਚੰਦਰਮਾ ਨੂੰ ਗ੍ਰਹਿਣ ਲੱਗ ਗਿਆ ਹੋਵੇ। ਅੱਗੇ ਲਿਖਦਾ, ਕਹਿੰਦਾ ਲਖਤੇ ਜਿਗਰ ਗੁਰੂ ਕੇ ਉਹ ਦੋਨੋਂ ਛੁਪਾ ਗਈ। ਗੁਰੂ ਦੇ ਲਖਤੇ ਜਿਗਰ ਧੰਨ ਬਾਬਾ ਜ਼ੋਰਾਵਰ ਸਿੰਘ ਤੇ ਧੰਨ ਬਾਬਾ ਫਤਿਹ ਸਿੰਘ ਦੋਵਾਂ ਨੂੰ ਆਪਣੀ ਬੁਕਲ ਦੇ ਵਿੱਚ ਸਰਹੰਦ ਦੀ ਉਸ ਦੀਵਾਰ ਨੇ ਲੈ ਲਿਆ। ਅਖੀਰ ਤੇ ਜੋਗੀ ਜੀ ਲਿਖਦੇ ਨੇ, ਜੋਗੀ ਜੀ इसके बाद हुई थोड़ी ही देर थी, बस्ती सरहंद हुई ईंटों का ढेर थी। ਜਿਹੜੀ ਸਰਹੰਦ ਨਗਰੀ ਵਸਦੀ ਸੀ, ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਉਹ ਮਿੱਟੀ ਦਾ ਢੇਰ ਹੋ ਗਈ। ਕਿਉਂਕਿ ਪਾਪੀ ਸਦਾ ਇਸ ਦੁਨੀਆ ਦੇ ਵਿੱਚ ਨਹੀਂ ਰਹਿੰਦੇ। ਤੁਸੀਂ ਪੁਰਾਣਾ ਇਤਿਹਾਸ ਪੜ੍ਹ ਕੇ ਵੇਖ ਲਓ, ਪਾਪੀ ਦਾ ਅੰਤ ਹੁੰਦਾ ਹੈ। ਅੱਜ ਸਰਹੰਦ ਦੀ ਧਰਤੀ ਤੇ ਜੋੜ ਮੇਲਾ ਲੱਗਦਾ, ਕੌਣ ਵਜੀਦੇ ਨੂੰ ਯਾਦ ਕਰਦਾ? ਉੱਥੇ ਅੱਜ ਵੀ ਸਾਹਿਬਜ਼ਾਦਿਆਂ ਦੀਆਂ ਬਾਤਾਂ ਹੁੰਦੀਆਂ ਨੇ। ਸਾਹਿਬਜ਼ਾਦਿਆਂ ਨੇ ਸਰਹੰਦ ਦੀ ਉਸ ਧਰਤੀ ਨੂੰ ਬੜਾ ਪਵਿੱਤਰ ਤੇ ਬੜਾ ਪਾਕ ਕਰ ਦਿੱਤਾ। ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੀਆਂ ਨਸਲਾਂ, ਆਉਣ ਵਾਲੀਆਂ ਸਦੀਆਂ ਵੀ ਸਾਹਿਬਜ਼ਾਦਿਆਂ ਦੇ ਨਾਮ ਨੂੰ ਉਸ ਧਰਤੀ ਤੋਂ ਕਦੀ ਮਿਟਾ ਨਹੀਂ ਸਕਣਗੀਆਂ। ਸਾਹਿਬਜ਼ਾਦਿਆਂ ਦਾ ਨਾਮ ਉਸ ਧਰਤੀ ਤੇ ਸਦਾ ਤਾਰਿਆਂ ਦੀ ਤਰ੍ਹਾਂ ਚਮਕਦਾ ਰਹੇਗਾ। ਸਰਹੰਦ ਦੀਆਂ ਉਹ ਨੀਆਂ ਸਾਨੂੰ ਵੀ ਸਾਰਿਆਂ ਨੂੰ ਪੁਕਾਰ ਪੁਕਾਰ ਕੇ ਕਹਿ ਰਹੀਆਂ ਨੇ, ਆਓ ਗੁਰੂ ਗੋਬਿੰਦ ਸਿੰਘ ਦੇ ਵਾਰਸ ਬਣੀਏ, ਆਓ ਗੁਰੂ ਪੰਥ ਦੇ ਹਿੱਸੇ ਬਣ ਕੇ ਅਸੀਂ ਵੀ ਆਪਣੀ ਜ਼ਿੰਦਗੀ ਨੂੰ ਗੁਰੂ ਪੰਥ ਦੇ ਲੇਖੇ ਲਾਈਏ। ਬੜਾ ਜ਼ਰੂਰੀ ਹੈ, ਕਿਉਂਕਿ ਸਾਡੇ ਨਾਲ ਹੀ ਪੰਥ ਵੱਸਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ ਨਾ, ਮੈਂ ਉਜੜਾ ਤੇ ਪੰਥ ਵਸੈ, ਮਨ ਚਾਓ ਘਨੇਰਾ। ਮਨ ਵਿੱਚ ਚਾਅ ਹੈ, ਮੈਂ ਭਾਵੇਂ ਉਜੜ ਜਾਵਾਂ ਪਰ ਮੇਰਾ ਪੰਥ ਵਸਣਾ ਚਾਹੀਦਾ। ਉਸ ਪੰਥ ਦੇ ਹਿੱਸੇ ਦੇ ਵਿੱਚ ਅਸੀਂ ਵੀ ਸਾਰੇ ਆਉਨੇ, ਅਸੀਂ ਵੀ ਪੰਥ ਦੇ ਪਹਿਰੇਦਾਰ ਆ। ਅਤੇ ਮੈਨੂੰ ਗੱਲ ਬੜੀ ਕਮਾਲ ਦੀ ਲੱਗਦੀ ਹੈ ਇਤਿਹਾਸ ਦੀ। ਕਈ ਵਾਰੀ ਨਾ ਅਸੀਂ ਨਿੱਕੀਆਂ ਨਿੱਕੀਆਂ ਮੁਸ਼ਕਿਲਾਂ ਤੋਂ ਘਬਰਾ ਜਾਂਦੇ ਹਾਂ, ਸੋਚਦੇ ਹਾਂ ਕੀ ਰੱਖਿਆ ਇਸ ਜ਼ਿੰਦਗੀ ਦੇ ਵਿੱਚ, ਤੁਰ ਜਾਣਾ ਚਾਹੀਦਾ ਇਸ ਸੰਸਾਰ ਤੋਂ। ਅੱਜ ਸੁਸਾਈਡ ਦੀਆਂ ਬੜੀਆਂ ਘਟਨਾ ਸਮਾਜ ਵਿੱਚ ਵਾਪਰਦੀਆਂ ਨੇ। ਸਵੇਰ ਵੇਲੇ ਪੇਪਰ ਫੜੋ ਤੇ ਪਤਾ ਲੱਗਦਾ ਹੈ ਇੱਕ ਭਰਾ ਨੇ ਫਾਹ ਲੈ ਲਿਆ, ਦਵਾਈ ਖਾ ਲਈ, ਆਪਣੀ ਜ਼ਿੰਦਗੀ ਦੀ ਲੀਲਾ ਨੂੰ ਸਮਾਪਤ ਕਰ ਦਿੱਤਾ। ਜਦੋਂ ਤੁਹਾਡੇ ਮਨ ਵਿੱਚ ਕਦੀ ਇੱਦਾਂ ਦਾ ਖਿਆਲ ਆਵੇ ਨਾ, ਤੇ ਕਦੀ ਤੱਕ ਕੇ ਵੇਖੋ ਉਹਨਾਂ ਸਰਹੰਦ ਦੀਆਂ ਨੀਹਾਂ ਨੂੰ, ਕਿੱਦਾਂ ਦਾ ਮੰਜ਼ਰ ਹੋਏਗਾ ਉਹ। ਅਸੀਂ ਤੇ ਨਿੱਕੀਆਂ ਨਿੱਕੀਆਂ ਮੁਸ਼ਕਿਲਾਂ ਤੋਂ ਬੜੀ ਛੇਤੀ ਘਬਰਾ ਜਾਂਦੇ ਹਾਂ, ਡਰ ਜਾਂਦੇ ਹਾਂ। ਮੈਂ ਜਦੋਂ ਇਤਿਹਾਸ ਪੜ੍ਹਦਾ ਨਾ, ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ, ਜਿਨ੍ਹਾਂ ਦਾ ਨਾਮ ਤੁਸੀਂ ਸਾਰਿਆਂ ਨੇ ਪਹਿਲਾਂ ਵੀ ਸੁਣਿਆ ਹੋਵੇਗਾ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਦਰਬਾਰ ਸਾਹਿਬ ਦੇ ਵਿੱਚੋਂ ਵੱਢ ਕੇ ਤੇ ਬੀਕਾਨੇਰ ਦੇ ਸਥਾਨ 'ਤੇ ਲੈ ਕੇ ਗਏ ਸਨ। ਬੜਾ ਚਮਕਦਾ ਨਾਂ ਹੈ ਇਤਿਹਾਸ ਵਿੱਚ। ਸਿੱਖ ਬਣ ਗਏ, ਸੁਣਿਓ ਸਾਧ ਸੰਗਤ ਧਿਆਨ ਨਾਲ, ਉਹ ਸਿੱਖ ਬਣ ਗਏ। ਮਾਤਾ ਪਿਤਾ ਨੂੰ ਮਨ ਦੇ ਵਿੱਚ ਡਰ ਲੱਗਾ ਵੀ ਸਿੱਖ ਬਣ ਗਏ ਨੇ, ਮੁਗਲਿਆ ਹਕੂਮਤ ਸਿੰਘਾਂ ਦੀ ਵੈਰੀ ਹੈ, ਪਤਾ ਨਹੀਂ ਕਦੋਂ ਸਾਡੇ ਪਰਿਵਾਰ 'ਤੇ ਔਖੀ ਘੜੀ ਆ ਜਾਏਗੀ, ਪਤਾ ਨਹੀਂ ਕਦੋਂ ਸਾਡੇ ਪਰਿਵਾਰ 'ਤੇ ਮੁਸ਼ਕਲ ਦੀ ਘੜੀ ਬਣੀ ਤੇ ਸਾਨੂੰ ਸਾਰਿਆਂ ਨੂੰ ਮੁਗਲਿਆ ਹਕੂਮਤ ਨੇ ਮਾਰ ਦੇਣਾ ਹੈ। ਜਦੋਂ ਰਾਤ ਨੂੰ ਸੁੱਤੇ ਸਨ ਨਾ ਬਾਬਾ ਜੀ ਸਰਦਾਰ ਸੁੱਖਾ ਸਿੰਘ, ਜਦੋਂ ਰਾਤ ਨੂੰ ਸੁੱਤੇ ਤੇ ਮਾਂ ਨੇ ਤੇ ਪਿਤਾ ਨੇ ਦੋਵਾਂ ਨੇ ਰਲ ਕੇ ਤੇ ਉਹਨਾਂ ਦੇ ਕੇਸ ਕਤਲ ਕਰ ਦਿੱਤੇ। ਅੱਧੀ ਰਾਤ ਨੂੰ ਕੇਸ ਕਤਲ ਕਰ ਦਿੱਤੇ। ਜਦੋਂ ਸਵੇਰੇ ਉੱਠ ਕੇ ਵੇਖਿਆ ਮੇਰੇ ਕੇਸ ਕਤਲ ਕਰ ਦਿੱਤੇ ਨੇ। ਆਪਣੀ ਜ਼ਿੰਦਗੀ ਦੀ ਲੀਲਾ ਨੂੰ ਸਮਾਪਤ ਕਰਨ ਬਾਰੇ ਸੋਚਿਆ, ਗੁਰੂ ਤੋਂ ਬਿਨਾਂ ਮੈਂ ਕਿੱਦਾਂ ਜੀਂਦਾ ਰਹਾਂਗਾ, ਗੁਰੂ ਤੋਂ ਬਿਨਾਂ ਮੇਰਾ ਜੀਣਾ ਧਿਰਕਾਰ ਹੈ। ਜ਼ਿੰਦਗੀ ਦੀ ਲੀਲਾ ਨੂੰ ਸਮਾਪਤ ਕਰਨ ਬਾਰੇ ਸੋਚਿਆ। ਪਿੰਡ ਦੇ ਵਿੱਚ ਨੇੜੇ ਖੂਹ ਸੀ, ਖੂਹ 'ਤੇ ਗਏ ਤੇ ਜਾ ਕੇ ਖੂਹ ਦੇ ਵਿੱਚ ਛਾਲ ਮਾਰ ਦਿੱਤੀ। ਖੂਹ ਦੇ ਵਿੱਚ ਪਾਣੀ ਘੱਟ ਸੀ, ਉਹਨਾਂ ਦੀ ਜਾਨ ਬਚ ਗਈ। ਕੋਈ ਸਿੱਦਕੀ ਸਿੱਖ ਨੇੜੇ ਘੁੰਮ ਰਿਹਾ ਸੀ, ਉਹਨਾਂ ਆਖਿਆ, ਜੱਸਾ ਸਿਆਂ, ਸੁੱਖਾ ਸਿਆਂ, ਕਿਉਂ ਆਪਣੀ ਜ਼ਿੰਦਗੀ ਨੂੰ ਤਬਾਹ ਕਰ ਰਿਹਾ ਹੈ? ਆਪਣੀ ਜ਼ਿੰਦਗੀ ਨੂੰ ਗੁਰੂ ਪੰਥ ਦੇ ਲੇਖੇ ਲਾ, ਇੱਦਾਂ ਅਜਾਈ ਮੌਤ ਨਾ ਮਰ, ਸੱਚੀ ਮਰਨਾ ਤੇ ਗੁਰੂ ਪੰਥ ਦੇ ਲੇਖੇ ਲਾ ਕੇ ਮਰ। ਤੇ ਇਤਿਹਾਸ ਦਾ ਉਹ ਨਾਇਕ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ, ਜਿਹਨੇ ਮੱਸੇ ਰੰਗੜ ਦਾ ਸਿਰ ਵੱਢ ਕੇ ਇਤਿਹਾਸ ਵਿੱਚ ਸਦਾ ਵਾਸਤੇ ਨਾਮ ਚਮਕਾ ਦਿੱਤਾ, ਉਹ ਨਾਇਕ ਹੈ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਦਾ ਰਹਿਣ ਵਾਲਾ। ਪੜ੍ਹੋ ਇਹਨਾਂ ਇਤਿਹਾਸ ਦੀਆਂ ਸਾਖੀਆਂ ਨੂੰ। ਐਵੇਂ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਕਦੀ ਨਾ ਘਬਰਾਇਓ, ਮੈਂ ਆਪਣੀ ਜ਼ਿੰਦਗੀ ਨੂੰ ਸਮਾਪਤ ਕਰ ਲੈਣਾ ਹੈ, ਮੈਂ ਜ਼ਿੰਦਗੀ ਦੇ ਵਿੱਚ ਕਦੀ ਸਫਲ ਨਹੀਂ ਹੋ ਸਕਿਆ, ਮੈਂ ਜ਼ਿੰਦਗੀ ਦੇ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਘਬਰਾਉਣਾ ਛੱਡ ਕੇ ਸੱਚਮੁੱਚ ਹੀ ਵਾਰਸ ਬਣੀਏ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ। ਸਰਹੰਦ ਦੀਆਂ ਨੀਹਾਂ ਨੇ ਸਾਨੂੰ ਇਹ ਸਬਕ ਦਿੱਤਾ। ਜਿਵੇਂ ਅਸੀਂ ਕੋਤਵਾਲੀ ਤੋਂ ਸਬਕ ਸਿੱਖਿਆ ਸੀ ਨਾ, ਇਹ ਵੀ ਭਾਵੇਂ ਜ਼ਾਲਮ ਤੁਹਾਨੂੰ ਜੇਲ੍ਹਾਂ ਦੇ ਵਿੱਚ ਪਾ ਦੇਣ, ਪਰ ਤੁਹਾਡੀ ਆਜ਼ਾਦ ਸੋਚ ਨੂੰ ਕਦੀ ਜ਼ਾਲਮ ਥਿੜਕਾ ਨਹੀਂ ਸਕਣਗੇ।
ਤੇ ਸਰਹੰਦ ਦੀਆਂ ਦੀਵਾਰਾਂ ਵੀ ਸਾਨੂੰ ਵਾਸਤਾ ਪਾਉਂਦੀਆਂ ਨੇ। ਕਿੰਨੀ ਵੀ ਮੁਸ਼ਕਲ ਦੀ ਘੜੀ ਹੋਵੇ, ਕਿੰਨਾ ਵੀ ਔਖਾ ਸਮਾਂ ਹੋਵੇ, ਕਿੰਨਾ ਵੀ ਔਖਾ ਪੰਧ ਹੋਵੇ, ਪਰ ਸਿੱਖ ਨੇ ਕਦੀ ਘਬਰਾਉਣਾ ਨਹੀਂ। ਸਿੱਖ ਨੇ ਮੁਸ਼ਕਲਾਂ ਦਾ ਡਟ ਕੇ ਸਾਹਮਣਾ ਕਰਨਾ। ਇਹ ਸਬਕ ਸਾਨੂੰ ਸਰਹੰਦ ਦੀਆਂ ਨੀਆਂ ਨੇ ਸਿਖਾਇਆ। ਸੋ ਆਪ ਸਰਬੱਤ ਸੰਗਤ ਦਾ ਤਹਿ ਦਿਲੋਂ ਧੰਨਵਾਦ, ਜਿਨ੍ਹਾਂ ਨੇ ਬੜੇ ਲੰਮੇ ਸਮੇਂ ਤੋਂ ਪਿਛਲੇਰੇ ਦੀਵਾਨਾਂ ਦੇ ਵਿੱਚ ਵੀ ਵੱਧ ਚੜ੍ਹ ਕੇ ਹਾਜ਼ਰੀਆਂ ਭਰੀਆਂ ਨੇ। ਅਸੀਂ ਸਮੁੱਚੇ ਦਿਨਾਂ ਦੇ ਵਿੱਚ ਸਾਹਿਬਜ਼ਾਦਿਆਂ ਦੀ ਉਸ ਮਹਾਨ ਗਾਥਾ ਨੂੰ ਆਪ ਸਰਬੱਤ ਸੰਗਤ ਨਾਲ ਸਾਂਝਾ ਕਰਨ ਦਾ ਯਤਨ ਕੀਤਾ ਹੈ। ਮੈਂ ਆਸ ਕਰਦਾ ਹਾਂ ਅਸੀਂ ਇਤਿਹਾਸ ਤੋਂ ਸੇਧ ਲੈ ਕੇ, ਅਸੀਂ ਇਤਿਹਾਸ ਤੋਂ ਸਿੱਖਿਆ ਲੈ ਕੇ ਸਾਹਿਬਜ਼ਾਦਿਆਂ ਦੇ ਵਾਰਸ ਬਣਨ ਦਾ ਆਪ ਯਤਨ ਕਰਾਂਗੇ, ਤਾਂ ਹੀ ਸਾਡੇ ਮਨਾਏ ਹੋਏ ਇਹ ਜਿਹੜੇ ਦਿਨ ਨੇ ਸਫਲ ਹੋ ਸਕਣਗੇ। ਤੁਸੀਂ ਸਾਰੇ ਹੀ ਇਸ ਗੱਲੋਂ ਵਧਾਈ ਦੇ ਪਾਤਰ ਹੋ। ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ, ਜਿਨ੍ਹਾਂ ਦੇ ਉਪਰਾਲੇ ਸਦਕਾ ਅਸੀਂ ਸਾਹਿਬਜ਼ਾਦਿਆਂ ਦੀਆਂ ਵਿਚਿੱਤਰ ਇਤਿਹਾਸ ਦੀਆਂ ਗਾਥਾਵਾਂ ਜਿਹੜੀਆਂ ਨੇ ਉਹਨਾਂ ਦੀ ਸਾਂਝ ਤੁਹਾਡੇ ਨਾਲ ਬਣਾਈ ਹੈ। ਬੜੀ ਮਨ ਨੂੰ ਖੁਸ਼ੀ ਹੁੰਦੀ ਹੈ ਵੀ ਨੌਜਵਾਨ ਵੀਰ ਵੀ ਬੈਠ ਕੇ ਇਸ ਤਰੀਕੇ ਨਾਲ ਇਤਿਹਾਸ ਨੂੰ ਸ਼ਰਵਣ ਕਰਦੇ ਨੇ। ਜੇ ਅਸੀਂ ਇਤਿਹਾਸ ਨੂੰ ਸੱਚੀ ਕਿਤੇ ਮਨ ਕਰਕੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਤੇ ਸਾਡੀ ਕੌਮ ਦਾ ਭਵਿੱਖ ਬੜਾ ਉਜਲਾ ਹੋਏਗਾ। ਕਿਸੇ ਦਾਨਸ਼ਵਰ ਵਿਦਵਾਨ ਦੇ ਬੜੇ ਪਿਆਰੇ ਕਥਨ ਸਨ। ਕਹਿੰਦਾ, ਜੇ ਤੁਸੀਂ ਆਪਣੀ ਕੌਮ ਦਾ ਭਵਿੱਖ ਵੇਖਣਾ ਹੋਵੇ ਤੇ ਜੋ ਕੰਮ ਤੁਹਾਡੀ ਕੌਮ ਦੇ ਵਿੱਚ ਬੱਚੇ ਕਰਦੇ ਨੇ, ਆਉਣ ਵਾਲੇ 20 ਸਾਲਾਂ ਬਾਅਦ ਉਹਨਾਂ ਬੱਚਿਆਂ 'ਚੋਂ ਤੁਸੀਂ ਆਪਣੀ ਕੌਮ ਦਾ ਭਵਿੱਖ ਵੇਖ ਸਕਦੇ ਹੋ। ਇਹੋ ਹੀ ਤੁਹਾਡੀ ਕੌਮ ਦਾ ਭਵਿੱਖ ਹੋਏਗਾ। ਤੇ ਜਦੋਂ ਮੈਂ ਵੇਖਦਾ ਇੱਥੋਂ ਮੇਰੀਆਂ ਭੈਣਾਂ ਬੱਚੇ ਕਵਿਤਾਵਾਂ ਪੜ੍ਹਦੇ ਨੇ ਤੇ ਮਨ ਨੂੰ ਬੜੀ ਖੁਸ਼ੀ ਹੁੰਦੀ ਹੈ। ਇਹਨਾਂ ਨੂੰ ਹੌਸਲਾ ਅਫਜ਼ਾਈ ਦਿਆ ਕਰੋ। ਅਸੀਂ ਆਪਣੇ ਬੱਚਿਆਂ ਨੂੰ ਗੁਰੂ ਦੇ ਲੜ ਲਾਈਏ। ਅਸੀਂ ਆਪਣੇ ਬੱਚਿਆਂ ਨੂੰ ਆਪ ਬਾਣੀ ਪੜ੍ਹਾਈਏ। ਗੋਦੀ ਵਿੱਚ ਬੈਠ ਕੇ ਮਾਵਾਂ ਆਪਣੇ ਬੱਚਿਆਂ ਨੂੰ ਸਬਕ ਦ੍ਰਿੜ ਕਰਵਾਉਣ। ਗੋਦੀ ਵਿੱਚ ਬੈਠ ਕੇ ਬਾਣੀ ਨੂੰ ਪੜ੍ਹਾਇਆ ਜਾਵੇ, ਤਾਂ ਕਿ ਸਾਡੇ ਬੱਚੇ ਵੀ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਉਹਨਾਂ ਲਏ ਹੋਏ ਸੁਪਨਿਆਂ ਨੂੰ ਸਾਕਾਰ ਕਰਨ ਦੇ ਵਿੱਚ ਆਪਣਾ ਰੋਲ ਅਦਾ ਕਰ ਸਕਣ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ, ਵਡਿਆਈ ਗੁਰੂ ਦੀ। ਜੇ ਕੋਈ ਬੋਲ ਚੰਗਾ ਲੱਗਾ ਹੋਵੇ, ਗੁਰੂ ਦਾ ਜਾਣ ਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ ਜੀ। ਕੋਟਾਨ ਕੋਟ ਸ਼ੁਕਰਾਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਦੀ ਹਜ਼ੂਰੀ ਵਿੱਚ ਬੈਠ ਕੇ ਲਗਾਤਾਰ 7 ਦਿਨ ਕਲਗੀਧਰ ਪਾਤਸ਼ਾਹ ਜੀ ਦੇ ਉਹਨਾਂ ਸਫ਼ਰਾਂ ਨੂੰ ਅਸੀਂ ਸਾਂਝਾ ਕਰਨ ਦਾ ਯਤਨ ਕੀਤਾ ਹੈ। ਭੁੱਲਾਂ ਚੁੱਕਾਂ ਮੇਰੀਆਂ, ਵਡਿਆਈ ਗੁਰੂ ਦੀ। ਅੰਤ ਵਿੱਚ ਬੁਲਾਓ ਫਤਿਹ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿ ਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ। ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਲੇ, ਹਰਿ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ। ਸੋ ਕਿਉ ਮਨੋ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸਾਚ ਨਾਮ ਆਧਾਰ ਮੇਰਾ, ਦਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਸਦਾ ਕੁਰਬਾਨ ਕੀਤਾ। ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ
ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਧੁਰ ਕਰਮ ਪਾਇਆ, ਤੁਧ ਜਿਨ ਕਉ ਸੇ ਨਾਮ, ਹਰਿ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਸੁਣ ਤੇ ਪੁਨੀਤ, ਕਹਿਤੇ ਪਵਿੱਤ ਸਤ ਗੁਰ ਰਹਿਆ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਸੁਣ ਤੇ ਪੂਰੇ। ਬੇਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੇ ਅਰਦਾਸ ਹਮਾਰੀ, ਜਿਉ ਪਿੰਡ
ਸ਼੍ਰੀ ਨਨਕਾਣਾ ਸਾਹਿਬ ਹੋਰ ਪਵਿੱਤਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਕਰ ਪੰਥ ਖਾਲਸਾ ਜੀ ਨੂੰ ਬਖਸ਼ੋ। हे राधान राज भालान भान देवान दे हुक्मा महान धन धन साहिब श्री गुरु अर्जन देव जी महाराज धन धन साहिब श्री गुरु गोबिंद सिंह जी महाराज धन धन प्यारो शतक देवान साहिब श्री गुरु ग्रंथ साहिब जी महाराज आप जी के चरण कमलपास दास बेनती जोतड़ी हरि प्रवान करने होय एकत्र मिलोगे भाई दुख दान दूर करो मिलाए हर नामे के हो रो जोड़ी गुरमुख में सो सब विषय गगन तमाम बाजियो करियो निशान देखा केत जो मांडो सूरमा आप जो के बताओ पहला मन कबूल जीवन की शरियास हो सबना की रेणुका तो आओ हमारे पास के महाभक्त अनुसार आप जिनिया श्रीमत सिख संता वल्लों महाराज जी एकत्र आई होकर के वे 1 तरीक को गुरुद्वारा चुबच्चा साहिब विखे महाराज जी बाबा जोरावर सिंह जी बाबा फतेह सिंह जी बाबा जीत सिंह जी बाबा जुझार सिंह जी माता गुजर कौर जी अनेक ਸਿੰਘਾਂ ਸਿੰਘੜੀਆਂ ਦੇ ਸ਼ਹਾਦਤ ਨੂੰ ਸਮਰਪਿਤ ਰਹਿਣ ਸਮਾਏ ਗੁਰਮਤਿ ਸਮਾਗਮਾਂ ਅੰਮ੍ਰਿਤ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਅੱਜ ਅਖੀਰਲੇ ਦਿਨ ਮਹਾਰਾਜ ਜੀ ਆਪ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਾਗਮ ਆਰੰਭ ਹੋਇਆ ਜਿਸ ਦੇ ਵਿੱਚ 16 ਰਾਜ ਜੀ ਦੇ ਜਾਪ ਹੋਏ ਨੇ कल युग के कीर्तन प्रधाना गुरमुख के लाए धाना मतमय गुरबाणी दे कीर्तन होए ने बच्चा वालों महाराज जी वारा गायन कीतियां गईयां ने आप जी दी सरबत सिख संगतां वालों कुछ समय तो गुरुद्वारा चुबच्चा साहिब विखे सहज पाठ आरंभ होए सी जिन्हां दे आप जी ने आप अपार किरपा रहमत होई है। अज संपूर्णता हुई महाराज जी सहज पाठा ने संपूर्ण भोग पाए गए। उस तो उपरंत लड़ीवार कथा 11 होंदियां ने महाराज जी होंदियां भुला चुका दी माफी बख्शनी अगे तो समर्थ बख्शनी इसे तरह संगतां दे सिर ते मेरा भरिया हथ रखना एकता द्वार बस प्यार बख्शिश करना चढ़दियां कला रखनियां तंदुरुस्तियां बख्शनियां महाराज जी ऐसे आप जी दी बख्शिया हुई दाता विचों महाराज जी संगतां वालों कड़ा प्रसादियां देगा तैयार होईयां ने आप जी दे दर प्रवान होण प्रवान होया प्रसाद साध संगत विच वरताउण दी आग्या होवे जो छके आप जी दा सतनाम श्री वाहिगुरु 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 नाम जपा जी ऐस वेले जो दूरों नेड़े चल के माई भाई गए आप जी ने पावन पवित्र दरबार की हाजरी भरी है तरफ भेटा दर प्रवान करने आए कदम कदम लेखे चलाने शुभ मनोकामना संपूर्ण करनिया ने अज दे लंगरां दी सेवा सच्चे पातशाह जी आप जी ने घर दे सेवक आप जी ने घर दे प्रीतवान भाई बलराज सिंह जी भाई बलजीत सिंह जी सेवक परिवार वालों गुरु के लंगरां की सेवा की गई है। आप जी ने मन दी भावना संपूर्ण करनिया खजाने भरपूर करने कमाइयां विच बरकतां पाउणियां कारोबारां विच तरक्कियां बख्शिश करनियां सच्चे पातशाह जी आप जी ने घर के प्रेतवान काका दमनप्रीत सिंह जी जिन्हां दी चढ़दी कला वास्ते सेवक परिवार अरदास बेनती करवाते ने सेवा के हिस्से पाते ने महाराज जी आप जी ने काका दमनप्रीत सिंह जी ने सिर ते मेरा भरिया हथ रखना अपने घरों गुरमुख सिक्खी दान नाम दान की दात बख्शिश करनी महाराज जी ऐस वेले जो भी दूरों नेड़े चल के माई भाई आप जी के दरबार के पहुंचे ने साथियां मन दियां भावना संपूर्ण करनिया परिवारों के सिर ते मेरा भरिया हथ रखना परिवारों ने चढ़ती कला तंदुरुस्तियां बख्शिश करनिया महाराज जी ऐस वेले आप जी ने करते हैं संतां नूं पवित्र हुक्मनामे बख्श
ਬਖਸ਼ਿਸ਼ ਕਰਕੇ ਕਰਤਾਰਥ ਕਰੋ ਜੀ। ਹੁਕਮ ਨਾਰਿਆ ਤੇ ਚੱਲਣ ਦੀ ਸਮਰੱਥਾ ਬਖਸ਼ੋ। ਜਿਸ ਤਰ੍ਹਾਂ ਪਹਿਲਾਂ ਸੰਤਾਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖ ਕੇ ਮਹਾਰਾਜ ਜੀ ਕਿਰਪਾ ਕੀਤੀ, ਰਹਿਮਤ ਕੀਤੀ, ਗੁਰਦੁਆਰਾ ਸਾਹਿਬ ਵਿਖੇ ਸਹਿਜ ਪਾਠ ਆਰੰਭ ਹੋਏ ਸਨ। ਇਸੇ ਤਰ੍ਹਾਂ ਹੀ ਸੰਤਾਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖ ਕੇ ਅੱਗੇ ਤੋਂ ਵੀ ਕਿਰਪਾ ਕਰੋ, ਰਹਿਮਤ ਕਰੋ ਸੱਚੇ ਪਾਤਸ਼ਾਹ ਜੀ। ਸਹਿਜ ਪਾਠ ਆਰੰਭ ਕਰਨ ਦੀ ਆਪ ਜੀ ਨੇ ਹੁਣ ਆਗਿਆ ਬਖਸ਼ਿਸ਼ ਕਰਨੀ। ਚੜ੍ਹਦੀਆਂ ਕਲਾ ਰੱਖਣੀਆਂ, ਤੰਦਰੁਸਤੀਆਂ ਬਖਸ਼ਣੀਆਂ। ਸਹੀ ਗੁਰਮੁਖ ਪਿਆਰੇ ਨੇ ਜਿਨ੍ਹਾਂ ਨੇ ਆਪ ਜੀ ਦਾ ਨਾਮ ਦਿੱਤਾ ਹੈ। ਗੁਰੂ ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ। ਧੰਨ ਵਾਹਿਗੁਰੂ ਸਾਹਿਬ ਜੀ। ਮੈਂ ਅੰਦੁਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ। ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਧੰਨ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਿਲਾ ਪੰਜਵਾ। ਦੁਲੱਭ ਦੇ ਸਵਾਰ, ਜਾਹੇ ਨਾ ਦਰਗਾਹਾਰ। ਹਲਤ ਪਲਤ ਤੁਧ ਹੋਏ ਵਡਿਆਈ, ਅੰਤ ਕੀ ਬੇਲਾ ਲਏ ਛਡਾਈ। ਦੁਲੱਭ ਦੇ ਸਵਾਰ, ਜਾਹੇ ਨਾ ਦਰਗਾਹਾਰ। ਹਲਤ ਪਲਤ ਤੁਧ ਹੋਏ ਵਡਿਆਈ, ਅੰਤ ਕੀ ਬੇਲਾ ਲਏ ਛਡਾਈ। ਰਾਮ ਕੇ ਗੁਣ ਗਾਓ, ਹਲਤ ਪਲਤ ਹੋਹੇ ਦੋਵੇਂ ਸੁਹੇਲੇ। ਅਚਰਜ ਪੁਰਖ ਧਿਆਓ ਰਹਾਓ। ਊਠਤ ਬੈਠਤ ਹਰ ਜਾਪ, ਬਿਨਸੈ ਸਗਲ ਸੰਤਾਪ। ਬੈਰੀ ਸਭ ਹੋਵੈ ਮੀਤ, ਨਿਰਮਲ ਤੇਰਾ ਹੋਵੈ ਚੀਤ। ਸਭ ਤੇ ਊਤਮ ਇਹ ਕਰਮ, ਸਗਲ ਧਰਮ ਮੈਂ ਸ੍ਰੇਸ਼ਟ ਧਰਮ। ਹਰ ਸਿਮਰਨ ਤੇਰਾ ਹੋਏ ਉਧਾਰ, ਜਨਮ ਜਨਮ ਕਾ ਉਤਰੈ ਪਾਰ। ਹਰ ਸਿਮਰਨ ਤੇਰਾ ਹੋਏ ਉਧਾਰ, ਜਨਮ ਜਨਮ ਕਾ ਉਤਰੈ ਪਾਰ। ਪੂਰਨ ਤੇਰੀ ਹੋਵੈ ਆਸ,
ਜਮ ਕੀ ਕਟਿਐ ਤੇਰੀ ਫਾਸ, ਗੁਰ ਕਾ ਉਪਦੇਸ਼ ਸੁਣੀਜੈ। ਨਾਨਕ ਸੁਖ ਸਹਿਜ ਸਮੀਜੈ। ਪੂਰਨ ਤੇਰੀ ਹੋਵੈ ਆਸ, ਜਮ ਕੀ ਕਟਿਐ ਤੇਰੀ ਫਾਸ, ਗੁਰ ਕਾ ਉਪਦੇਸ਼ ਸੁਣੀਜੈ। ਨਾਨਕ ਸੁਖ ਸਹਿਜ ਸਮੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ ਬਤਾਰ। ਭੁਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਸਹਿਜ ਸਿਆਣਪਾਂ ਲੱਖ ਹੋਹੇ, ਤਾਂ ਇੱਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁਖ ਸੁਖ ਪਾਈਐ। ਇਕ ਨਾ ਹੁਕਮੀ ਬਖਸ਼ੀਸ਼, ਇਕ ਹੁਕਮੀ ਸਦਾ ਭਵਾਈਐ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ, ਤਾਂ ਹਉ ਮੈਂ ਕਹੈ ਨਾ ਕੋਏ। ਗਾਵੈ ਕੋ ਤਾਨ, ਹੋਵੈ ਕਿਸੈ ਤਾਨ। ਗਾਵੈ ਕੋ ਦਾਤ ਜਾਣੈ ਨੀਸ਼ਾਨ। ਗਾਵੈ ਕੋ ਗੁਣ ਵਡਿਆਈਆਂ ਚਾਰ। ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕੋ ਸਾਜ ਕਰੇ ਤਨ ਖੇ। ਗਾਵੈ ਕੋ ਜੀ ਲੈ ਫਿਰਦੇ। ਗਾਵੈ ਕੋ ਜਾਪੈ ਦਿਸੈ ਦੂਰ। ਗਾਵੈ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨਾ ਆਵੈ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦੇਂਦਾ ਦੇ ਲੈਂਦੇ ਥਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਗਸੈ ਵੇ ਪ੍ਰਵਾਹ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਪਾਉ ਅਪਾਰ। ਆਖੈ ਮੰਗੈ ਦੇ ਦੇ, ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ, ਜਿਤ ਦਿਸੈ ਦਰਬਾਰ। ਮੋਹ ਕੇ ਬੋਲਣ ਬੋਲੀਐ, ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵਿਚਾਰ। ਕਰਮੀ ਆਵੈ ਕਪੜਾ, ਨਦਰੀ ਮੋਖ ਦੁਆਰ। ਨਾਨਕ ਏਵੈ ਜਾਣੀਐ, ਸਭ ਆਪੇ ਸਚਿਆਰ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਗੁਰ ਈਸ਼ਰ ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਜੇ ਹਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ। ਗੁਰਾ ਇਕ ਦੇ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਗੁਰਾ ਇਕ ਦੇ ਬੁਝਾਈ, ਸਭਨਾ ਜੀਆਂ ਕਾ ਇਕ ਦਾਤਾ। ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਫ਼ਤਾ ਭਰ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕਰਕੇ ਗੁਰੂ ਸਾਹਿਬਾਨ ਦੇ, ਸਾਹਿਬਜ਼ਾਦਿਆਂ ਦੇ, ਸਮੂਹ ਸ਼ਹੀਦਾਂ ਦੇ ਯਾਦ ਨੂੰ ਤਾਜ਼ਾ ਕਰਦਿਆਂ ਹੋਇਆਂ
ਇਸ ਗੁਰਮਤਿ ਸਮਾਗਮ ਦੇ ਲੇਖੇ ਆਪਣਾ ਸਮਾਂ ਲਗਾਇਆ ਹੈ। ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਸਹਿਜ ਪਾਠ ਦੀ ਸੇਵਾ ਦੇ ਵਿੱਚ ਆਪਣਾ ਕੀਮਤੀ ਸਮਾਂ ਕੱਢਿਆ, ਗੁਰਬਾਣੀ ਨੂੰ ਪੜ੍ਹਿਆ। ਅੱਗੇ ਤੋਂ ਵੀ ਇਸੇ ਤਰ੍ਹਾਂ ਆਪਾਂ ਜੋ ਅੱਜ ਸਹਿਜ ਪਾਠ ਆਰੰਭ ਕੀਤਾ ਹੈ, ਜਦੋਂ ਵੀ ਕਿਸੇ ਦੇ ਕੋਲ ਵੀ ਸੰਗਤ ਦੇ ਵਿੱਚੋਂ ਕਿਸੇ ਦੇ ਕੋਲ ਵੀ ਸਮਾਂ ਹੁੰਦਾ ਹੈ, ਕਾਪੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦੇ ਵਿੱਚ ਪਈ ਹੁੰਦੀ ਹੈ। ਜਦੋਂ ਵੀ ਸਮਾਂ ਹੋਵੇ 24 ਘੰਟਿਆਂ ਦੇ ਵਿੱਚੋਂ ਦਿਨ ਦੇ ਸਮੇਂ ਦੇ ਵਿੱਚ ਜਿੰਨਾ ਚਿਰ ਪ੍ਰਕਾਸ਼ ਹੁੰਦਾ ਹੈ ਉਨਾ ਚਿਰ ਜਦੋਂ ਵੀ ਸਮਾਂ ਹੋਵੇ, ਸਮਾਂ ਕੱਢ ਕਰਕੇ ਇੱਕ ਅੰਗ, ਇੱਕ ਸ਼ਬਦ, 2 ਅੰਗ, ਜਿੰਨਾ ਵੀ ਸਮਾਂ ਹੋਵੇ ਉਹਨਾਂ ਆਪਾਂ ਸਮਾਂ ਕੱਢ ਕੇ ਭਾਵੇਂ ਇੱਕ ਸ਼ਬਦ ਹੀ ਰੋਜ਼ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਤੇ ਆ ਕੇ ਬੈਠ ਕੇ ਪੜ੍ਹਨ ਦਾ ਯਤਨ ਕਰੀਏ। ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣਨ ਦੀ ਕੋਸ਼ਿਸ਼ ਕਰਿਆ ਕਰੀਏ। ਜਿਨ੍ਹਾਂ ਨੂੰ ਡਰ ਲੱਗਦਾ ਹੈ ਤਾਬਿਆ 'ਤੇ ਬੈਠਣ ਤੋਂ, ਉਹ ਗੁਰਬਾਣੀ ਦੀ ਪੋਥੀ ਲੈ ਕੇ ਹਜ਼ੂਰੀ ਦੇ ਵਿੱਚ ਬੈਠ ਕੇ ਪੜ੍ਹ ਸਕਦੇ ਹੈ। 4 ਭਾਗਾਂ ਦੇ ਵਿੱਚ ਪੋਥੀਆਂ ਮੌਜੂਦ ਨੇ। ਜਦੋਂ ਵੀ ਸਮਾਂ ਹੋਵੇ ਤੁਸੀਂ ਪੋਥੀ ਲੈ ਕੇ ਬੈਠ ਸਕਦੇ ਜੇ। ਜਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਅਜੇ ਸਿੱਖੀ ਰਹਿਤ ਦੇ ਵਿੱਚ ਆਉਣਾ ਨਹੀਂ ਕੀਤਾ, ਜਿਨ੍ਹਾਂ ਨੇ ਕੇਸ ਨਹੀਂ ਰੱਖੇ, ਜਿਹੜੇ ਰਹਿਤ ਮਰਿਆਦਾ ਦੇ ਅਨੁਸਾਰ ਸੰਗਤੀ ਰੂਪ ਦੇ ਵਿੱਚ ਤਾਬਿਆ 'ਤੇ ਨਹੀਂ ਬੈਠ ਸਕਦੇ, ਉਹ ਗੁਰਬਾਣੀ ਦੀ ਪੋਥੀ ਲੈ ਕੇ ਜਦੋਂ ਮਰਜ਼ੀ ਇਸ ਸੇਵਾ ਦੇ ਵਿੱਚ ਹਿੱਸੇਦਾਰ ਬਣ ਸਕਦੇ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪਾਂ ਸਾਰਿਆਂ ਨੇ ਹੀ ਰਲ ਮਿਲ ਕੇ ਇਸੇ ਤਰ੍ਹਾਂ ਜਿਵੇਂ ਅੱਗੇ ਸਹਿਜ ਪਾਠ ਕੀਤਾ ਹੈ, ਸਾਰਿਆਂ ਨੇ ਰਲ ਕੇ ਕਰਨ ਦੀ ਕਿਰਪਾਲਤਾ ਕਰਨੀ। ਆਓ ਹੁਣ ਮੂਲ ਮੰਤਰ ਦਾ ਜਾਪ ਕਰਦਿਆਂ ਹੋਇਆਂ ਸਾਰੀ ਹੀ ਸੰਗਤ ਨੇ ਸੁੱਖ ਆਸਣ ਦੀ ਸੇਵਾ ਆਪਾਂ ਸਾਰਿਆਂ ਨੇ ਕਰਨੀ ਹੈ। ਉਪਰੰਤ ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸਵੇਰ ਦੇ ਸਮੇਂ ਦਾ ਜੋ ਸੰਗਤੀ ਰੂਪ ਦੇ ਵਿੱਚ ਚੱਲ ਰਿਹਾ ਨਿਤਨੇਮ ਹੈ, ਉਹ 3 ਜਨਵਰੀ ਤੱਕ ਤਾਂ ਲਗਾਤਾਰ ਚੱਲੇਗਾ। ਉਸ ਤੋਂ ਬਾਅਦ ਜਿਸ ਤਰ੍ਹਾਂ ਪ੍ਰੋਗਰਾਮ ਹੋਵੇਗਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਗੁਰਪੁਰਬ ਮਨਾਉਣ ਦੇ ਸੰਬੰਧੀ, ਅਖੰਡ ਪਾਠ ਸਾਹਿਬ ਦੀ ਆਰੰਭਤਾ ਦੇ ਸੰਬੰਧੀ, ਉਹ ਉਸ ਸਮੇਂ ਸੰਗਤਾਂ ਨੂੰ ਦੱਸ ਦਿੱਤਾ ਜਾਵੇਗਾ ਕਿ ਕਿਸ ਤਰ੍ਹਾਂ ਦਾ ਪ੍ਰੋਗਰਾਮ ਉਲੀਕਿਆ ਜਾਂਦਾ ਹੈ। ਆਓ ਹੁਣ ਮੂਲ ਮੰਤਰ ਦਾ ਜਾਪ ਸਾਰਿਆਂ ਨੇ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ